ਆਜ਼ਾਦੀ ਦੇ ਲਈ ਜੂਝ ਰਹੀ ਕਿਸੇ ਕੌਮ ਦੇ ਲਈ ਪੱਤਰਕਾਰੀ ਕਰਨਾ ਸੌਖਾ ਕਾਰਜ ਨਹੀਂ ਹੁੰਦਾ। ਬਿਲਕੁਲ ਐਵੇਂ ਹੀ ਹੁੰਦਾ ਜਿਵੇਂ ਤੁਸੀਂ ਇਨਸਾਫ ਪ੍ਰਾਪਤ ਕਰਨ ਦੇ ਲਈ ਕਿਸੇ ਭੀੜ ਦਾ ਹਿੱਸਾ ਹੋ ਤੇ ਗੋਲੀਆਂ ਦੀ ਵਾਛੜ ਤੁਹਾਡੇ ਉੱਤੇ ਹੋਣ ਵਾਲੀ ਹੈ। ਇਹੋ ਜਿਹੀਆਂ ਘਟਨਾਵਾਂ ਬਾਰੇ ਅਤੇ ਪੰਜਾਬ ਦੇ ਹੋਰ ਭਖਦੇ ਮਸਲਿਆਂ ਬਾਰੇ ਸਿੱਧੀ ਜਾਣਕਾਰੀ ਮੈਂ ਆਪਣੇ ਟਾਕਿੰਗ ਪੰਜਾਬ ਸ਼ੋਅ ਦੇ ਵਿੱਚ ਲੈ ਕੇ ਹਾਜ਼ਰ ਹਾਂ, ਸਿਰਫ ਖਬਰਦਾਰ ਪੰਜਾਬ ਟੀਵੀ ਦੇ ਉੱਤੇ। ਦੇਖਣਾ ਨਾ ਭੁੱਲਿਓ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅੰਮ੍ਰਿਤਸਰ ਦੇ ਸਮੇਂ ਦੇ ਮੁਤਾਬਕ ਰਾਤ ਨੂੰ 9 ਵਜੇ ਤੋਂ ਲੈ ਕੇ 10 ਵਜੇ ਤੱਕ। ਆਜ਼ਾਦੀ ਦੇ ਲਈ ਜੂਝ ਰਹੀ ਕਿਸੇ ਕੌਮ ਦੇ ਲਈ ਪੱਤਰਕਾਰੀ ਕਰਨਾ ਸੌਖਾ ਕਾਰਜ ਨਹੀਂ ਹੁੰਦਾ। ਬਿਲਕੁਲ ਐਵੇਂ ਹੀ ਹੁੰਦਾ ਜਿਵੇਂ ਤੁਸੀਂ ਇਨਸਾਫ ਪ੍ਰਾਪਤ ਕਰਨ ਦੇ ਲਈ ਕਿਸੇ ਭੀੜ ਦਾ ਹਿੱਸਾ ਹੋ ਤੇ ਗੋਲੀਆਂ ਦੀ ਵਾਛੜ ਤੁਹਾਡੇ ਉੱਤੇ ਹੋਣ ਵਾਲੀ ਹੈ। ਇਹੋ ਜਿਹੀਆਂ ਘਟਨਾਵਾਂ ਬਾਰੇ ਅਤੇ ਪੰਜਾਬ ਦੇ ਹੋਰ ਭਖਦੇ ਮਸਲਿਆਂ ਬਾਰੇ ਸਿੱਧੀ ਜਾਣਕਾਰੀ ਮੈਂ ਆਪਣੇ ਟਾਕਿੰਗ ਪੰਜਾਬ ਸ਼ੋਅ ਦੇ ਵਿੱਚ ਲੈ ਕੇ ਹਾਜ਼ਰ ਹਾਂ, ਸਿਰਫ ਖਬਰਦਾਰ ਪੰਜਾਬ ਟੀਵੀ ਦੇ ਉੱਤੇ। ਦੇਖਣਾ ਨਾ ਭੁੱਲਿਓ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅੰਮ੍ਰਿਤਸਰ ਦੇ ਸਮੇਂ ਦੇ ਮੁਤਾਬਕ ਰਾਤ ਨੂੰ 9 ਵਜੇ ਤੋਂ ਲੈ ਕੇ 10 ਵਜੇ ਤੱਕ। ਆਜ਼ਾਦੀ ਦੇ ਲਈ ਜੂਝ ਰਹੀ ਕਿਸੇ ਕੌਮ ਦੇ ਲਈ ਪੱਤਰਕਾਰੀ ਕਰਨਾ ਸੌਖਾ ਕਾਰਜ ਨਹੀਂ ਹੁੰਦਾ। ਬਿਲਕੁਲ ਐਵੇਂ ਹੀ ਹੁੰਦਾ ਜਿਵੇਂ ਤੁਸੀਂ ਇਨਸਾਫ ਪ੍ਰਾਪਤ ਕਰਨ ਦੇ ਲਈ ਕਿਸੇ ਭੀੜ ਦਾ ਹਿੱਸਾ ਹੋ ਤੇ ਗੋਲੀਆਂ ਦੀ ਵਾਛੜ ਤੁਹਾਡੇ ਉੱਤੇ ਹੋਣ ਵਾਲੀ ਹੈ। ਇਹੋ ਜਿਹੀਆਂ ਘਟਨਾਵਾਂ ਬਾਰੇ ਅਤੇ ਪੰਜਾਬ ਦੇ ਹੋਰ ਭਖਦੇ ਮਸਲਿਆਂ ਬਾਰੇ ਸਿੱਧੀ ਜਾਣਕਾਰੀ ਮੈਂ ਆਪਣੇ ਟਾਕਿੰਗ ਪੰਜਾਬ ਸ਼ੋਅ ਦੇ ਵਿੱਚ ਲੈ ਕੇ ਹਾਜ਼ਰ ਹਾਂ, ਸਿਰਫ ਖਬਰਦਾਰ ਪੰਜਾਬ ਟੀਵੀ ਦੇ ਉੱਤੇ। ਦੇਖਣਾ ਨਾ ਭੁੱਲਿਓ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅੰਮ੍ਰਿਤਸਰ ਦੇ ਸਮੇਂ ਦੇ ਮੁਤਾਬਕ ਰਾਤ ਨੂੰ 9 ਵਜੇ ਤੋਂ ਲੈ ਕੇ 10 ਵਜੇ ਤੱਕ। ਦੁਨੀਆ ਭਰ ਦੇ ਵਿੱਚ ਟਾਕਿੰਗ ਪੰਜਾਬ ਸ਼ੋਅ ਦੇਖ ਰਹੇ ਸਮੂਹ ਦਰਸ਼ਕਾਂ ਦਾ, ਸਰੋਤਿਆਂ ਦਾ ਤੁਹਾਡੇ ਆਪਣੇ ਅਜੀਜ਼ ਸੁਰਿੰਦਰ ਸਿੰਘ ਵੱਲੋਂ ਤਹਿ ਦਿਲੋਂ ਸਵਾਗਤ ਹੈ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਇਸ ਵੇਲੇ ਅੰਮ੍ਰਿਤਸਰ ਦੇ ਸਮੇਂ ਦੇ ਮੁਤਾਬਕ ਰਾਤ ਦੇ ਸਹੀ 9 ਵਜ ਰਹੇ ਨੇ ਤੇ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜਾ ਸਮਾਂ ਉਹ ਆਪਣੀ ਜਿਹੜੀ ਕਹਾਣੀ ਹੈ ਉਹ ਆਪਣਾ ਜਿਹੜਾ ਡਿਜਿਟ ਆ ਉਹ ਦੱਸ ਰਿਹਾ ਹੈ। ਵੱਖ-ਵੱਖ ਕਿੱਤਿਆਂ ਦੇ ਵਿੱਚ ਰੁੱਝੇ ਹੋਏ ਮੇਰੇ ਭਰਾਵੋ, ਬਜ਼ੁਰਗੋ, ਭੈਣੋ ਤੇ ਭਰਾਵੋ, ਅੱਜ ਸਿੱਖ ਕੌਮ ਇਸ ਮੁਕਾਮ ਤੇ ਪਹੁੰਚ ਗਈ ਹੈ ਕਿ ਜੇ ਅਸੀਂ ਪਿਛਲੇ 4 ਦਹਾਕਿਆਂ ਦਾ ਸਮਾਂ ਦੇਖੀਏ 1980 ਤੋਂ ਲੈ ਕੇ, ਤਾਂ ਬਹੁਤ ਜ਼ਿਆਦਾ ਅਸੀਂ ਕਹਾਂਗੇ ਕਿ ਜ਼ਹਿਨੀ ਤੌਰ ਦੇ ਉੱਤੇ ਵਿਕਾਸ ਹੋਇਆ। ਠੀਕ ਹੈ ਕਿ ਅਸੀਂ ਆਪਣੇ ਤੌਰ ਦੇ ਉੱਤੇ ਕੁਝ ਅੰਦਰੂਨੀ ਕਿਸਮ ਦੇ ਜਿਹੜੇ ਵਿਵਾਦ ਨੇ ਚੱਲ ਰਹੇ ਨੇ ਉਹਨਾਂ ਦੇ ਵਿੱਚ ਸਮੇਂ-ਸਮੇਂ ਤੇ ਉਲਝ ਜਾਂਦੇ ਆ, ਪਰ ਸਾਡੀ ਇੱਕ ਵੱਡੀ ਗਿਣਤੀ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਜਿਹੜੀ ਪੰਜਾਬ ਦੀ ਆਜ਼ਾਦੀ ਦੇ ਲਈ ਤੱਤਪਰ ਹੈ। ਪੰਜਾਬ ਦੀ ਆਜ਼ਾਦੀ ਦੇ ਲਈ ਢੰਗ ਤਰੀਕੇ ਜਿਹੜੇ ਹੈ ਨੇ ਲੱਭਣ ਦੀ ਕੋਸ਼ਿਸ਼ ਕਰਦੀ ਹੈ ਤੇ ਉਹ ਜਿਹੜੀ ਵੱਡੀ ਗਿਣਤੀ ਹੈ ਸਾਡੇ ਸੂਝਵਾਨ ਦੋਸਤਾਂ ਦੀ, ਉਹ ਬਿਲਕੁਲ ਉਸ ਤਰੀਕੇ ਨਾਲ ਮਾਨਸਿਕ ਵਿਹਾਰ ਕਰ ਰਹੀ ਹੈ
ਜਿਸ ਤਰੀਕੇ ਦਾ ਇਸ ਵੇਲੇ ਹੋਣਾ ਚਾਹੀਦਾ। ਸਾਡੇ ਦਰਮਿਆਨ ਜਦੋਂ ਜਦੋਂ ਕੌਮ ਦੇ ਨੁਕਸਾਨ ਬਾਰੇ, ਬੀਤੇ ਸਮੇਂ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਉਹਦੇ ਬਾਰੇ ਅਸੀਂ ਜਦੋਂ ਅਧਿਐਨ ਕਰਦੇ ਹਾਂ, ਜਦੋਂ ਅਸੀਂ ਸੋਚਦੇ ਹਾਂ, ਵਿਚਾਰ ਵਟਾਂਦਰੇ ਕਰਦੇ ਹਾਂ, ਤਾਂ ਨਿਰਸੰਦੇਹ ਸਾਡੇ ਸਾਹਮਣੇ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਉਹਦੀ ਅਣਹੋਂਦ ਕਾਰਨ ਜਿਹੜਾ ਮੈਦਾਨ ਖਾਲੀ ਹੋਇਆ, ਉਸੇ ਕਾਰਨ ਜਿਹੜਾ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਵਿਚਾਰ ਵਟਾਂਦਰੇ ਦੀ ਪੱਧਰ ਦੇ ਉੱਤੇ ਅਸੀਂ ਕੁਝ ਇਹੋ ਜਿਹੀਆਂ ਪੇਸ਼ਨਗੋਈਆਂ ਹੋਈਆਂ ਦੇਖ ਰਹੇ ਹਾਂ ਜਾਂ ਦੇਖਦੇ ਹਾਂ ਜਿਨ੍ਹਾਂ ਦਾ ਸੰਬੰਧ ਕੌਮ ਦੀ ਆਜ਼ਾਦੀ ਦੇ ਨਾਲ ਜੁੜ ਜਾਂਦਾ। ਕਹਿੰਦੇ ਨੇ ਕਿ ਸਿੱਖ ਜਿਹੜਾ ਹੈ ਨੇ 3 ਤਰ੍ਹਾਂ ਦੀਆਂ ਮਾਨਸਿਕ ਅਵਸਥਾਵਾਂ ਦੇ ਵਿੱਚੋਂ ਲੰਘਦਾ। ਸਾਡਾ ਅੱਜ ਦਾ ਜਿਹੜਾ ਮਜ਼ਮੂਨ ਆ ਉਹ ਵੀ ਕੁਝ ਐਸੇ ਤਰ੍ਹਾਂ ਦਾ ਹੀ ਹੈ। ਕੌਮੀ ਸੰਘਰਸ਼ ਅਤੇ ਸਿੱਖਾਂ ਦੀ ਮਨੋਦਸ਼ਾ। ਸਿੱਖਾਂ ਦੀ ਮਨੋਦਸ਼ਾ ਮਤਲਬ ਸਾਈਕੋਲੋਜੀ। ਕੀ ਇਹ ਸਮੇਂ-ਸਮੇਂ ਤੇ ਬਦਲਦੀ ਹੈ? ਕੀ ਇਹ ਸਮੇਂ-ਸਮੇਂ ਦੇ ਉੱਤੇ ਆਪਣੇ ਰੰਗ ਢੰਗ ਬਦਲ ਕੇ ਕੁਝ ਨਵਾਂ ਸਾਡੇ ਸਾਹਮਣੇ ਲੈ ਕੇ ਆਉਂਦੀ ਹੈ, ਜਾਂ ਕੁਝ ਕਿਸ ਤਰੀਕੇ ਨਾਲ ਵਿਹਾਰ ਕਿਸ ਤਰੀਕੇ ਨਾਲ ਕਰਦੀ ਹੈ? ਮਸਲਾ ਗੁੰਝਲਦਾਰ ਹੈ। ਮੈਨੂੰ ਲੱਗਦਾ ਕਿ ਬਹੁਤ ਘੱਟ ਜਿਹੜੇ ਚਿੰਤਕ ਨੇ ਜਾਂ ਵਿਦਵਾਨ ਨੇ ਜਾਂ ਕੌਮ ਦੇ ਲੀਡਰ ਨੇ ਉਹਨਾਂ ਨੇ ਇਸ ਪਾਸੇ ਧਿਆਨ ਦਿੱਤਾ ਹੋਏਗਾ, ਵਿਚਾਰਿਆ ਹੋਏਗਾ। ਪਰ ਉਹਨਾਂ ਨੇ ਵਿਚਾਰਿਆ ਜਾਂ ਨਹੀਂ ਵਿਚਾਰਿਆ, ਜਾਂ ਧਿਆਨ ਦਿੱਤਾ ਜਾਂ ਨਹੀਂ ਦਿੱਤਾ, ਪਰ ਇਹ ਸੱਚ ਹੈ ਕਿ ਜਿਹੜੀ ਸਿੱਖਾਂ ਦੀ ਮਨੋ ਅਵਸਥਾ ਹੈ ਉਹ ਸੁਚਾਰੂ ਰੂਪ ਦੇ ਵਿੱਚ ਸਰਗਰਮ ਹੋ ਕੇ ਸਮੇਂ-ਸਮੇਂ ਤੇ ਆਪਣੀ ਭੂਮਿਕਾ ਨਿਭਾਉਂਦੀ ਹੈ। ਕਹਿੰਦੇ ਨੇ ਇੱਕ ਵਾਰ ਅੱਗੇ ਤੋਂ ਅੱਗੇ ਭਾਈ ਸਤਵੰਤ ਸਿੰਘ ਦੇ ਰਾਹੀਂ, ਜਿਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ ਇੰਦਰਾ ਗਾਂਧੀ ਨੂੰ ਸੋਧਣ ਦੇ ਬਦਲੇ, ਭਾਈ ਸਤਵੰਤ ਸਿੰਘ ਦੇ ਰਾਹੀਂ ਉਹਨਾਂ ਦੇ ਪਿਤਾ ਕੋਲ ਗੱਲ ਆਈ। ਉਹਨਾਂ ਦੇ ਪਿਤਾ ਕੋਲੋਂ ਗੱਲ ਅੱਗੇ ਚੱਲੀ। ਇਹ ਗੱਲ ਬੜੀ ਬਰੀਕ ਹੈ ਤੇ ਉਹ ਕਹਿੰਦੇ ਸਨ ਕਿ ਸਤਵੰਤ ਸਿੰਘ ਦੇ ਦੱਸਣ ਮੁਤਾਬਕ ਇੱਕ ਵਾਰ ਉਹ ਪਹਿਰੇ ਤੇ ਖੜੇ ਸਨ ਗੇਟ ਦੇ ਬਾਹਰ ਇੰਦਰਾ ਗਾਂਧੀ ਦੇ, ਜਿਹੜੀ ਗਾਰਡ ਲੱਗੀ ਹੁੰਦੀ ਹੈ। ਉੱਥੇ ਇੱਕ ਖੁਫੀਆ ਏਜੰਸੀਆਂ ਦਾ ਬੰਦਾ ਜਿਹੜਾ ਕਿ ਇੰਦਰਾ ਗਾਂਧੀ ਦੇ ਨਾਲ ਗੁਪਤ ਮੀਟਿੰਗ ਕਰਨ ਆਇਆ ਸੀ, ਉਹ ਬਿਨਾਂ ਤਲਾਸ਼ੀ ਦਿੱਤਿਆਂ ਅੰਦਰ ਜਾਣ ਲੱਗਾ ਇੰਦਰਾ ਗਾਂਧੀ ਨੂੰ ਮਿਲਣ ਦੇ ਲਈ। ਪਰ ਕੀ ਹੈ ਕਿ ਭਾਈ ਬੇਅੰਤ ਸਿੰਘ ਦੀ ਜਿਹੜੀ ਤਿੱਖੀ ਨਜ਼ਰ ਸੀ, ਉਸਨੇ ਉਹ ਬੰਦੇ ਨੂੰ ਅੱਧ ਵਿਚਾਲਿਓਂ, ਜਿਹੜਾ ਰਸਤਾ ਹੁੰਦਾ ਨਾ ਗੇਟ ਤੋਂ ਲੈ ਕੇ ਘਰ ਦੇ ਦਰਵਾਜ਼ੇ ਤੱਕ ਦਾ, ਉਹਦੇ ਅੱਧ ਵਿਚਕਾਰੋਂ ਜਾ ਫੜਿਆ। ਬੰਦਾ ਕਾਫੀ ਇੰਪੋਰਟੈਂਟ ਸੀ ਉਹ। ਉਸ ਬੰਦੇ ਨੂੰ ਫੜਿਆ ਤੇ ਉਹ ਕਹਿੰਦਾ ਵੀ ਤੂੰ ਤਲਾਸ਼ੀ ਨਹੀਂ ਦਿੱਤੀ ਹੈਗੀ। ਕਹਿੰਦਾ ਵੀ ਮੈਂ ਤਾਂ VIP ਹਾਂ, ਮੈਂ ਤਾਂ ਮੈਡਮ ਕਾ ਖਾਸ ਬੰਦਾ ਹੂੰ। ਉਹ ਕਹਿੰਦਾ ਨਹੀਂ, ਫਿਰ ਆਪਣਾ ਰਿਵਾਲਵਰ ਰੱਖ ਕੇ ਜਾ। ਹੁਣ ਹੈਰਾਨੀ ਦੀ ਗੱਲ ਇਹ ਸੀ ਕਿ ਉਹ ਰਿਵਾਲਵਰ ਸੀ, ਜਿਹੜਾ ਪਿਸਟਲ ਸੀ, ਉਹਦਾ ਸਰਵਿਸ ਰਿਵਾਲਵਰ ਸੀ ਖੁਫੀਆ ਏਜੰਸੀ ਦੇ ਬੰਦੇ ਦਾ, ਉਹ ਰੱਖਦੇ ਨੇ ਆਪਣੇ ਕੋਲ। ਪਰ ਅੱਗੇ ਉਹ ਜਮ੍ਹਾਂ ਕਰਵਾ ਕੇ ਜਾਂਦੇ ਨੇ। ਉਸ ਦਿਨ ਉਹ ਗਲਤੀ ਨਾਲ ਜਾਂ ਸੁੱਤੇ ਸਿੱਧੋ ਅੱਗੇ ਚਲਾ ਗਿਆ। ਹੁਣ ਬੇਅੰਤ ਸਿੰਘ ਦੀ ਜਿਹੜੀ ਉੱਥੇ ਮਨੋਦਸ਼ਾ, ਉੱਥੇ ਉਹ ਬਿਲਕੁਲ ਵੱਖਰੇ ਤਰੀਕੇ ਨਾਲ ਵਿਹਾਰ ਕਰ ਰਹੀ ਹੈ। ਉੱਥੇ ਕਹਿੰਦਾ ਵੀ ਉਹ ਜਿਹੜਾ ਬੰਦਾ ਹੈ ਉਸਨੂੰ ਅੱਗੇ ਜਾਣ ਨਹੀਂ ਦਿੱਤਾ। ਉਹਦੇ ਨਾਲ ਘਸੁੰਨਮੁਖੀ ਹੋਣ ਤੱਕ ਗਿਆ। ਸਬ ਇੰਸਪੈਕਟਰ ਸੀ ਉੱਥੇ, ਜਿਹੜੀ ਗਾਰਡ ਸੀ ਉਹਦਾ ਮੁਖੀ ਸੀ ਉਸ ਵੇਲੇ ਉੱਥੇ ਬੇਅੰਤ ਸਿੰਘ। ਸੋ ਉਸਨੇ ਉਹ ਡਿਊਟੀ ਨਿਭਾਉਂਦੇ ਹੋਏ ਵੀ ਜਿਹੜਾ ਹੈ ਪੂਰੀ ਉੱਥੇ ਵਫਾਦਾਰੀ ਦਿਖਾਈ। ਹੁਣ ਇਹ ਗੱਲ ਨੋਟ ਕਰਨ ਵਾਲੀ ਆ, ਉਸ ਵੇਲੇ ਬੇਅੰਤ ਸਿੰਘ ਦੀ ਮਨੋ ਅਵਸਥਾ ਆਪਣੀ ਡਿਊਟੀ ਪੂਰੀ ਕਰਨ ਵੱਲ ਸੀ। ਉੱਥੇ ਹੁਣ ਮੈਂ ਉੱਥੇ ਹੀ ਗੱਲ ਲੈ ਕੇ ਆਵਾਂਗਾ, ਉੱਥੇ ਡਿਊਟੀ ਪੂਰੀ ਕਰਨ ਵੱਲ ਸੀ। ਉਸ ਵਿਅਕਤੀ ਨੇ ਅੰਦਰ ਜਾ ਕੇ ਇੰਦਰਾ ਗਾਂਧੀ ਨੂੰ ਬੇਅੰਤ ਸਿੰਘ ਦੀ ਸ਼ਿਕਾਇਤ ਵੀ ਲਾਈ ਤੇ ਉਹਦੀ ਇੱਕ ਤਰ੍ਹਾਂ ਦੀ ਤਾਰੀਫ ਵੀ ਕੀਤੀ। ਉਹ ਕਹਿੰਦਾ ਵੀ ਕਿ ਸਿੱਖਾਂ ਦੀਆਂ ਜਿਹੜੀਆਂ ਅਵਸਥਾਵਾਂ ਹੁੰਦੀਆਂ ਨੇ, ਉਹ ਖੁਫੀਆ ਏਜੰਸੀ ਵਾਲੇ ਕਿਉਂਕਿ ਪੜ੍ਹੇ ਲਿਖੇ ਹੁੰਦੇ ਨੇ, ਇੰਟੈਲੀਜੈਂਟ ਹੁੰਦੇ ਨੇ। ਉਹ ਕਹਿੰਦਾ ਕਿ ਸਿੱਖਾਂ ਨੂੰ ਮੈਂ ਅਧਿਐਨ ਕੀਤਾ, ਸਿੱਖਾਂ ਦੀਆਂ ਅਵਸਥਾਵਾਂ ਹੁੰਦੀਆਂ ਨੇ ਕਿ ਜਿਹੜਾ ਵੀ ਉਹਨਾਂ ਦਾ ਮਾਲਕ ਹੋਵੇ, ਤੁਰੰਤ ਜਿਹਨੂੰ ਮਾਲਕ ਸਮਝ ਲੈਣ, ਉਹਦੇ ਉਹ ਵਫਾਦਾਰ ਹੁੰਦੇ ਨੇ। ਹੁਣ ਗੱਲ ਇਹ ਹੈ ਕਿ ਉਹ ਮਾਲਕ ਸਿੱਖ ਜਿਹੜਾ ਹੈ, ਉਹ ਮਾਲਕ ਉਸ ਨੌਕਰੀ ਦੇਣ ਵਾਲੇ ਨੂੰ ਸਮਝਦਾ, ਉਹਨੂੰ ਮਾਲਕ ਚਿਤਵਦਾ, ਜਾਂ ਆਪਣੇ ਗੁਰੂ ਨੂੰ ਚਿਤਵਦਾ। ਹੁਣ ਉਸ ਦਿਨ ਤੋਂ, ਉਸ ਗੱਲ ਦੇ ਸਫ਼ਰ ਤੋਂ ਲੈ ਕੇ ਸ਼ਹੀਦ ਬੇਅੰਤ ਸਿੰਘ ਦਾ ਇੱਕ ਸਫ਼ਰ ਹੈ। ਇਹ ਘਟਨਾ ਜਿਹੜੀ ਮੈਂ ਦੱਸੀ ਹੈ ਤੁਹਾਨੂੰ, ਇਹ ਦਰਬਾਰ ਸਾਹਿਬ ਦੇ ਹਮਲੇ ਤੋਂ
ਕਈ ਮਹੀਨੇ ਪਹਿਲਾਂ ਦੀ ਹੈ। ਉਸ ਵੇਲੇ ਤੱਕ ਬੇਅੰਤ ਸਿੰਘ ਨੇ ਸ਼ਾਇਦ ਇੰਦਰਾ ਗਾਂਧੀ ਦੀਆਂ ਪੰਜਾਬ ਬਾਰੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ, ਪੰਜਾਬ ਦੀਆਂ ਸਮੱਸਿਆਵਾਂ ਬਾਰੇ, ਪੰਜਾਬ ਦੇ ਆਰਥਿਕ ਮੁੱਦਿਆਂ ਬਾਰੇ ਜਾਂ ਅਕਾਲੀ ਦਲ ਦੇ ਲੀਡਰਾਂ ਬਾਰੇ ਜਿਹੜੀਆਂ ਬਿਆਨਬਾਜ਼ੀਆਂ ਨੇ ਉਹ ਵੀ ਸੁਣੀਆਂ ਹੋਣਗੀਆਂ। ਕਈ ਵਾਰ ਉਹ ਇੰਦਰਾ ਗਾਂਧੀ ਦੀ ਜਿਹੜੀ ਨਿੱਜੀ ਗਾਰਡ ਆ ਉਹਦੇ ਵਿੱਚ ਵੀ ਜਿਹੜਾ ਹੈ ਉਹਦੀ ਡਿਊਟੀ ਲੱਗ ਜਾਂਦੀ ਸੀ ਭਾਈ ਬੇਅੰਤ ਸਿੰਘ ਹੋਰਾਂ ਦੀ। ਸੋ ਉਹ ਕਾਫੀ ਚੰਗੀ ਤਰ੍ਹਾਂ ਉਹ ਸਾਰੇ ਮਾਹੌਲ ਨੂੰ, ਖਾਸ ਕਰਕੇ ਪੰਜਾਬ ਦੀ ਰਾਜਨੀਤੀ ਨੂੰ ਸਮਝਦੇ ਹੋਣਗੇ। ਕਹਿੰਦੇ ਨੇ ਸਤਵੰਤ ਸਿੰਘ ਨੇ ਫਿਰ ਦੱਸਿਆ ਆਪਣੇ ਪਿਤਾ ਨੂੰ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਉਸ ਵੇਲੇ ਇੰਦਰਾ ਗਾਂਧੀ ਜਿਹੜੀ ਹੈ ਉਹ ਬੇਅੰਤ ਸਿੰਘ ਨੂੰ ਨਾਲ ਲੈ ਜਾਂਦੀ ਹੈ ਦਰਬਾਰ ਸਾਹਿਬ। ਹਮਲੇ ਤੋਂ ਤੁਰੰਤ ਬਾਅਦ ਮੱਥਾ ਟੇਕਣ ਜਾਂਦੀ ਹੈ, ਜਿਹੜਾ ਉਹ ਪਖੰਡ ਕਰਦੀ ਹੈ ਜਾਂ ਜਿਸ ਤਰੀਕੇ ਨਾਲ ਉਹਦੇ ਮਨ ਦੇ ਵਿੱਚ ਜੋ ਕੁਰਬਲ ਉਸ ਵੇਲੇ ਹੋ ਰਹੀ ਸੀ ਕਿ ਮੈਂ ਜਾ ਕੇ ਦੇਖਾਂ ਕਿ ਉੱਥੇ ਕਿਸ ਤਰੀਕੇ ਨਾਲ ਭਾਰਤੀ ਫੌਜ ਨੇ ਆਪਣੀ ਡਿਊਟੀ ਨਿਭਾਈ ਹੈ, ਕਿਸ ਤਰੀਕੇ ਨਾਲ ਉਹਨਾਂ ਨੇ ਕਾਰਜ ਕੀਤਾ, ਕਿਸ ਤਰੀਕੇ ਨਾਲ ਜਿਹੜਾ ਹੈ ਉਹ ਸਿੱਖਾਂ ਦੀ ਫੌਜ ਦੇ ਨਾਲ ਭਾਰਤੀ ਫੌਜ ਨੇ ਮੁਕਾਬਲਾ ਕੀਤਾ। ਇੱਕ ਗੈਸਚਰ ਹੁੰਦਾ ਫੌਜ ਨੂੰ ਥਪਾਉਣ ਦਾ ਵੀ, ਉਹਨੂੰ ਸ਼ਾਬਾਸ਼ ਦੇਣ ਦਾ ਵੀ, ਤੇ ਸਿੱਖਾਂ ਨੂੰ ਚੜਾਉਣ ਦਾ ਵੀ ਕਿ ਹੁਣ ਦੇਖੋ ਮੈਂ ਮੱਥਾ ਟੇਕਣ ਆਈ ਹਾਂ, ਇਸ ਤੋਂ ਪਹਿਲਾਂ ਮੈਂ ਮੱਥਾ ਟੇਕਣ ਨਹੀਂ ਸੀ ਆ ਸਕਦੀ। ਹੁਣ ਭਿੰਡਰਾਂਵਾਲੇ ਨੂੰ ਖਤਮ ਕਰ ਦਿੱਤਾ, ਸਿੱਖਾਂ ਦੀ ਧੌਣ ਦੇ ਉੱਤੇ ਗੋਡਾ ਰੱਖ ਦਿੱਤਾ ਤੇ ਹੁਣ ਮੈਂ ਆਈ ਹਾਂ। ਤੇ ਉਸ ਵੇਲੇ ਸਾਰਿਆਂ ਨੂੰ ਯਾਦ ਹੋਏਗਾ ਦੂਰਦਰਸ਼ਨ ਦੇ ਉੱਤੇ ਸਾਰਾ ਕੁਝ ਦਿਖਾਇਆ ਗਿਆ ਤੇ ਸ਼ਹੀਦ ਬੇਅੰਤ ਸਿੰਘ ਸਨ ਜਿਹੜੇ ਉਹ ਉਸ ਵੇਲੇ ਨਾਲ ਸੀ। ਤੇ ਸਤਵੰਤ ਸਿੰਘ ਆਪਣੇ ਪਿਤਾ ਨੂੰ ਦੱਸਦਾ ਕਿ ਉਸ ਵੇਲੇ ਬੇਅੰਤ ਸਿੰਘ ਨੇ ਕੰਧਾਂ ਦੇ ਉੱਤੇ ਖੂਨ ਦੇ ਨਿਸ਼ਾਨ, ਖੂਨ ਦੇ ਪੋਚੇ ਤੇ ਕੰਧਾਂ ਦੇ ਵਿੱਚ ਲੱਗੀਆਂ ਹੋਈਆਂ ਗੋਲੀਆਂ, ਦਰਬਾਰ ਸਾਹਿਬ ਦੇ ਵਿੱਚ ਸੋਨੇ ਦੇ ਪੱਤਰਿਆਂ ਦੇ ਵਿੱਚ ਲੱਗੀਆਂ ਹੋਈਆਂ ਗੋਲੀਆਂ ਤੇ ਢੱਠੇ ਹੋਏ ਅਕਾਲ ਤਖਤ ਨੂੰ ਦੇਖਿਆ। ਇਹ ਚੀਜ਼ਾਂ ਨੇ ਉਸ ਦੇ ਉੱਤੇ ਅਜਿਹਾ ਅਸਰ ਪਾਇਆ, ਇਹ ਚੀਜ਼ਾਂ ਨੇ, ਇਹ ਘਟਨਾਵਾਂ ਨੇ, ਇਹ ਚਿੰਨ੍ਹ ਸਨ ਜਿਹੜੇ ਬਣ ਗਏ। ਚਿੰਨ੍ਹ ਮਿਟਾਏ ਤਾਂ ਹੀ ਗਏ ਨੇ ਨਾ, ਇਹ ਅਕਤੂਬਰ 1984 ਤੋਂ ਬਾਅਦ ਮਿਟਾਏ ਗਏ ਨੇ ਸਾਰੇ ਚਿੰਨ੍ਹ, ਕਿਉਂਕਿ ਉਹਨਾਂ ਚਿੰਨ੍ਹਾਂ ਨੇ, ਅਸੀਂ ਵਾਰ-ਵਾਰ ਕਹਿੰਦੇ ਹਾਂ ਕਿ ਇੱਕ ਸਾਜ਼ਿਸ਼ ਦੇ ਤਹਿਤ ਇਹ ਸਾਰੇ ਜਿਹੜੇ ਨਿਸ਼ਾਨ ਸਨ ਖਤਮ ਕੀਤੇ ਗਏ ਹੌਲੀ ਹੌਲੀ। ਉਹ ਐਸੇ ਕਰਕੇ ਖਤਮ ਕੀਤੇ ਗਏ ਕਿ ਉਹਨਾਂ ਨਿਸ਼ਾਨਾਂ ਦਾ ਸਭ ਤੋਂ ਵੱਡਾ ਤੇ ਸਭ ਤੋਂ ਪਹਿਲਾ ਅਸਰ ਜਿਹੜਾ ਹੈ ਉਹ ਭਾਈ ਬੇਅੰਤ ਸਿੰਘ ਦੇ ਉੱਤੇ ਹੁੰਦਾ ਤੇ ਉਹ ਨਿਸ਼ਾਨ ਨੇ ਜਿਹੜੇ ਉਹ ਭਾਈ ਬੇਅੰਤ ਸਿੰਘ ਨੂੰ ਚੇਤਾ ਕਰਾਉਂਦੇ ਨੇ ਕਿ ਇੰਦਰਾ ਗਾਂਧੀ ਤੇਰੀ ਅਸਲ ਮਾਲਕ ਨਹੀਂ ਹੈ, ਅਸਲ ਮਾਲਕ ਤੇਰਾ ਗੁਰੂ ਹੈ। ਸੋ ਉੱਥੋਂ ਇਹ ਸਾਰਾ ਕੁਝ, ਇਹ ਸਮਾਂ ਜਿਹੜਾ ਹੈ ਕਰਵਟ ਲੈਂਦਾ ਤੇ ਉੱਥੋਂ ਉਹਦੇ ਮਨ ਦੇ ਵਿੱਚ ਅਸਲ ਮਾਲਕ ਦੀ ਪਹਿਚਾਣ ਜਿਹੜੀ ਹੈ ਉਸ ਦੇ ਪ੍ਰਤੀ ਸਮਰਪਣ ਦੀ ਭਾਵਨਾ ਜਾਗਦੀ ਹੈ ਤੇ ਉਹ ਅੱਗੇ ਵਧਦੇ ਨੇ। ਇਹ ਸਿੱਖਾਂ ਦੀ ਮਨੋ ਅਵਸਥਾ। ਉਹ ਜਦੋਂ ਵਾਪਸ ਆਉਂਦਾ ਅਫਸਰ ਇੰਦਰਾ ਗਾਂਧੀ ਨੂੰ ਮਿਲ ਕੇ ਤਾਂ ਉਹ ਫਿਰ ਉੱਥੇ ਆ ਕੇ ਬੇਅੰਤ ਸਿੰਘ ਨੂੰ ਸ਼ਾਬਾਸ਼ ਦਿੰਦਾ ਤੇ ਕਹਿੰਦਾ ਕਿ ਮੈਂ ਤੇਰੀ ਤਾਰੀਫ ਕਰਕੇ ਆਇਆ ਮੈਡਮ ਕੋਲ। ਤੇ ਉੱਥੇ ਇੱਕ ਲਾਈਨ ਬੋਲਦਾ ਇਹੋ ਕਿ ਸਿੱਖਾਂ ਦੀ ਜਿਹੜੀ ਮਨੋ ਅਵਸਥਾ ਉਹ ਆਪਣੇ ਮਾਲਕ ਪ੍ਰਤੀ ਸੰਪੂਰਨ ਪੂਰੀ ਵਫਾਦਾਰੀ ਦੀ ਪਹੁੰਚ ਲੈ ਕੇ ਚੱਲਦੀ ਹੈ। ਇਹ ਗੱਲ ਦੇ ਉੱਤੇ ਆਪਾਂ ਅੱਜ ਵਿਚਾਰ ਵਟਾਂਦਰਾ ਕਰਾਂਗੇ ਤੁਹਾਡੇ ਨਾਲ ਕਿ ਕਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਪੰਜਾਬ ਦੀ ਆਜ਼ਾਦੀ ਦਾ ਜਿਹੜਾ ਪਿਛੋਕੜ ਹੈ, ਪੰਜਾਬ ਦੀ ਆਜ਼ਾਦੀ ਦੀ ਜਿਹੜੀ ਗੱਲ ਹੈ ਉਹਦੇ ਨਾਲ ਜੁੜਿਆ ਹੋਇਆ। ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਵੱਖ-ਵੱਖ ਮਿਸਲਾਂ ਦੇ ਜਿਹੜੇ ਅੰਦਰੂਨੀ ਝਗੜੇ ਸਨ ਉਹਨਾਂ ਤੋਂ ਵਾਸਤਾ ਹੋ ਕੇ ਜਿਹੜਾ ਹੈ ਆਪਣੀ ਮਿਸਲ ਜਿਹੜੀ ਹੈ ਸ਼ੁਕਰ ਚੱਕੀਆ ਮਿਸਲ, ਉਸ ਦੀ ਕਮਾਨ ਹਾਲੇ ਸੰਭਾਲਿਆ ਉਹਨੂੰ ਕੁਝ ਸਾਲ ਹੋਏ ਸਨ ਕਿ ਲਾਹੌਰ ਦੇ ਵਿੱਚ ਜਿਹੜਾ ਹੈ ਗੜਬੜ ਵਾਲਾ ਮਾਹੌਲ ਚੱਲ ਰਿਹਾ ਸੀ। ਉੱਥੇ ਅਫਗਾਨ ਜਿਹੜੇ ਲੋਕ ਸਨ ਉਹ ਦੂਜੇ ਚੌਥੇ ਦਿਨ ਹਮਲੇ ਕਰਕੇ ਆ ਕੇ ਲੁੱਟ ਕੇ ਲੈ ਜਾਂਦੇ ਸਨ ਤੇ ਹਾਲਾਤ ਇਹੋ ਜਿਹੇ ਸਨ ਕਿ ਉਹਨਾਂ ਕੋਲ ਕੋਈ ਚਾਰਾ ਨਹੀਂ ਸੀ। ਠੀਕ ਹੈ, ਸ਼ੁਕਰ ਚੱਕੀਆ ਮਿਸਲ ਦਾ ਇੱਕ ਬਹੁਤ ਵੱਡਾ ਇਲਾਕਾ ਸੀ ਆਪਣਾ, ਪਰ ਆਪਣੀ ਫੌਜ ਸੀ, ਤਕੜੀ ਫੌਜ ਸੀ। ਬਾਕੀ ਮਿਸਲਾਂ ਨਾਲੋਂ ਜਿਹੜਾ ਹੈ
ਉਹ ਇਸ ਕਾਰਨ ਵੱਖਰਾ ਸੀ ਕਿਉਂਕਿ ਬਾਕੀ ਦੀਆਂ ਜਿਹੜੀਆਂ ਮਿਸਲਾਂ ਸਨ ਉਹ ਪੂਰਬੀ ਭਾਰਤ ਵੱਲ, ਤੇ ਅਸੀਂ ਦੇਖਦੇ ਹਾਂ ਕਿ ਉੱਤਰ ਵਿੱਚ ਪੂਰਬੀ ਭਾਰਤ ਵੱਲ ਸਨ ਇੱਧਰਲੇ ਪਾਸੇ, ਤੇ ਸਿਰਫ ਸ਼ੁਕਰ ਚੱਕੀਆ ਮਿਸਲ ਸੀ ਜਿਹੜੀ ਪਠਾਨਾਂ ਦੇ ਨਾਲ ਸਿੱਧਾ ਖਹਿੰਦੀ ਸੀ। ਸਿੱਧੀ ਲੜਾਈ ਸ਼ੁਕਰ ਚੱਕੀਆ ਮਿਸਲ ਦੀ ਹੁੰਦੀ ਸੀ। ਪਠਾਨਾਂ ਦੇ ਨਾਲ ਮੁਗਲ ਜਿਹੜੇ ਧਾੜਵੀ ਸਨ, ਲੁਟੇਰੇ ਸਨ, ਉਹਨਾਂ ਦੇ ਨਾਲ ਸਿੱਧੀ ਉਹਨਾਂ ਦੇ ਨਾਲ ਦਸਤ ਪੰਜਾ ਹੁੰਦਾ ਸੀ। ਸੋ ਇਹਦੇ 'ਚ ਜਿਹੜਾ ਲਾਹੌਰ ਸੀ ਇਹ ਬੜੇ ਬੁਰੇ ਤਰੀਕੇ ਨਾਲ ਪਿਸ ਰਿਹਾ ਸੀ। ਲਾਹੌਰ ਦੇ ਜਿਹੜੇ ਚੌਧਰੀ ਸਨ ਜ਼ਿਆਦਾ ਮੁਸਲਮਾਨ ਸਨ ਵੱਡੇ, ਤੇ ਮੁਸਲਮਾਨ ਚੌਧਰੀਆਂ ਨੂੰ ਇੱਕੋ ਇੱਕ ਜਿਹੜਾ ਇਲਾਜ ਸੀ, ਇੱਕੋ ਇੱਕ ਜਿਹੜਾ ਇਸ ਮਾਰਾਮਾਰੀ ਦਾ, ਇਸ ਸਿਵਲ ਵਾਰ ਦਾ, ਤੇ ਇਹ ਜਿਹੜੀ ਖਾਨਾ ਜੰਗੀ ਚੱਲ ਰਹੀ ਸੀ, ਚਾਹੇ ਦੂਜੇ ਚੌਥੇ ਦਿਨ ਲੁੱਟਮਾਰ ਹੁੰਦੀ ਸੀ, ਕਤਲੋਗਾਰਤ ਹੁੰਦੀ ਸੀ, ਉਹਦਾ ਇੱਕੋ ਇੱਕ ਇਲਾਜ ਇਹ ਮਿਲਿਆ ਕਿ ਉਹ ਹਾਲੇ ਆਪਣੀ ਜਿਹੜੀ ਜਵਾਨੀ ਦੇ ਵਿੱਚ ਪੈਰ ਧਰਨ ਜਾ ਰਹੇ ਇੱਕ ਮਿਸਲ ਦੇ ਸਰਦਾਰ, ਬੜੀ ਛੋਟੀ ਉਮਰ ਦੇ ਨੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ, ਉਹਦੇ ਪੈਰਾਂ ਵਿੱਚ ਜਾ ਡਿੱਗਦੇ ਨੇ ਕਿ ਤੁਸੀਂ ਦਵਾਈ ਹੋ ਸਾਡੀ, ਤੁਸੀਂ ਸਾਡਾ ਇਲਾਜ ਹੋ, ਤੁਸੀਂ ਸਾਨੂੰ ਖੁਸ਼ਹਾਲੀ ਦੇ ਰਾਹ ਪਾ ਸਕਦੇ ਹੋ, ਤੇ ਅਸੀਂ ਤੁਹਾਡੀ ਮਦਦ ਕਰਨ ਲਈ ਤਿਆਰ ਹਾਂ। ਤੁਸੀਂ ਲਾਹੌਰ ਦੇ ਉੱਤੇ ਜਿਹੜਾ ਹੈ ਆਪਣਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਲਾਹੌਰ ਦਾ, ਉਹ ਆਪਣੇ ਹੱਥਾਂ 'ਚ ਲੈ ਲਓ। ਸੋ ਸਿੱਧਾ ਇਹ ਸੀ ਕਿ ਤੁਸੀਂ ਲਾਹੌਰ ਦੇ ਉੱਤੇ ਆ ਕੇ ਕਬਜ਼ਾ ਕਰ ਲਓ, ਲਾਹੌਰ ਨੂੰ ਆਪਣੀ ਸਲਤਨਤ ਦੇ ਵਿੱਚ, ਆਪਣੇ ਰਾਜ ਦੇ ਵਿੱਚ, ਆਪਣੀ ਰਿਆਸਤ ਦੇ ਵਿੱਚ, ਆਪਣੀ ਮਿਸਲ ਦੇ ਇਲਾਕੇ ਦੇ ਵਿੱਚ ਮਿਲਾ ਲਓ। ਇਹ ਇਤਿਹਾਸ ਦੇ ਵਿੱਚ ਅਸੀਂ ਜਦੋਂ ਇਤਿਹਾਸ ਦੇ ਰੂਬਰੂ ਹੁੰਦੇ ਹਾਂ, ਇਤਿਹਾਸ ਦੀ ਗੱਲ ਕਰਦੇ ਹਾਂ, ਤਾਂ ਇਹ ਆਪਣੇ ਆਪ ਦੇ ਵਿੱਚ ਜਿਹੜਾ ਹੈ ਉਹ ਹੈ। ਹੁਣ ਅੱਜ ਜਿਹੜੀ ਭਾਰਤ ਦੀ ਦਸ਼ਾ, ਕਿ ਇਹ ਉਸ ਵੇਲੇ ਦੇ ਲਾਹੌਰ ਦੀ ਦਸ਼ਾ ਦੇ ਬਰਾਬਰ ਨਹੀਂ ਹੈ। ਤੇ ਜੇ ਅਸੀਂ ਅਧਿਐਨ ਕਰੀਏ, ਜਿਵੇਂ ਵਿਜੇ ਮਾਲਿਆ ਤੇ ਜਿਹੜੇ ਚੌਕਸੀ ਵਰਗੇ ਨੇ ਤੇ ਮੋਦੀ ਵਰਗੇ ਜਿਹੜੇ ਲੋਕ ਨੇ, ਭਾਵੇਂ ਉਹ ਕਰੋੜਾਂ ਰੁਪਈਆ, ਹਜ਼ਾਰਾਂ ਕਰੋੜ ਰੁਪਈਆ ਜਿਹੜਾ ਹੈ ਉਹ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੈ ਜਿਹੜੀ, ਉਹ ਲੈ ਕੇ ਭੱਜੇ ਹੋਏ ਨੇ, ਬੈਂਕਾਂ ਤੋਂ ਕਰਜ਼ੇ ਲੈ ਕੇ ਭੱਜੇ ਹੋਏ ਨੇ, ਇੱਕ ਬਹੁਤ ਜ਼ਿਆਦਾ ਜਿਹੜੀ ਸਿੱਧੀ ਪਲੈਨਿੰਗ ਦੇ ਤਹਿਤ। ਸੋ ਉਹ ਲੈ ਕੇ ਭੱਜੇ ਹੋਏ ਨੇ, ਤੇ ਇਸ ਵੇਲੇ ਭਾਰਤ ਦੇ ਵੱਖ-ਵੱਖ ਮਹਿਕਮਿਆਂ ਦੇ ਵਿੱਚ ਜਿਸ ਤਰੀਕੇ ਨਾਲ ਭ੍ਰਿਸ਼ਟਾਚਾਰ, ਠੱਗੀ ਠੋਰੀ, ਸਕੈਂਡਲ ਹੋ ਰਹੇ ਨੇ, ਜਾਂ ਜਿਸ ਤਰੀਕੇ ਨਾਲ ਉਹਨਾਂ ਨੂੰ ਹੁਣ ਵੇਚ ਦਿੱਤਾ ਗਿਆ ਪ੍ਰਾਈਵੇਟ ਲੋਕਾਂ ਦੇ ਕੋਲ, ਤਾਂ ਉੱਥੋਂ ਇਹ ਅਸੀਂ ਤੱਤ ਕੱਢ ਸਕਦੇ ਹਾਂ ਕਿ ਇਸ ਵੇਲੇ ਭਾਰਤ ਦੀ ਜਿਹੜੀ ਹਾਲਤ ਹੈ ਉਸ ਵੇਲੇ ਦੇ ਲਾਹੌਰ ਦੀ ਹਾਲਤ ਤੋਂ ਕਿਤੇ ਜ਼ਿਆਦਾ ਮਾੜੀ ਹੈ। ਲਾਹੌਰ ਨੂੰ ਲੁੱਟਦੇ ਸਨ ਧਾੜਵੀ, ਲੁੱਟਦੇ ਸਨ ਲੁਟੇਰੇ, ਲੁੱਟਦੇ ਸਨ ਵਿਦੇਸ਼ੀ ਜਿਹੜੇ ਹਮਲਾਵਰ ਸਨ, ਉਹ ਲੁੱਟਦੇ ਸਨ। ਪਰ ਭਾਰਤ ਦੇ ਵਿੱਚ ਲੋਕਾਂ ਦੇ ਲਈ ਮੁਸ਼ਕਲ ਹਾਲਤ ਇਹ ਬਣੀ ਹੋਈ ਹੈ ਕਿ ਇਸ ਵੇਲੇ ਭਾਰਤ ਨੂੰ ਭਾਰਤ ਦੇ ਹੀ ਸੇਵਕ, ਸੇਵਾਦਾਰ, ਚੌਕੀਦਾਰ ਕਹਾਉਣ ਵਾਲੇ ਲੋਕ ਨੇ ਜਿਹੜੇ, ਉਹ ਲੁੱਟ ਰਹੇ ਨੇ। ਲੋਕਾਂ ਨੂੰ ਮੁਸ਼ਕਲ ਇਹ ਹੈ ਕਿ ਉਹਨਾਂ ਨੂੰ ਪਹਿਚਾਣ ਨਹੀਂ ਆ ਰਹੀ ਕਿ ਉਹ ਦੁਸ਼ਮਣ ਨੇ, ਆਪਣੇ ਨੇ, ਜਾਂ ਕੌਣ ਨੇ। ਕਿਉਂਕਿ ਜੇ ਦੁਸ਼ਮਣ ਹੋਵੇ ਉਸ ਦਾ ਮੁਕਾਬਲਾ ਉਹ ਕਰ ਸਕਦੇ ਨੇ, ਉਹ ਕਰਨ ਬਾਰੇ, ਦੁਸ਼ਮਣ ਦਾ ਮੁਕਾਬਲਾ ਕਰਨ ਬਾਰੇ ਸੋਚ ਸਕਦੇ ਨੇ। ਪਰ ਇਹ ਹਾਲਤ ਜਿਹੜੀ ਹੈ ਹੁਣ, ਬਿਲਕੁਲ ਮੈਨੂੰ ਲੱਗਦਾ ਕਿ ਸਾਡੇ ਚੋਂ ਬਹੁਤ ਸਾਰੇ ਲੋਕ ਮਹਾਰਾਜਾ ਰਣਜੀਤ ਸਿੰਘ ਦਾ ਰੋਲ ਅਦਾ ਕਰਨ ਦੀ ਜਿਹੜੀ ਪਹਿਲ ਕਦਮੀ ਹੈ ਉਹ ਕਰ ਸਕਦੇ ਨੇ। ਬਹੁਤ ਸਾਰੇ ਲੋਕ ਭਾਵੇਂ ਇਸ ਤਰੀਕੇ ਨਾਲ ਦੇਖ ਰਹੇ ਨੇ ਅੱਜ ਸਿੱਖਾਂ ਵੱਲ, ਭਾਰਤ ਦੇ ਲੋਕ, ਕਿ ਕਿਤੇ ਉਹਨਾਂ ਦੇ ਵੀ ਇਲਾਜ ਲਈ ਕੋਈ ਬੂਟੀ ਜਿਹੜੀ ਹੈ ਉਹ ਪੰਜਾਬ ਤੋਂ ਮਿਲੇਗੀ। ਪਰ ਕੀ ਹੈ ਕਿ ਪੰਜਾਬ ਦੀ ਜਿਹੜੀ ਹਾਲਤ ਹੈ, ਪੰਜਾਬ ਦੀ ਸਥਿਤੀ ਹੈ, ਠੀਕ ਹੈ ਕਿ ਭਾਰਤ ਬਾਕੀ ਸਾਰੇ ਮਾਮਲਿਆਂ ਦੇ ਵਿੱਚ ਬੈਕਫੁੱਟ ਤੇ ਹੈ, ਪਰ ਪੰਜਾਬ ਦੇ ਉੱਤੇ ਜਿਹੜਾ ਉਸਦਾ ਦਸਤ ਪੰਜਾ ਹੈ ਉਸ ਨੂੰ ਢਿੱਲਾ ਕਰਨ ਲਈ ਤਿਆਰ ਨਹੀਂ ਹੈ। ਪੰਜਾਬ ਤੋਂ ਉਸਦਾ ਦਸਤ ਪੰਜਾ ਢਿੱਲਾ ਹੋਇਆ ਨਹੀਂ ਕਿ ਉਸਦਾ ਪੂਰਾ ਭਾਰਤ ਜਿਹੜਾ ਹੈ, ਵੱਖ-ਵੱਖ ਸਟੇਟਾਂ ਨੇ ਉਹ ਬਿਖਰ ਜਾਣੀਆਂ ਨੇ। ਹੁਣ ਉਹ ਗੱਲ ਅਸੀਂ ਆਮ ਤੌਰ ਦੇ ਉੱਤੇ ਸੁਣਦੇ ਹੁੰਦੇ ਹਾਂ ਕਿ ਜੱਟ ਨੂੰ ਬਾਣੀਏ ਨੇ ਢਾਲਿਆ, ਜੱਟ ਕਹਿੰਦਾ ਕਿ ਹੁਣ ਇੱਕ ਵਾਰ ਉੱਠ ਲੈਣ ਦੇ। ਹੁਣ ਬਾਣੀਆ ਡਰਦਾ ਮਾਰਿਆ ਹੀ ਉਹਦੇ ਤੋਂ, ਉਹਨੂੰ ਉੱਠਣ ਨਹੀਂ ਦੇ ਰਿਹਾ ਹੈਗਾ। ਗੱਲ, ਹਾਲਾਤ ਇਹ ਬਣੇ ਹੋਏ ਨੇ। ਤੇ ਪੰਜਾਬ ਦੀ ਆਜ਼ਾਦੀ ਦਾ ਜਿਹੜਾ ਪਿਛੋਕੜ ਹੈ, ਕਿਉਂਕਿ ਖੁੱਲੇ ਡੁੱਲੇ ਸੁਭਾਅ ਦੀ ਗੱਲਬਾਤ ਅਸੀਂ ਜਦੋਂ ਕਰਦੇ ਹਾਂ ਆਪਣੇ, ਜਾਂ ਮਿਸਲਾਂ ਦੇ ਦੌਰ ਦੇ ਵਿੱਚੋਂ ਗੁਰੂ ਪਾਤਸ਼ਾਹ ਦੀ ਜਿਹੜੀ ਰਹਿਮਤ ਦੇ ਨਾਲ
ਉਹਨਾਂ ਦੀ ਕਿਰਪਾ ਦੇ ਨਾਲ ਅਸੀਂ ਇੱਕ ਆਪਣਾ ਭਰਿਆ ਪੂਰਾ ਰਾਜ ਸਥਾਪਿਤ ਕਰਦੇ ਹਾਂ। ਉਹ ਰਾਜ ਜਿਹੜਾ ਹੈ ਕਿਤੇ ਨਾ ਕਿਤੇ ਥੋੜ੍ਹੀਆਂ ਬਹੁਤੀਆਂ ਅਸੀਂ ਜਦੋਂ ਊਣਤਾਈਆਂ ਗਿਣਦੇ ਹਾਂ ਜਾਂ ਅਸੀਂ ਕਹਿੰਦੇ ਹਾਂ ਕਿ ਗਲਤੀਆਂ ਹੋਈਆਂ ਸਿੱਖਾਂ ਦੇ ਬਾਦਸ਼ਾਹ ਕੋਲੋਂ, ਤਾਂ ਉਹਦੇ 'ਚ ਬ੍ਰਾਹਮਣਵਾਦ ਜਿਹੜਾ ਭਾਰੂ ਹੋ ਕੇ ਉਹ ਇੱਕ ਖਤਰਨਾਕ ਕਿਸਮ ਦਾ ਰੋਲ ਨਿਭਾਉਂਦਾ। ਤੇ ਜਿੰਨੇ ਵੀ ਲਾਹੌਰ ਦਰਬਾਰ ਦੇ ਵਿੱਚ ਕਤਲੋਗਾਰਤ ਹੁੰਦੀ ਹੈ ਉਹ ਡੋਕਰਿਆਂ ਦੇ ਰਾਹੀਂ ਤੇ ਉਹ ਕੁਟਲ ਨੀਤੀਆਂ ਦੇ ਰਾਹੀਂ ਅਸੀਂ ਦੇਖਦੇ ਹਾਂ ਹੁੰਦੀ ਹੈ। ਤੇ ਉਹਦਾ ਅਸੀਂ ਸੰਪੂਰਨ ਰੂਪ ਦੇ ਵਿੱਚ ਜਦੋਂ ਅਧਿਐਨ ਕਰਦੇ ਹਾਂ ਤਾਂ ਜਿਹੜਾ ਅਸਰ ਹੈ ਉਹ ਸਿੱਖ ਲੀਡਰਸ਼ਿਪ ਦੇ ਉੱਤੇ ਆ ਕੇ ਪੈਂਦਾ, ਭਵਿੱਖ ਦੀ ਸਿੱਖ ਲੀਡਰਸ਼ਿਪ ਦੇ ਉੱਤੇ ਆ ਕੇ ਪੈਂਦਾ। ਜਿਹੜੀਆਂ ਵੱਡੀਆਂ ਘਟਨਾਵਾਂ ਹੁੰਦੀਆਂ ਨੇ ਉਹ ਸਿੱਖ ਲੀਡਰਸ਼ਿਪ ਦੀ ਮਨੋਦਸ਼ਾ ਤੈਅ ਕਰਦੀਆਂ ਨੇ ਕਿ ਉਹ ਕਿਸ ਤਰੀਕੇ ਨਾਲ ਸੋਚਣ, ਕਿਸ ਤਰੀਕੇ ਨਾਲ ਵਿਹਾਰ ਕਰਨ, ਕਿਸ ਤਰੀਕੇ ਨਾਲ ਆਪਣੇ ਲੋਕਾਂ ਨੂੰ ਲੀਡ ਕਰਨ। ਇਹਨਾਂ ਗੱਲਾਂ ਦਾ ਸਾਰੀਆਂ ਦਾ ਅੱਗੇ ਜਾ ਕੇ ਲਿੰਕ ਬਣਦਾ 1947 ਦੇ ਵਿੱਚ ਹੋਈ ਕਤਲੋਗਾਰਤ ਤੇ। ਕਹਿੰਦੇ ਨੇ ਕਿ 1947 ਦੇ ਵਿੱਚ ਜਿਹੜੀ ਕਤਲੋਗਾਰਤ ਹੋਈ ਉਸ ਵੇਲੇ ਦੇ ਸਿੱਖ ਲੀਡਰ ਮਾਸਟਰ ਤਾਰਾ ਸਿੰਘ ਉੱਤੇ ਇੰਨਾ ਡੂੰਘਾ ਅਸਰ ਪਿਆ ਕਿ ਉਹ ਕਰੀਬ 3 ਮਹੀਨੇ ਤੱਕ ਬਿਲਕੁਲ ਬੋਲ ਨਹੀਂ ਸਨ ਸਕੇ। 3 ਮਹੀਨੇ ਤੱਕ ਨਹੀਂ ਸਨ ਬੋਲ ਸਕੇ। ਤੇ ਉਹ ਇੱਕ ਨਿਤਨੇਮੀ ਤੇ ਵੱਡੇ ਸਿੱਖ ਲੀਡਰ ਸਨ, ਸੀਨੀਅਰ ਸਿੱਖ ਲੀਡਰ ਸਨ। ਜੇਕਰ ਉਹਨਾਂ ਦੇ ਉੱਤੇ ਇਹ ਅਸਰ ਪਿਆ, ਜਿਹੜੇ ਬਾਕੀ ਬਲਦੇਵ ਸਿੰਘ ਜਾਂ ਸਵਰਨ ਸਿੰਘ ਜਾਂ ਹੋਰ ਹੁਕਮ ਸਿੰਘ, ਇਹਨਾਂ ਨੇ ਤਾਂ ਸਿੱਖਾਂ ਨੂੰ ਮਰਵਾਉਣ ਦੀ, ਸਿੱਖਾਂ ਨੂੰ ਖਤਮ ਕਰਵਾਉਣ ਦੀ ਆਪਣੇ ਨਿੱਜੀ ਹਿੱਤਾਂ ਲਈ ਪੂਰੀ ਕੋਸ਼ਿਸ਼ ਕੀਤੀ। ਉਹਨਾਂ ਦੇ ਉੱਤੇ ਇਸ ਗੱਲ ਦਾ ਅਸਰ ਨਹੀਂ ਸੀ ਪੈਣਾ। ਪਰ ਜਿਨ੍ਹਾਂ ਦੇ ਘਰ ਉਜੜੇ, ਜਿਨ੍ਹਾਂ ਦੇ ਸਕੇ ਸੰਬੰਧੀਆਂ ਦੇ ਕਤਲ ਹੋਏ, ਜਿਨ੍ਹਾਂ ਨੂੰ ਸਾਰਾ ਕੁਝ ਆਪਣਾ ਛੱਡ ਕੇ ਗਲੀਆਂ ਦੇ ਵਿੱਚ ਭਟਕਣਾ ਪਿਆ, ਤੇ ਮਾਸਟਰ ਤਾਰਾ ਸਿੰਘ, ਇਹਨਾਂ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਅਸਰ ਪਿਆ ਉਹਨਾਂ ਦਾ। ਸੋ ਉਹ ਚੀਜ਼ਾਂ ਦਾ ਪੰਜਾਬੀ ਸੂਬਾ ਮੋਰਚਾ ਤੇ ਉਸ ਤੋਂ ਬਾਅਦ ਦੇ ਸੰਘਰਸ਼ ਦੇ ਉੱਤੇ ਜਿਹੜੀ ਸਿੱਖ ਲੀਡਰਸ਼ਿਪ ਉਸ ਵੇਲੇ ਅਗਵਾਈ ਕਰਨ ਲਈ ਹੁੰਦੀ ਹੈ ਸਿੱਖਾਂ ਦੀ, ਉਹਦੇ ਮਨ ਦੇ ਉੱਤੇ ਵੀ ਅਸਰ ਪਿਆ। ਤੇ ਇਹ ਘਟਨਾਵਾਂ ਜਦੋਂ ਵੱਡੀਆਂ ਤਾਕਤਾਂ ਆਪਣੇ ਭਵਿੱਖ ਬਾਰੇ ਪੇਸ਼ਕਦਮੀਆਂ ਕਰਦੀਆਂ ਨੇ, ਵੱਡੇ ਵੱਡੇ ਫੈਸਲੇ ਲੈਂਦੀਆਂ ਨੇ, ਤਾਂ ਜਿਹੜੀਆਂ ਘੱਟ ਗਿਣਤੀਆਂ ਹੁੰਦੀਆਂ ਨੇ, ਖਾਸ ਕਰਕੇ ਬਹਾਦਰ ਘੱਟ ਗਿਣਤੀਆਂ, ਉਹਨਾਂ ਦੀ ਹੋਣੀ ਦੇ ਨਾਲ ਛੇੜਛਾੜ ਕਰਕੇ ਉਹਨਾਂ ਦੇ ਭਵਿੱਖ ਨੂੰ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਤੈਅ ਕੀਤਾ ਜਾਂਦਾ। ਸੋ ਜਦੋਂ ਅਸੀਂ ਪਿਛੋਕੜ ਵੱਲ ਝਾਤੀ ਮਾਰਦੇ ਹਾਂ, ਸਾਡਾ ਮਕਸਦ ਸਿਰਫ ਇਹ ਨਹੀਂ ਹੁੰਦਾ ਕਿ ਅਸੀਂ ਉਹਨਾਂ ਘਟਨਾਵਾਂ ਨੂੰ ਸਿਰਫ ਇਤਿਹਾਸਕ ਸੰਬੰਧ ਦੇ ਵਿੱਚ ਜਾਂ ਇਤਿਹਾਸਕ ਤੌਰ ਦੇ ਉੱਤੇ ਅਸੀਂ ਕੁਝ ਹਵਾਲੇ ਦੇਣ ਲਈ ਦੱਸ ਰਹੇ ਹਾਂ। ਉਹਨਾਂ ਦਾ ਸੰਬੰਧ ਸਾਡੀ ਮਾਨਸਿਕਤਾ ਦੇ ਨਾਲ ਜੁੜਿਆ ਹੁੰਦਾ, ਸਾਡੀ ਸੋਚਣ ਦੀ ਸ਼ਕਤੀ ਦੇ ਉੱਤੇ ਜੁੜਿਆ ਹੁੰਦਾ। ਅਸੀਂ ਉਹ ਘਟਨਾਵਾਂ ਨੂੰ ਭਾਵੇਂ ਨਾ ਦੇਖਿਆ ਹੋਵੇ ਜਾਂ ਅਸੀਂ ਉਦੋਂ ਹਾਲੇ ਨਾ ਜੰਮੇ ਹੋਈਏ, ਜਨਮ ਨਾ ਲਿਆ ਹੋਵੇ ਹਾਲੇ, ਪਰ ਉਹ ਗਾਹੇ ਬਗਾਹੇ ਅੱਖਰਾਂ ਦੇ ਰੂਪ ਦੇ ਵਿੱਚ, ਸ਼ਬਦਾਂ ਦੇ ਰੂਪ ਦੇ ਵਿੱਚ ਜਾਂ ਬਲੈਕ ਐਂਡ ਵਾਈਟ ਤਸਵੀਰਾਂ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਜਦੋਂ ਆਉਂਦੀਆਂ ਨੇ ਤਾਂ ਉਹ ਸਾਡੇ ਤੇ ਅਸਰ ਕਰਦੀਆਂ ਨੇ। ਇਹ ਚੀਜ਼ਾਂ ਨੂੰ ਜਦੋਂ ਸਿੱਖ ਬੱਚੇ ਦੇ ਮਨ ਦੇ ਵਿੱਚ ਅਸੀਂ ਧੁੰਦਲਾ ਹੋਇਆ ਦੇਖਦੇ ਹਾਂ, ਜਾਂ ਜਦੋਂ ਵੰਡ ਦੀਆਂ ਤਸਵੀਰਾਂ ਜਾਂ ਸਿੱਖਾਂ ਦੇ ਉੱਤੇ ਹੋਏ ਜ਼ੁਲਮ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਸਾਡੇ ਮਨਾਂ ਦੇ ਵਿੱਚ ਜਦੋਂ ਧੁੰਦਲੀਆਂ ਹੋਣੀਆਂ ਸ਼ੁਰੂ ਹੋਈਆਂ, ਤਾਂ ਕੇਂਦਰ ਸਰਕਾਰ ਨੂੰ, ਹਿੰਦੂ ਤਵੀ ਤਾਕਤਾਂ ਨੂੰ, ਬ੍ਰਾਹਮਣਵਾਦੀ ਲੀਡਰਾਂ ਨੂੰ ਇਹ ਮਹਿਸੂਸ ਹੋਇਆ, ਉਹਨਾਂ ਨੇ ਇਹ ਅਧਿਐਨ ਕੀਤਾ ਕਿ ਹੁਣ ਸਿੱਖਾਂ ਨੂੰ ਦਬਾਉਣ ਲਈ, ਸਿੱਖਾਂ ਦੇ ਉੱਤੇ ਲੰਮੀ ਦੇਰ ਤੱਕ ਇੱਕ ਛਾਪ ਛੱਡਣ ਦੇ ਲਈ ਕੋਈ ਅਜਿਹੀ ਕਾਰਵਾਈ ਦੀ ਲੋੜ ਹੈ ਜਿਹੜੀ 1947 ਨੂੰ ਵੀ ਭੁਲਾ ਦੇਵੇ ਤੇ ਲੰਮੇ ਸਮੇਂ ਤੱਕ ਯਾਦ ਰਹੇ ਸਿੱਖਾਂ ਨੂੰ। ਸੋ ਬਨਿਸਬਤ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ। ਦਰਬਾਰ ਸਾਹਿਬ ਦੇ ਉੱਤੇ ਗੋਲੀਆਂ ਲੱਗੀਆਂ, ਗੋਲੀਆਂ ਦੇ ਨਿਸ਼ਾਨ ਲੰਮੀ ਦੇਰ ਤੱਕ ਰਹੇ। ਦਰਬਾਰ ਸਾਹਿਬ ਨੂੰ ਅਬਦਾਲੀ ਤੋਂ ਬਾਅਦ ਕਿਸੇ ਨੇ ਢਾਇਆ ਨਹੀਂ, ਢਾਇਆ ਸ਼੍ਰੀ ਅਕਾਲ ਤਖਤ ਸਾਹਿਬ ਨੂੰ। ਅਸੀਂ ਹਮਲਾ ਇਸ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਕਹਿੰਦੇ ਹਾਂ, ਤੇ ਨਿਰਸੰਦੇਹ ਸੱਚ ਦੇ ਵਿੱਚ ਇਹ ਹਮਲਾ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹੀ ਹਮਲਾ। ਕਿਉਂਕਿ ਜਦੋਂ ਕਿਸੇ ਮੁਲਕ ਦੇ ਉੱਤੇ ਕੋਈ ਦੂਜਾ ਮੁਲਕ ਹਮਲਾ ਕਰਦਾ ਤਾਂ ਉਸ ਦੀ ਉਹ ਰਾਜਧਾਨੀ ਦੇ ਉੱਤੇ
ਜਾਂ ਉਸ ਦੀ ਜਿਹੜੀ ਪਾਰਲੀਮੈਂਟ ਹੈ ਜਾਂ ਉਸ ਦੇ ਜਿਹੜੀ ਬਾਰੀਕਬੀਨੀ ਦੇ ਨਾਲ ਜਿਹੜੀ ਮਸ਼ੀਨਰੀ ਕੰਮ ਕਰਦੀ ਹੈ ਉਹਦੇ ਉੱਤੇ ਹਮਲਾ ਨਹੀਂ ਕਰਦਾ। ਉਹ ਸਰਹੱਦਾਂ ਤੇ ਹੀ ਹਮਲੇ ਕਰਦੇ ਨੇ। ਸਾਡੀ ਰਾਜਨੀਤਿਕ ਤਾਕਤ ਦਾ ਜਿਹੜਾ ਕੇਂਦਰ ਸੀ ਸ੍ਰੀ ਅਕਾਲ ਤਖਤ ਸਾਹਿਬ, ਇਹ ਤਾਂ ਉਸ ਨੂੰ ਢਾਇਆ ਗਿਆ। ਸਰਹੱਦ ਤੇ ਹਮਲਾ ਨਹੀਂ ਹੋਇਆ। ਸਾਡੇ ਨੌਜਵਾਨਾਂ ਦੇ ਉੱਤੇ ਠੀਕ ਹੈ ਝੂਠੇ ਪੁਲਿਸ ਮੁਕਾਬਲੇ ਕਰਕੇ ਇਹਨਾਂ ਨੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ, ਤੇ ਪਰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ, ਉਹ ਉਸ ਤੋਂ ਕਿਤੇ ਵੱਡੀ ਗੱਲ ਹੈ। ਇਹਦੇ 'ਚ ਅਸੀਂ ਵਾਰ-ਵਾਰ ਜਦੋਂ ਇਹ ਹਮਲੇ ਨੂੰ ਯਾਦ ਕਰਦੇ ਹਾਂ ਤਾਂ ਇਸ ਨੂੰ ਸਿੱਖਾਂ ਦੇ ਉੱਤੇ ਹਮਲਾ ਹੋਇਆ ਮੰਨਦੇ ਹਾਂ, ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਮੰਨਦੇ ਹਾਂ। ਬਿਲਕੁਲ ਗੱਲ ਸੱਚ ਹੈ। ਸਿੱਖਾਂ ਨੂੰ ਕਹਿੰਦੇ ਜਿਹੜਾ ਸਿੱਖਾਂ ਦੀ ਅੜ ਭੰਨਣ ਦੇ ਲਈ, ਸਿੱਖਾਂ ਨੂੰ ਲੰਮੇ ਸਮੇਂ ਤੱਕ ਉਹਨਾਂ ਦੇ ਚੇਤਿਆਂ ਦੇ ਵਿੱਚੋਂ ਜਿਹੜਾ 1947 ਨਿਕਲ ਕੇ ਆਜ਼ਾਦੀ ਦੀ ਇੱਕ ਨਵੀਂ ਰੌਂ ਉਗਮਣ ਲੱਗੀ ਸੀ, ਉਸ ਨੂੰ ਮਿਟਾਉਣ ਦੇ ਲਈ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਇਹ ਹਮਲਾ ਕੀਤਾ ਗਿਆ। ਇਹਦੇ 'ਚ ਜਿਹੜੀ ਮਾਨਸਿਕਤਾ ਹੈ ਸਾਡੀ ਨਵੇਂ ਸਿਰਿਓਂ ਤੈਅ ਹੁੰਦੀ ਹੈ। ਕੇਂਦਰੀ ਹਾਕਮਾਂ ਨੂੰ ਜਾਪਦਾ ਸੀ ਕਿ ਇਹ ਜਿਹੜੇ ਸਿੱਖ ਨੇ ਜੂਨ 1984 ਦੇ ਵਿੱਚ ਜਿਹੜਾ ਹਮਲਾ ਇਹਨਾਂ ਦੇ ਉੱਤੇ ਕੀਤਾ ਅਸੀਂ, ਇਹਦੇ ਨਾਲ ਇਹ ਪੱਕੇ ਤੌਰ ਦੇ ਉੱਤੇ ਦਬ ਜਾਣਗੇ, ਇਹ ਸਿਰ ਨਹੀਂ ਚੁੱਕਣਗੇ ਮੁੜ ਕੇ। ਪਰ ਕੁਝ ਮਹੀਨਿਆਂ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਇੰਦਰਾ ਗਾਂਧੀ ਦਾ ਸੌਦਾ ਲਾਇਆ ਜਾਣਾ ਤੇ ਪੰਜਾਬ ਦੇ ਵਿੱਚ ਇੱਕ ਵੱਡੇ ਪੱਧਰ ਦੇ ਉੱਤੇ ਲਹਿਰ ਚੱਲਣੀ। ਇਹ ਆਪਣੇ ਆਪ ਦੇ ਵਿੱਚ ਤੈਅ ਕਰਦਾ ਕਿ ਸਿੱਖਾਂ ਦੇ ਉੱਤੇ ਕੀਤਾ ਗਿਆ ਇਹ ਹਮਲਾ, ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਕੀਤਾ ਗਿਆ ਇਹ ਹਮਲਾ, ਇਹ ਸਿੱਖਾਂ ਦੀ ਮਾਨਸਿਕਤਾ ਨੂੰ ਜਿੱਥੇ ਹੋਰ ਜ਼ਿਆਦਾ ਪੰਗੂ ਬਣਾਉਣ ਲਈ, ਹੋਰ ਜ਼ਿਆਦਾ ਗੁਲਾਮ ਬਣਾਉਣ ਦੇ ਲਈ ਇੱਕ ਟੈਸਟ ਕੀਤਾ ਗਿਆ ਸੀ, ਇਸ ਨੂੰ ਉਸ ਤਰੀਕੇ ਨਾਲ ਅਸਰ ਪਾਉਣ ਲਈ ਕੀਤਾ ਗਿਆ ਸੀ, ਉਸ ਤਰੀਕੇ ਨਾਲ ਇਹਦੇ ਨਤੀਜੇ ਕੇਂਦਰ ਸਰਕਾਰ ਨੂੰ, ਦਿੱਲੀ ਦੇ ਹਾਕਮਾਂ ਨੂੰ ਨਹੀਂ ਮਿਲੇ। ਇਹਦੇ ਵਿੱਚ ਇੱਕ ਨਵੀਂ ਕਿਸਮ ਦੀ ਜੁਝਾਰੂ ਲਹਿਰ ਪੈਦਾ ਹੋਈ ਹੈ, ਜਿਸ ਨੇ ਕਦੇ ਵੀ ਨਾ ਝੁਕਣ ਤੇ ਨਾ ਵਿਕਣ ਦਾ ਜਿਹੜਾ ਹੈ ਉਹ ਅਹਿਦ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਅਰਦਾਸ ਕਰਕੇ ਸੰਘਰਸ਼ ਸ਼ੁਰੂ ਕੀਤਾ। ਤੇ ਉਹ ਸੰਘਰਸ਼ ਜਿਹੜਾ ਚੱਲਦਾ 1993 ਤੱਕ, ਉਹ ਇੱਕ ਵੱਖਰੀ ਜੁਝਾਰੂ ਮਨੋਦਸ਼ਾ ਦੇ ਨਾਲ ਚੱਲਦਾ। ਹੁਣ ਜੇ ਅਸੀਂ ਅਰਦਾਸ ਦੀ ਗੱਲ ਕਰਦੇ ਹਾਂ ਜਾਂ ਅਰਦਾਸ ਪੂਰੀ ਹੋਣ ਦੀ ਗੱਲ ਕਰਦੇ ਹਾਂ, ਕਿਉਂਕਿ ਅਰਦਾਸ ਤਾਂ ਹਾਲੇ ਪੂਰੀ ਨਹੀਂ ਹੋਈ ਖਾਲਿਸਤਾਨ ਦੀ, ਕਿਉਂਕਿ ਖਾਲਿਸਤਾਨ ਦੀ ਆਜ਼ਾਦੀ, ਪੰਜਾਬ ਦੀ ਆਜ਼ਾਦੀ ਨੂੰ ਲੈ ਕੇ ਉਹ ਸੰਘਰਸ਼ ਸ਼ੁਰੂ ਕੀਤਾ ਗਿਆ ਸੀ। ਇਹ ਮਾਨਸਿਕ ਦਸ਼ਾ ਦੀ ਗੱਲ ਕਰਦੇ ਹਾਂ। ਹੁਣ ਮਾਨਸਿਕ ਦਸ਼ਾ ਜਿਹੜੀ ਸਿੱਖਾਂ ਦੀ ਹੈ ਉਹ ਝੁਕਣ ਲਈ ਤਿਆਰ ਨਹੀਂ ਇੱਥੇ। ਠੀਕ ਹੈ, ਪੁਰਾਣੇ ਜਿਹੜੇ ਨੌਜਵਾਨ ਹੁੰਦੇ ਨੇ, ਬਜ਼ੁਰਗ ਹੁੰਦੇ ਨੇ, ਸ਼ਹੀਦ ਕਰ ਦਿੱਤੇ ਜਾਂਦੇ ਨੇ ਆਪਣੀ ਉਮਰ ਦੇ ਮੁਤਾਬਕ ਜਾਂ ਆਪਣੀ ਜ਼ਿੰਦਗੀ ਦਾ ਸਫ਼ਰ ਤੈਅ ਕਰਦੇ ਹੋਏ ਇਸ ਦੁਨੀਆ ਤੋਂ ਕੂਚ ਕਰ ਜਾਂਦੇ ਨੇ। ਉਹਨਾਂ ਦੀ ਥਾਂ ਦੇ ਉੱਤੇ ਨਵੇਂ ਜਿਹੜੇ ਲੋਕ ਨੇ ਉਹ ਆਉਂਦੇ ਜਾਂਦੇ ਨੇ। ਉਹਦੇ ਨਾਲ ਮਾਨਸਿਕ ਅਵਸਥਾ ਬਿਨਾਂ ਤਬਦੀਲੀ ਦੇ ਅੱਗੇ ਸਫ਼ਰ ਤੈਅ ਕਰਦੀ ਹੈ। ਉਹ ਹਥਿਆਰਬੰਦ ਸੰਘਰਸ਼ ਸੀ। ਅੱਜ ਅਸੀਂ ਵੱਖ-ਵੱਖ ਪੜਾਵਾਂ ਦੇ ਵਿੱਚੋਂ ਲੰਘ ਕੇ ਇੱਕ ਅਜਿਹੇ ਸੰਘਰਸ਼ ਦੇ ਉੱਤੇ ਪਹੁੰਚ ਚੁੱਕੇ ਹਾਂ, ਇੱਕ ਅਜਿਹੇ ਮੁਕਾਮ ਤੇ ਪਹੁੰਚ ਚੁੱਕੇ ਹਾਂ ਜਿੱਥੇ ਦੀ ਨਹੀਂ ਹੈ। ਹੁਣ ਇਹ ਮਾਨਸਿਕ ਅਵਸਥਾ, ਤਿੰਨ ਤਰ੍ਹਾਂ ਦੀਆਂ ਮਾਨਸਿਕ ਅਵਸਥਾਵਾਂ ਜਿਹੜੇ ਇਹ ਲੋਕ ਗਿਣਦੇ ਨੇ ਬੰਦੇ ਦੀਆਂ, ਕਿਸੇ ਵੀ ਕੌਮੀ ਚੇਤਨਾ ਦੇ ਨਾਲ ਜੁੜੇ ਹੋਏ ਵਿਅਕਤੀ ਵਿਸ਼ੇਸ਼ ਦੀਆਂ, ਉਸ ਕੌਮ ਦੀਆਂ ਜਿਹੜੀ ਕੌਮ ਕਿਸੇ ਉਤਰਾਅ ਚੜਾਅ ਦੇ ਰਾਹੀਂ ਅੱਗੇ ਵਿਕਸ ਰਹੀ ਹੋਵੇ, ਵਿਕਾਸ ਕਰ ਰਹੀ ਹੋਵੇ। ਉਹਦੇ 'ਚ ਇੱਕ ਹੈ ਪੂਰੀ ਤਰ੍ਹਾਂ ਕੌਮੀ ਭਾਵਨਾਵਾਂ ਪ੍ਰਤੀ, ਕੌਮ ਦੀ ਜਿਹੜੀ ਰੂਹ ਹੈ ਉਹਦੇ ਪ੍ਰਤੀ ਸਮਰਪਿਤ ਮਨੋਦਸ਼ਾ। ਪਹਿਲੀ ਦਸ਼ਾ ਜਿਹੜੀ ਹੈਗੀ ਹੈ ਉਹਦੇ 'ਚ ਸਰਦਾਰ ਹਰੀ ਸਿੰਘ, ਜਰਨੈਲ ਬਾਬਾ ਬੰਦਾ ਸਿੰਘ ਬਹਾਦਰ, ਜਿਹੜੇ ਸਾਡੇ ਮਹਾਨਾਇਕ ਨੇ, ਇੱਕ ਤਾਂ ਨਾਇਕ ਹੁੰਦੇ ਨੇ, ਇੱਕ ਮਹਾਨਾਇਕ ਨੇ, ਉਹ ਆ ਜਾਂਦੇ ਨੇ। ਤੇ ਉਹਦੇ 'ਚ ਜਿਹੜੇ ਉਹਨਾਂ ਦੇ ਨਾਲ ਕਦਮ ਮਿਲਾ ਕੇ ਚੱਲਣ ਵਾਲੇ, ਜਿਹੜੇ ਤਲਵਾਰਾਂ ਖੜਕਾਉਣ ਵਾਲੇ, ਬੰਦੂਕਾਂ ਦੀਆਂ ਗੋਲੀਆਂ ਦੀ ਠਾਹ ਕਰਨ ਵਾਲੇ ਤੇ ਸ਼ਬਦ ਦੇ ਨਾਲ ਆਪਣੀ ਜੰਗ ਦੇ ਵਿੱਚ ਹਿੱਸਾ ਪਾਉਣ ਵਾਲੇ, ਉਹ ਸਾਰੇ ਲੋਕ ਆ ਜਾਂਦੇ ਨੇ ਜਿਹੜੇ ਸਮੁੱਚੇ ਤੌਰ ਦੇ ਉੱਤੇ ਕੌਮ ਦੀ ਰੂਹ ਦੇ ਨਾਲ ਜੁੜੇ ਹੁੰਦੇ ਨੇ। ਉਹ ਆਪਣੇ ਆਪ ਦੇ ਵਿੱਚ ਕੌਮ ਦੀ ਰੂਹ ਹੀ ਹੁੰਦੇ ਨੇ। ਦੂਜੀ ਅਵਸਥਾ ਹੁੰਦੀ ਹੈ ਕਿ ਵੱਖ-ਵੱਖ
ਮਜਬੂਰੀਆਂ ਦੇ ਤਹਿਤ ਆਪਣੀ ਜ਼ਿੰਦਗੀ ਨੂੰ ਚੱਲਦਾ ਰੱਖਣ ਦੇ ਲਈ ਬਾਹਰੀ ਤੌਰ ਦੇ ਉੱਤੇ ਜਿਹੜੇ ਭਾਵੇਂ ਜਾਪਦੇ ਨੇ ਕਿ ਸਿੱਖ ਨੇ, ਬਾਹਰੀ ਤੌਰ ਦੇ ਉੱਤੇ ਜਾਪਦੇ ਨੇ ਕਿ ਉਹ ਸਿੱਖੀ ਸਰੂਪ ਦੇ ਵਿੱਚ ਨੇ ਜਾਂ ਕੌਮੀ ਭਾਵਨਾ ਪ੍ਰਤੀ ਚੇਤਨਤਾ ਰੱਖਦੇ ਹੋਣਗੇ। ਕਈਆਂ ਨੇ ਗਾਤਰਾ ਕਿਰਪਾਨਾਂ ਵੀ ਪਾਈਆਂ ਹੁੰਦੀਆਂ ਨੇ, ਦਾੜੇ ਪ੍ਰਕਾਸ਼ ਕੀਤੇ ਹੁੰਦੇ ਨੇ, ਪੰਜ ਬਾਣੀਆਂ ਦਾ ਨਿਤਨੇਮ ਵੀ ਕਰਦੇ ਨੇ, ਸਾਰਾ ਕੁਝ ਕਰਦੇ ਨੇ, ਪਰ ਅੰਦਰੂਨੀ ਤੌਰ ਦੇ ਉੱਤੇ ਉਹ ਜਿਹੜਾ ਉਹਨਾਂ ਦਾ ਫੌਰੀ ਤੌਰ ਦੇ ਉੱਤੇ ਸਭ ਤੋਂ ਨੇੜੇ ਮਾਲਕ ਹੁੰਦਾ, ਜਿਸ ਨੂੰ ਉਹ ਮਾਲਕ ਸਮਝਣ ਦੀ ਭੁੱਲ ਕਰ ਬੈਠਦੇ ਨੇ, ਜਾਂ ਕੋਈ ਉਹ ਸਰਕਾਰੀ ਨੌਕਰੀ ਕਰਦੇ ਨੇ, ਪ੍ਰਾਈਵੇਟ ਖੇਤਰ 'ਚ ਨੌਕਰੀ ਕਰਦੇ ਨੇ, ਉਹਦਾ ਜਿਹੜਾ ਮੁਖੀ ਹੁੰਦਾ ਉਹ ਉਸ ਨੂੰ ਆਪਣਾ ਮਾਲਕ ਤਸੱਵਰ ਕਰ ਲੈਂਦੇ ਨੇ। ਉਹ ਲੋਕ ਦੂਜੀ ਜਿਹੜੀ ਮਨੋ ਅਵਸਥਾ ਹੁੰਦੀ ਆ ਉਹ ਇਹ ਹੁੰਦੀ ਹੈ, ਉਹਦੇ 'ਚ ਉਹ ਉਸ ਨੂੰ ਮਾਲਕ ਤਸੱਵਰ ਕਰਕੇ ਉਹਦੇ ਪ੍ਰਤੀ ਵਫਾਦਾਰੀ ਜਿਹੜੀ ਹੈ ਉਹ ਰੱਖਦੇ ਨੇ। ਹੁਣ ਇਹ ਦੋ ਮਨੋ ਅਵਸਥਾਵਾਂ ਦੇ ਨਾਲ ਨਾਲ ਇੱਕ ਤੀਜੀ ਮਨੋ ਅਵਸਥਾ ਹੈ ਜਿਹੜੀ ਵੱਡੀ ਗਿਣਤੀ ਲੋਕ ਉਹਦੇ 'ਚ ਸ਼ਾਮਿਲ ਹੁੰਦੇ ਨੇ। ਉਹਨਾਂ ਨੂੰ ਭੇਡਾਂ ਵੀ ਕਹਿ ਲਓ, ਭਾਵੇਂ ਉਹਨਾਂ ਨੂੰ ਕੁਝ ਵੀ ਕਹਿ ਲਓ, ਤੁਸੀਂ ਮੂੜਮੱਤ ਕਹਿ ਲਓ, ਮੌਕਾ ਪ੍ਰਸਤ ਕਹਿ ਲਓ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਦੋਵੇਂ ਪਾਸੇ ਅੱਖ ਰੱਖਣੀ ਹੈ। ਉਹਨਾਂ ਦੀ ਅੱਖ ਏਦਾਂ ਤਿਰਛੀ ਚੱਲਦੀ ਹੈ, ਦੋ ਪਾਸੇ ਦੇਖਣਾ ਉਹਨਾਂ ਨੇ। ਉਹਨਾਂ ਨੇ ਦੇਖਣਾ ਪਲੜਾ ਕਿਹਦਾ ਭਾਰੀ ਹੈ, ਉਹਨਾਂ ਨੇ ਦੇਖਣਾ ਕਿ ਬਚਾਅ ਕਿੱਧਰ ਹੈ, ਉਹਨਾਂ ਨੇ ਫਟਾਫਟ ਉਧਰ ਹੀ ਹੋ ਜਾਣਾ। ਜੇ ਸੰਤ ਜਰਨੈਲ ਸਿੰਘ ਦੀ ਲਹਿਰ ਹੈ ਚੜ ਰਹੀ ਹੈ, ਉਹਨਾਂ ਨੇ ਅਕਾਲੀ ਦਲ ਛੱਡ ਕੇ ਸੰਤ ਜਰਨੈਲ ਸਿੰਘ ਵੱਲ ਆ ਜਾਣਾ। ਜੇ ਉਹਨਾਂ ਨੇ ਦੇਖਿਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਲਹਿਰ ਹੈ ਤਾਂ ਉਹਨਾਂ ਨੇ ਫਟਾਫਟ ਉਧਰ ਚਲੇ ਜਾਣਾ। ਜੇ ਉਹਨਾਂ ਨੇ ਦੇਖਿਆ ਕਿ ਮਾਨ ਸਾਹਿਬ ਦਾ ਝੰਡਾ ਥੱਲੇ ਆ ਗਿਆ, ਬਾਦਲ ਸਾਹਿਬ ਦਾ ਝੰਡਾ ਉੱਪਰ ਹੋ ਗਿਆ, ਉਹਨਾਂ ਨੇ ਬਾਦਲ ਵੱਲ ਚਲੇ ਜਾਣਾ। ਜੇ ਉਹਨਾਂ ਨੇ ਦੇਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਇਸ ਵੇਲੇ ਸਰਕਾਰ ਹੈ ਤਾਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਜਾਇਜ਼ਾ ਕਰਨ ਲੱਗ ਜਾਣੀ ਹੈ। ਇਹ ਭੇਡਾਂ, ਇਹ ਮੌਕਾ ਪ੍ਰਸਤ ਲੋਕ ਨੇ ਜਿਹੜੇ ਕੌਮ ਦੀ ਬੇੜੀ, ਕਿਸੇ ਵੀ ਕੌਮ ਦੀ ਬੇੜੀ ਡੋਬਣ ਵਾਲੇ ਹੁੰਦੇ ਨੇ, ਤੇ ਇਹ ਸਭ ਤੋਂ ਵੱਡੇ ਕਾਰਕ ਹੁੰਦੇ ਨੇ। ਪਰ ਇਹਦੇ 'ਚ ਅਸੀਂ ਦੇਖਿਆ ਕਿ ਤੁਸੀਂ ਘਟਨਾਵਾਂ ਨੂੰ ਖੁਦ ਜਨਮ ਦੇ ਸਕਦੇ ਹੋ, ਤੁਸੀਂ ਘਟਨਾਵਾਂ ਨੂੰ ਤੁਸੀਂ ਨਵੇਂ ਮੁਹਾਨ ਵੱਲ ਮੋੜ ਸਕਦੇ ਹੋ, ਤੁਸੀਂ ਮੋੜ ਦਿੰਦੇ ਹੋ ਇਤਿਹਾਸ ਨੂੰ। ਕੁਛ ਅਜਿਹੀਆਂ ਜਿਹੜੀਆਂ ਕਾਰਵਾਈਆਂ ਕਰਕੇ, ਕੁਛ ਅਜਿਹੀਆਂ ਸਰਗਰਮੀਆਂ ਦੇ ਨਾਲ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨੌਜਵਾਨਾਂ ਦੀ ਮਾਨਸਿਕਤਾ ਜਿਹੜੀ ਹੈ ਉਹ ਤੈਅ ਕਰਦੀਆਂ ਨੇ। ਇਹਦੇ 'ਚ ਤੁਸੀਂ ਖਾੜਕੂ ਲਹਿਰ ਦੇ ਵਿੱਚ ਤਸ਼ੱਦਦ ਝੱਲਿਆ, ਤੁਸੀਂ ਆਪਣੇ ਨੌਜਵਾਨ ਸ਼ਹੀਦ ਕਰਵਾਏ, ਇਹ ਤੁਹਾਡੀ ਸਰਗਰਮੀ ਸੀ। ਉਸ ਦਾ ਨੌਜਵਾਨਾਂ ਦੇ ਉੱਤੇ ਅੱਜ ਤੱਕ ਵੀ ਅਸਰ ਪਿਆ ਹੋਇਆ, ਅੱਗੇ ਤੱਕ ਪੈਂਦਾ। ਭਾਈ ਜਗਤਾਰ ਸਿੰਘ ਹਵਾਰਾ, ਭਾਈ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ, ਭਾਈ ਦਿਲਾਵਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਅਜਿਹੇ ਲੋਕਾਂ ਨੇ ਜਿਹੜੀਆਂ ਸਰਗਰਮੀਆਂ ਕੀਤੀਆਂ ਜਾਂ ਕਾਰਵਾਈਆਂ ਕੀਤੀਆਂ, ਉਹਨਾਂ ਦਾ ਅੱਜ ਦੀ ਪੀੜ੍ਹੀ ਤੱਕ ਵੀ ਅਸਰ ਪੈਂਦਾ। ਉਹ ਕਿਤੇ ਵੀ ਕਿਸੇ ਵੀ ਤਰੀਕੇ ਨਾਲ ਜਿਹੜਾ ਹੈ ਅਸੀਂ ਦੇਖਦੇ ਹਾਂ ਕਿ ਅਕਾਲੀ ਫੂਲਾ ਸਿੰਘ, ਸਰਦਾਰ ਹਰੀ ਸਿੰਘ ਨਲੂਆ, ਬਾਬਾ ਬੰਦਾ ਸਿੰਘ ਬਹਾਦਰ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਇਹਨਾਂ ਦੇ ਬਰਾਬਰ ਦੀਆਂ ਕੁਰਬਾਨੀਆਂ ਨੇ ਉਹ, ਤੇ ਉਹ ਸਾਡੀ ਮਨੋ ਅਵਸਥਾ ਤੈਅ ਕਰਦੀਆਂ ਨੇ, ਮਾਨਸਿਕ ਸਥਿਤੀ ਤੈਅ ਕਰਦੀਆਂ ਨੇ। ਹੁਣ ਸਾਰੇ ਪਾਸੇ ਜਿਹੜਾ ਹੈ, ਜਿੰਨੀਆਂ ਵੀ ਧਿਰਾਂ ਨੇ, ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਵੱਡੀ ਗਿਣਤੀ ਭੇਡਾਂ ਦੀ ਹੈ, ਭੇਡਾਂ ਦੀ ਇੱਥੇ ਵੈਲਿਊ ਬਹੁਤ ਹੈ। ਸ਼ੇਰ ਭਾਵੇਂ ਇੱਕੋ ਹੀ ਹੁੰਦਾ, ਭੇਡਾਂ ਜ਼ਿਆਦਾ ਹੁੰਦੀਆਂ ਨੇ, ਪਰ ਇੱਥੇ ਕਿਉਂਕਿ ਵੋਟ ਦੀ ਰਾਜਨੀਤੀ ਹੈ, ਹੁਣ ਇਹਨਾਂ ਭੇਡਾਂ ਨੂੰ ਸਾਰੇ ਆਪਣੇ ਵੱਲ, ਆਪਣੇ ਨਾਲ ਲਾਉਣ ਦੀ ਕੋਸ਼ਿਸ਼ ਕਰਦੇ ਨੇ। ਇਹ ਮਨੋ ਅਵਸਥਾ ਜਿਹੜੀ ਹੈ ਅੱਜ ਦੀ, ਇਹ ਬੜੀ ਖਤਰਨਾਕ ਕਿਸਮ ਦੀ ਮਨੋ ਅਵਸਥਾ, ਤੇ ਇਹਦੇ 'ਚ ਅਸੀਂ ਦੇਖਦੇ ਹਾਂ ਕਿ ਮੌਜੂਦਾ ਰੂਪ ਦੇ ਵਿੱਚ ਜੋ ਸਾਡੇ ਸਾਹਮਣੇ ਚੱਲ ਰਿਹਾ, ਇਹ ਕੁਛ ਇਹੋ ਜਿਹੀ ਜੋੜ ਤੋੜ ਦਾ ਹੈ ਮਸਲਾ ਬਣਿਆ ਹੋਇਆ। ਹੁਣ ਇਸ ਜੋੜ ਤੋੜ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਸਰਗਰਮੀ ਹੈ, ਸਿੱਖਾਂ ਦੀ ਮਾਨਸਿਕ ਅਵਸਥਾ ਨੂੰ ਨਵੇਂ ਆਯਾਮ ਦੇਣ ਦੀ, ਨਵੀਂ ਦਿਸ਼ਾ ਦੇਣ ਦੀ, ਨਵੇਂ ਅਰਥ ਦੇਣ ਦੀ, ਉਹ ਹੈ ਕਿ ਇਸ ਭੇਡਾਂ ਨੂੰ ਆਪਣੇ ਨਾਲ ਲਾਉਣ ਦੀ, ਵੋਟਾਂ ਦੀ ਜਿਹੜੀ ਰਾਜਨੀਤੀ ਹੈ, ਲੋਕਾਂ ਨੂੰ ਉਲਝਾਉਣ ਦੀ ਜਿਹੜੀ ਰਾਜਨੀਤੀ ਹੈ, ਉਹਦਾ ਮੁਕਾਬਲਾ ਕਿਵੇਂ ਕੀਤਾ ਜਾਵੇ, ਉਸ ਦਾ ਇਲਾਜ ਕੀ ਹੈ, ਉਹਦੀ ਘਾਟ ਕੀ ਹੈ, ਉਹਦੀ ਘਾਟ ਕਿਵੇਂ ਕੱਟੀ ਜਾਵੇ। ਉਹ ਘਾਟ ਹੈ
ਪੰਜਾਬ ਦੀ ਆਜ਼ਾਦੀ। ਹੁਣ ਪੰਜਾਬ ਦੀ ਆਜ਼ਾਦੀ ਦੀ ਗੱਲ ਤਾਂ ਸਾਰੇ ਕਰ ਰਹੇ ਨੇ, ਬੜੀ ਦੇਰ ਤੋਂ ਕਰ ਰਹੇ ਨੇ। 1947 ਤੋਂ ਪਹਿਲਾਂ ਦੀ ਹੋ ਰਹੀ ਹੈ ਪੰਜਾਬ ਦੀ ਆਜ਼ਾਦੀ ਦੀ ਗੱਲ। 1984 ਤੋਂ ਬਾਅਦ ਖਾਲਿਸਤਾਨ ਦੀ ਗੱਲ ਹੋਣ ਲੱਗ ਪਈ। ਇਹ ਤਾਂ ਬਹੁਤ ਦੇਰ ਦੀ ਚੱਲ ਰਹੀ ਹੈ। ਪਰ ਇਹਦੇ 'ਚ ਨਵਾਂ ਕੀ ਹੈ? ਨਵਾਂ ਇਹਦੇ 'ਚ ਇਹੋ ਹੀ ਹੈ ਕਿ ਜਿਹੜੀ ਰੈਫਰੈਂਡਮ ਦੀ ਗੱਲ ਹੈ, ਪੰਜਾਬ ਦੀ ਆਜ਼ਾਦੀ ਦੀ ਗੱਲ ਹੈ, ਉਹ ਉਹਨਾਂ ਦੇ ਹੀ ਤਰੀਕੇ ਨਾਲ, ਜਿਹੜਾ ਉੱਥੇ ਚੱਲ ਰਿਹਾ ਤਰੀਕਾ, ਉਸੇ ਤਰੀਕੇ ਨਾਲ ਉਹਨਾਂ ਦਾ ਹੀ ਹਥਿਆਰ ਹੈ। ਉਸੇ ਤਰੀਕੇ ਨਾਲ ਇਸ ਗੱਲ ਨੂੰ ਜਦੋਂ ਆਮ ਤੇ ਖਾਸ ਲੋਕਾਂ ਤੱਕ ਲੈ ਕੇ ਜਾਇਆ ਜਾਂਦਾ ਤਾਂ ਉਹ ਘਬਰਾ ਜਾਂਦੇ ਨੇ। ਫਿਰ ਉਹ ਤਰੀਕਾ ਉਹਨਾਂ ਦਾ ਹੀ ਹੈ, ਉਹ ਘਬਰਾ ਜਾਂਦੇ ਨੇ। ਉੱਥੇ ਉਹ ਆਪਣੇ ਆਪ ਨੂੰ ਹਾਰਿਆ ਹੋਇਆ ਮੰਨਣ ਲੱਗ ਪੈਂਦੇ ਨੇ ਕਿ ਆਹ ਕੀ ਹੋ ਗਿਆ। ਅਸੀਂ ਤਾਂ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ, ਦੇਸ਼ ਧਰੋਹੀ, ਦੇਸ਼ ਦੇ ਟੁਕੜੇ ਕਰਨ ਵਾਲੇ, ਇਹੋ ਜਿਹੇ ਕਸਬ ਦੇ ਕੇ, ਇਹੋ ਜਿਹੇ ਲਕਬ ਦੇ ਕੇ ਉਹਨਾਂ ਨੂੰ ਅਸੀਂ ਤਾਂ ਬਦਨਾਮ ਕੀਤਾ ਮੀਡੀਆ ਦੇ ਵਿੱਚ। ਅਸੀਂ ਤਾਂ ਕਰੋੜਾਂ ਰੁਪਈਆ ਖਰਚ ਕਰਕੇ ਮੀਡੀਆ ਨੂੰ, ਪੱਤਰਕਾਰਾਂ ਨੂੰ, ਟੀਵੀ ਚੈਨਲ ਦੇ ਮਾਲਕਾਂ ਨੂੰ, ਅਖਬਾਰਾਂ ਦੇ ਸੰਪਾਦਕਾਂ ਨੂੰ, ਅਸੀਂ ਤਾਂ ਇੰਨਾ ਰੁਪਈਆ ਖਰਚ ਕਰਕੇ ਜਿਹੜਾ ਹੈ ਖਬਰਾਂ ਆਪਣੇ ਮੁਤਾਬਕ ਅਸੀਂ ਲਗਵਾਉਂਦੇ ਰਹੇ। ਅਸੀਂ ਇਹਨਾਂ ਨੂੰ ਕਸਬ ਦੇ ਦਿੱਤੇ ਅੱਤਵਾਦੀ ਦੇ, ਵੱਖਵਾਦੀ ਦੇ, ਖੂੰਖਾਰ ਕਾਤਲ ਹੋਣ ਦੇ। ਪਰ ਇਹ ਜਮਹੂਰੀਅਤ ਦੀ ਗੱਲ, ਵੋਟ ਦੀ ਗੱਲ ਕਿਉਂ ਕਰਨ ਲੱਗ ਪਏ ਨੇ? ਪਿੱਛੇ ਜੇ ਖਾਲਿਸਤਾਨ ਦੇ ਝੰਡੇ ਚੜਾਉਣ ਦੀ ਗੱਲ ਹੋਈ ਕਿ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਝੰਡਾ ਚੜਾਏਗਾ ਉਹਨੂੰ ਉਹਦਾ ਮਿਹਨਤ ਫਲ ਜਾਂ ਉਸ ਨੂੰ ਹੌਸਲਾ ਵਧਾਊ ਇੱਕ ਰਕਮ ਜਿਹੜੀ ਹੈ ਦਿੱਤੀ ਜਾਏਗੀ। ਸਮੁੱਚੇ ਭਾਰਤ ਦੇ ਟੀਵੀ ਚੈਨਲਾਂ ਨੇ, ਪੀਟੀਸੀ ਨੇ, ਪੰਜਾਬੀ ਦੇ ਅਖਬਾਰਾਂ ਨੇ, ਕਿਉਂਕਿ ਉੱਥੇ ਤਾਂ ਫਿਰ ਗੁਲਾਮੀ ਹੈ ਨਾ, ਗੁਲਾਮ ਹੀ ਨੇ ਸਾਰੇ। ਸਮੁੱਚੇ ਮੀਡੀਆ ਨੇ, ਉਹਨਾਂ ਨੇ ਇਹ ਖਬਰਾਂ ਦਿੱਤੀਆਂ ਕਿ ਜੀ ਨੌਜਵਾਨਾਂ ਨੂੰ ਪੈਸੇ ਦੇ ਕੇ, ਪੈਸੇ ਦਾ ਲਾਲਚ ਦੇ ਕੇ ਭੜਕਾਇਆ ਜਾ ਰਿਹਾ, ਨੌਜਵਾਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਘੰਟੇ ਘੰਟੇ ਦੇ ਪ੍ਰੋਗਰਾਮ ਦਿੱਤੇ ਗਏ, ਟੀਵੀ ਮੀਡੀਆ ਦੇ ਉੱਤੇ ਬਹਿਸਾਂ ਹੋਈਆਂ, 2-2, 4-4 ਗੈਸਟਾਂ ਨੂੰ ਬੁਲਾ ਕੇ ਟੀਵੀ ਸਟੂਡੀਓ ਦੇ ਵਿੱਚ ਜਾਂ ਉਹਨਾਂ ਨੂੰ ਸਕਾਈਪ ਦੇ ਉੱਤੇ ਲੈ ਕੇ ਇਸ ਗੱਲ ਨੂੰ ਵਧਾ ਚੜਾ ਕੇ ਪੇਸ਼ ਕੀਤਾ ਗਿਆ। ਪਰ ਹੁਣ ਕੋਈ ਬਹਿਸ ਨਹੀਂ ਹੋ ਰਹੀ ਟੀਵੀ ਚੈਨਲਾਂ ਦੇ ਉੱਤੇ। ਹੁਣ ਇਹ ਗੱਲ ਨੂੰ ਫੜਨਾ ਕਿਉਂ ਨਹੀਂ ਹੋ ਰਹੀ ਹੈਗੀ? ਹੁਣ ਕੋਈ ਬਹਿਸ ਨਹੀਂ ਹੋ ਰਹੀ ਜਦੋਂ ਸਿੱਖਸ ਫਾਰ ਜਸਟਿਸ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜਿਹੜੇ ਕਰਜ਼ੇ ਦੀ ਮਾਰ ਹੇਠ ਆਏ ਹੋਏ ਕਿਸਾਨ ਨੇ, ਉਹਨਾਂ ਨੂੰ 3-3 ਹਜ਼ਾਰ ਰੁਪਇਆ ਮਹੀਨਾ ਦਿੱਤਾ ਜਾਏਗਾ ਤੇ ਬਹੁਤ ਸਾਰੇ ਕਿਸਾਨਾਂ ਨੂੰ ਦੇ ਵੀ ਦਿੱਤਾ ਗਿਆ। ਹੋਰ ਫਾਰਮ ਭਰੇ ਜਾ ਰਹੇ ਨੇ, ਹੋਰ ਐਪਲੀਕੇਸ਼ਨਸ ਆ ਰਹੀਆਂ ਨੇ, ਵੱਡੀ ਗਿਣਤੀ ਐਪਲੀਕੇਸ਼ਨਸ ਆ ਰਹੀਆਂ ਨੇ। 10,000 ਤੋਂ ਵੱਧ ਐਪਲੀਕੇਸ਼ਨਾਂ ਆ ਚੁੱਕੀਆਂ ਨੇ। 10,000 ਤੋਂ ਵੱਧ ਐਪਲੀਕੇਸ਼ਨ ਆਉਣ ਦਾ ਮਤਲਬ, ਅਰਜ਼ੀਆਂ ਆਉਣ ਦਾ ਮਤਲਬ ਕਿ 10,000 ਬੰਦਾ ਜਿਹੜਾ ਹੈ ਉਹ ਗੁਰੂ ਦਾ ਓਟ ਆਸਰਾ ਲੈ ਕੇ, ਜਿਹੜਾ ਲੋੜ ਦੇ ਮੁਤਾਬਕ ਨਹੀਂ, ਲੋੜ ਤਾਂ ਉਹਨਾਂ ਨੂੰ ਪਹਿਲਾਂ ਵੀ ਸੀ, ਕਰਜ਼ਈ ਉਹ ਪਹਿਲਾਂ ਵੀ ਸੀ, ਕੀ ਸਰਕਾਰ ਨੇ ਉਹਨਾਂ ਦੀ ਬਾਂਹ ਫੜੀ? ਸਰਕਾਰਾਂ ਦਾ ਫਰਜ਼ ਬਣਦਾ, ਸਰਕਾਰ ਨੇ ਪੂਰੇ ਭਾਰਤ ਦੇ ਵਿੱਚ ਕਿਸਾਨਾਂ ਦੇ ਜਿਹੜੇ ਕਰਜ਼ੇ ਨੇ ਉਹ ਮਾਫ ਕਰਨ ਦਾ ਐਲਾਨ ਕੀਤਾ, ਸਮੇਂ-ਸਮੇਂ ਦੇ ਤੇ ਹੋਰ ਵੀ ਰਿਆਇਤਾਂ ਦਿੱਤੀਆਂ। ਪਰ ਕੀ ਪੰਜਾਬ ਦੇ ਕਿਸਾਨਾਂ ਨੂੰ, ਜਿਹੜੇ ਕਿ ਸਿੱਖ ਕਿਸਾਨ ਨੇ, ਉਹਨਾਂ ਦੀ ਕਿਸੇ ਨੇ ਬਾਂਹ ਫੜੀ? ਉਹਨਾਂ ਦੀ ਕਿਸੇ ਨੇ ਗੱਲ ਸੁਣੀ? ਇਹ ਮਨੋ ਅਵਸਥਾ ਤੈਅ ਕੀਤੀ ਜਾਂਦੀ ਹੈ ਕਿ ਬਾਕੀ ਭਾਰਤ ਦਾ ਜਿਹੜਾ ਕਿਸਾਨ ਆ ਉਹ ਭਾਰਤੀ ਹੈ, ਰਾਸ਼ਟਰਵਾਦੀ ਹੈ, ਨੈਸ਼ਨਲਿਸਟ ਆ, ਉਹ ਇੱਕ ਭਾਰਤ ਦੀ ਗੱਲ ਕਰਦਾ, ਅਖੰਡ ਭਾਰਤ ਦੀ। ਇਸ ਕਰਕੇ ਉਹਨੂੰ ਰਿਆਇਤਾਂ ਨੇ। ਤੂੰ ਪੰਜਾਬ ਦੇ ਕਿਸਾਨਾਂ, ਤੂੰ ਪੰਜਾਬ ਦੇ ਸਿੱਖਾਂ, ਤੂੰ ਵੱਖਰਾ ਆ ਉਹਦੇ ਤੋਂ। ਇਹ ਉਹਦੀ ਮਾਨਸਿਕ ਅਵਸਥਾ ਘੜਨ ਦੀ ਗੱਲ ਜਿਹੜੀ ਹੈ ਕੇਂਦਰੀ ਸਿਸਟਮ ਵੱਲੋਂ ਕੀਤੀ ਜਾਂਦੀ ਹੈ। ਹੁਣ ਇੱਥੇ ਜਦੋਂ ਸਿੱਖਸ ਫਾਰ ਜਸਟਿਸ ਵੱਲੋਂ 3,000 ਰੁਪਏ ਮਹੀਨਾ ਕਿਸਾਨਾਂ ਨੂੰ ਦਿੱਤੇ ਜਾਣ ਦਾ ਐਲਾਨ ਹੋਇਆ, ਹਾਲੇ ਤਾਂ 2-3 ਦਿਨਾਂ ਦੇ ਵਿੱਚ 10,000 ਅਰਜ਼ੀਆਂ ਆਈਆਂ ਨੇ। ਮੈਨੂੰ ਲੱਗਦਾ ਕਿ 1 ਲੱਖ ਤੋਂ ਉੱਤੇ ਅਰਜ਼ੀ ਆ ਸਕਦੀ ਹੈ ਤੇ ਇਹਦਾ ਮਤਲਬ ਇਹ ਹੈ ਕਿ 1 ਲੱਖ ਕਿਸਾਨ ਸਿੱਧੇ ਤੌਰ ਦੇ ਉੱਤੇ ਜਿਹੜਾ ਹੈ ਉਹ ਪੰਜਾਬ ਦੀ ਆਜ਼ਾਦੀ ਦੇ ਲਈ ਗੱਲ ਕਰੇਗਾ, ਪੰਜਾਬ ਦੀ ਆਜ਼ਾਦੀ ਦੇ ਲਈ ਉਹ ਤਿਆਰ ਹੋ ਜਾਏਗਾ ਕਿਸੇ ਵੀ ਤਰੀਕੇ ਨਾਲ। ਭਵਿੱਖ ਦੇ ਵਿੱਚ ਕੋਈ ਵੀ ਸਰਗਰਮੀ ਹੁੰਦੀ ਹੈ ਜਾਂ ਕਿਸੇ ਵੀ ਤਰੀਕੇ ਨਾਲ, ਸਿੱਧੇ ਇਹਦੇ ਭਾਵ ਇਹ ਨਿਕਲਦੇ ਨੇ। ਹੁਣ ਕਿਉਂਕਿ ਇਸ ਦਾ
ਦੋ ਤਰੀਕੇ ਨਾਲ ਅਸੀਂ ਇਸ ਗੱਲ ਨੂੰ ਅਸੀਂ 3000 ਰੁਪਏ ਮਹੀਨੇ ਦੀ ਜਿਹੜੀ ਗੱਲ ਹੈ ਰਕਮ ਹੈ ਜਿਹੜੀ ਕਰਜ਼ਾ ਮਾਫੀ ਦੀ, ਇੱਕ ਤਾਂ 6 ਫॉर ਜਸਟਿਸ ਕਿਸੇ ਵੀ ਹਕੂਮਤ ਦੇ ਵਿੱਚ ਭਾਈਵਾਲ ਨਹੀਂ ਹੈ ਇਸ ਵੇਲੇ, ਬਲਕਿ ਉਸ ਨੂੰ ਤਾਂ ਪਾਬੰਦੀਸ਼ੁਦਾ ਐਲਾਨ ਕੀਤਾ ਗਿਆ, ਪਾਬੰਦੀ ਲਾਈ ਹੋਈ ਹੈ ਭਾਰਤ ਦੇ ਵਿੱਚ, ਤੇ ਉਹਦੇ ਜਿਹੜੇ ਕਾਨੂੰਨੀ ਸਲਾਹਕਾਰ ਨੇ ਉਹਨਾਂ ਨੂੰ ਡੈਜ਼ਿਗਨੇਟਡ ਟੈਰਰਿਸਟ ਐਲਾਨਿਆ ਗਿਆ। ਤੇ ਇਹਦੇ ਬਾਵਜੂਦ, ਹਾਲਾਂਕਿ ਉਹ ਕਿਸੇ ਵੀ ਪਾਵਰ 'ਚ ਨਹੀਂ ਹੈ, ਕਿਸੇ ਵੀ ਪਾਵਰ ਦੇ ਨਾਲ ਉਹਨਾਂ ਦੀ ਸਾਂਝ ਨਹੀਂ ਹੈ, ਉਹਦੇ ਬਾਵਜੂਦ ਉਹ 3000 ਰੁਪਏ ਮਹੀਨਾ ਇੱਕ ਕਰਜ਼ਈ ਕਿਸਾਨ ਨੂੰ ਦੇ ਰਹੇ ਨੇ, ਦੇਣ ਦਾ ਐਲਾਨ ਕੀਤਾ। ਬਹੁਤ ਸਾਰੀਆਂ ਅਰਜ਼ੀਆਂ ਆ ਰਹੀਆਂ ਨੇ। ਹੁਣ ਇਸ ਗੱਲ ਨੂੰ ਜੇ ਭਾਰਤੀ ਮੀਡੀਆ ਬੜਾ ਸਮਝਦਾਰ ਹੈ ਆਪਣੇ ਵੱਲੋਂ, ਉਹ ਇਸ ਖਬਰ ਬਾਰੇ ਬਿਲਕੁਲ ਕੋਈ ਗੱਲ ਨਹੀਂ ਕਰ ਰਿਹਾ। ਜਿਹੜਾ ਖਾਲਿਸਤਾਨ ਦਾ ਝੰਡਾ ਚੜਾਉਣਾ ਸੀ ਉਹਦੇ ਬਾਰੇ ਜੇ 5000 ਰੁਪਇਆ ਜਾਂ $1.25 ਲੱਖ ਦੀ ਕੋਈ ਗੱਲ ਹੋਈ ਸੀ ਜਾਂ $25,000 ਦੀ, ਉਹਦੇ ਘੰਟੇ ਦੇ ਪ੍ਰੋਗਰਾਮ ਹੋਏ ਸੀ। ਇਹ 3000 ਰੁਪਇਆ ਹਰ ਕਿਸਾਨ ਨੂੰ, ਕਰਜ਼ਈ ਕਿਸਾਨ ਨੂੰ ਦੇਣਾ, ਇਹਦੇ ਉੱਤੇ ਕੋਈ ਗੱਲ ਨਹੀਂ ਕਰ ਰਿਹਾ ਭਾਰਤੀ ਮੀਡੀਆ। ਇੱਕ ਤਾਂ ਇਹਦੇ ਨਾਲ ਖਾਲਿਸਤਾਨ ਦੀ ਗੱਲ ਜਿਹੜੀ ਹੈ ਦੂਰ ਤੱਕ ਜਾਂਦੀ ਹੈ, ਤੇ ਸਿੱਖਾਂ ਦੀ ਲਾਮਬੰਦੀ ਹੋ ਗਈ ਇਹਦੇ ਨਾਲ। ਤੇ ਦੂਜੀ ਗੱਲ, ਇਹਦੇ ਨਾਲ ਜਿਹੜੀ ਪੂਰੀ ਸਮੁੱਚੀ ਭਾਰਤ ਸਰਕਾਰ ਹੈ, ਇਹ ਸਿਰਫ ਇੱਕ ਐਲਾਨ ਦੇ ਨਾਲ ਉਹ ਥੱਲੇ ਲੱਗ ਗਈ ਹੈ, ਸਿੱਖਾਂ ਦੇ ਪੈਰਾਂ ਥੱਲੇ ਆ ਗਈ ਹੈ ਭਾਰਤ ਸਰਕਾਰ। ਕਿ ਐਡਾ ਵੱਡਾ ਮੁਲਕ ਹੋਵੇ, ਖੁਸ਼ਹਾਲ ਮੁਲਕ ਹੋਣ ਦਾ ਦਮ ਭਰਦਾ ਹੋਵੇ, ਖੁਸ਼ਹਾਲੀ ਦੀ ਗੱਲ ਕਰਦਾ ਹੋਵੇ, ਵਿਕਾਸ ਦੀ ਗੱਲ ਕਰਦਾ ਹੋਵੇ, ਅੱਛੇ ਦਿਨ ਆਉਣੇ ਵਾਲੇ ਹੈ ਦੀ ਗੱਲ ਕਰਦਾ ਹੋਵੇ, ਤੇ ਲੋਕਾਂ ਦੇ ਜਿਹੜੇ ਅਕਾਊਂਟ ਨੇ, ਬੈਂਕ ਅਕਾਊਂਟ ਨੇ, ਉਹਨਾਂ 'ਚ 15 ਲੱਖ ਰੁਪਇਆ ਦੇਣ ਦੀ ਗੱਲ ਕਰਦਾ ਹੋਵੇ, ਭਰਨ ਦੀ ਗੱਲ ਕਰਦਾ ਹੋਵੇ, ਤੇ ਉਹ ਸਾਰਾ ਝੂਠ ਸਾਬਤ ਹੋਇਆ। ਉਹ ਸਾਰਾ ਉਹਨਾਂ ਨੂੰ ਕਵਰ ਕਰਨ ਦੇ ਲਈ, ਉਸ ਝੂਠ ਨੂੰ ਦਬਾਉਣ ਦੇ ਲਈ ਨਵੇਂ ਸ਼ਗੂਫੇ ਛੱਡੇ ਜਾਂਦੇ ਨੇ, ਰਾਜਨੀਤਿਕ ਤੌਰ ਦੇ ਉੱਤੇ ਵੀ, ਸਮਾਜਿਕ ਤੌਰ ਦੇ ਉੱਤੇ ਵੀ, ਤੇ ਆਰਥਿਕ ਤੌਰ ਦੇ ਉੱਤੇ ਵੀ। ਚੀਨ ਨਾਲ ਪੰਗਾ ਵੱਖਰਾ, ਉਹ ਮੁੱਦਿਆਂ ਨੂੰ ਦਬਾਉਣ ਲਈ ਚੀਨ ਨਾਲ ਵੱਖਰਾ ਪੰਗਾ ਲਿਆ। ਪਰ ਦੂਜੇ ਪਾਸੇ ਕੋਈ ਸਰਕਾਰ ਨਹੀਂ, ਹਾਲੇ ਸਿੱਖ ਗੁਲਾਮ ਨੇ, ਪੰਜਾਬ ਨੂੰ ਆਕੂਪਾਈ ਕੀਤਾ ਹੋਇਆ ਉਹਨਾਂ ਨੇ, ਤੇ ਉਹਨਾਂ ਦੀ ਇੱਕ ਜਥੇਬੰਦੀ ਨੇ ਪੰਜਾਬ ਦੇ ਕਰਜ਼ਈ ਕਿਸਾਨਾਂ ਨੂੰ 3-3000 ਰੁਪਇਆ ਕਾਮਯਾਬੀ ਦੇ ਨਾਲ ਦੇਣਾ ਸ਼ੁਰੂ ਕੀਤਾ। ਜਿੱਥੇ ਐਲਾਨ ਕੀਤਾ, ਉਸ ਐਲਾਨ ਨੂੰ ਪੁਗਾਇਆ ਵੀ ਗਿਆ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਮੈਂ ਕਹਾਂਗੀ ਕਿ ਭਾਰਤ ਸਰਕਾਰ ਦੇ ਉੱਤੇ, ਭਾਰਤੀ ਮੀਡੀਆ ਦੇ ਉੱਤੇ, ਉਹਨਾਂ ਨੂੰ ਸ਼ਰਮ ਨਾਲ ਡੁੱਬ ਮਰਨਾ ਚਾਹੀਦਾ, ਤੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਜੇ ਸਿੱਖ ਹਾਲੇ ਜਿਹੜੇ ਕਿ ਜਿਨ੍ਹਾਂ ਨੂੰ ਆਪਣੇ ਕਬਜ਼ੇ 'ਚ ਰੱਖਿਆ ਹੋਇਆ, ਜਿਨ੍ਹਾਂ ਨੂੰ ਪੂਰੀ ਆਜ਼ਾਦੀ ਨਹੀਂ ਹੈ, ਜੇਕਰ ਉਸ ਦੇ ਬਾਵਜੂਦ ਉਹ ਅਜਿਹਾ ਕਰ ਸਕਦੇ ਨੇ, ਤਾਂ ਸਿੱਖ ਜੇ ਆਜ਼ਾਦ ਹੋ ਗਏ ਤਾਂ 3-3000 ਨਹੀਂ, ਜਾਂ 30-30 ਨਹੀਂ, 3-3 ਲੱਖ ਨਹੀਂ, ਬਲਕਿ 3-3 ਕਰੋੜ ਰੁਪਈਆ ਜਿਹੜਾ ਹੈ ਸਿੱਖਾਂ ਨੂੰ, ਹਰ ਸਿੱਖ ਨੂੰ ਮਿਲ ਸਕਦਾ ਹੈ। ਤੇ ਉਹ ਤਾਂ ਮਿਲੇਗਾ ਜੇ ਅਜਿਹੇ ਸੋਰਸਿਸ ਹੋਣਗੇ, ਅਸਾਸੇ ਹੈ ਨੇ, ਸੋਰਸਿਸ ਹੈ ਨੇ, ਤਾਂ ਕੀ ਪੰਜਾਬ ਦੀ ਜਿਹੜੀ ਆਰਥਿਕਤਾ ਜਾਂ ਪੰਜਾਬ ਦਾ ਜਿਹੜਾ ਵਿਕਾਸ ਹੈ, ਜਦੋਂ ਪੰਜਾਬ ਆਜ਼ਾਦ ਹੋਣ ਤੋਂ ਬਾਅਦ, ਕਿਵੇਂ ਤੁਸੀਂ ਚਿਤਵ ਸਕਦੇ ਹੋ ਉਸਨੂੰ? ਕਿਵੇਂ ਤੁਸੀਂ, ਕਿਹੜੇ ਤਰੀਕੇ ਨਾਲ ਤੁਸੀਂ ਉਸ ਦੀ ਜਿਹੜੀ ਇਮੇਜ ਹੈ, ਤਸਵੀਰ ਹੈ, ਆਪਣੇ ਮਨ ਦੇ ਵਿੱਚ ਬਣਾ ਸਕਦੇ ਹੋ, ਚਿਤਵ ਸਕਦੇ ਹੋ? ਇਹ ਤੁਹਾਡੇ ਤੇ ਹੈ। ਹੁਣ ਤੁਹਾਡੀਆਂ ਮੈਂ ਕਾਲਾਂ ਲਵਾਂਗਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਤੇ ਆਪਾਂ ਤੁਹਾਡੇ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ ਸਾਰੀ ਅੱਜ ਦੀ। ਤੇ ਤੁਹਾਡੇ ਵੀ ਵਿਚਾਰ ਜਾਣਾ, ਕਿ ਤੁਹਾਡੇ ਵਿਚਾਰ ਜਾਣਨੇ ਸਾਡੇ ਲਈ ਬਹੁਤ ਜ਼ਰੂਰੀ ਨੇ, ਕਿਉਂਕਿ ਜਿਹੜਾ ਇਸ ਪ੍ਰੋਗਰਾਮ ਨੂੰ ਚੱਲਦਾ ਰੱਖਣਾ, ਇਸ ਪ੍ਰੋਗਰਾਮ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਤੁਹਾਡੀ ਵਿਚਾਰਧਾਰਾ, ਉਹ ਸਾਨੂੰ ਪਤਾ ਲੱਗਣੀ ਜਿਹੜੀ ਹੈ ਬਹੁਤ ਜ਼ਰੂਰੀ ਹੈ। ਹਾਂਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਿੰਦਰ ਸਿੰਘ ਜੀ, ਜਿਵੇਂ ਕਿ ਤੁਸੀਂ ਬਹੁਤ ਸੁਚੱਜੇ ਤਰੀਕੇ ਨਾਲ ਸਮਝਾ ਰਹੇ ਹੋ ਸਾਰੀ ਲਕਾਈ ਨੂੰ, ਤੇ ਮੇਰੀ ਇੱਕ ਬੇਨਤੀ ਆ ਤੁਹਾਡੇ ਅੱਗੇ ਕਿ ਇੱਕ ਨਾ ਤੁਸੀਂ ਜਿਵੇਂ ਰੈਫਰੈਂਡਮ ਕੀ ਚੀਜ਼ ਹੁੰਦੀ ਆ, ਹਾਂਜੀ, ਤੇ ਰੈਫਰੈਂਡਮ 1990 ਤੋਂ ਲੈ ਕੇ, ਆਪਾਂ ਬਾਹਲਾ ਪਿੱਛੇ ਤਾਂ ਨਾ ਜਾਈਏ, ਪਰ 1990 ਤੋਂ ਲੈ ਕੇ 2020 ਤੱਕ ਕਿੰਨੇ ਕੁ ਲੋਕਾਂ, ਕਿੰਨੇ ਕੁ ਮੁਲਕਾਂ ਨੇ ਦੁਨੀਆ ਦੇ ਰੈਫਰੈਂਡਮ ਕਰਾ ਚੁੱਕੇ ਆ,
ਤੇ ਕਿਵੇਂ ਕਿਵੇਂ ਆਜ਼ਾਦੀ ਹੋ ਚੁੱਕੀ, ਇਹਨੂੰ ਤੁਸੀਂ ਇੰਗਲਿਸ਼ ਤੋਂ ਪੰਜਾਬੀ ਚ ਕਨਵਰਟ ਕਰਕੇ ਲੋਕਾਂ ਨੂੰ ਬੜੇ ਸਿੰਪਲ ਤਰੀਕੇ ਨਾਲ ਜੇ ਸਮਝਾ ਦਵੋ ਤਾਂ ਇਹ ਬਹੁਤ ਤੁਹਾਡਾ ਧੰਨਵਾਦ ਹੋਊਗਾ ਜੇ ਤੁਸੀਂ ਇਹ ਬੇਨਤੀ ਲਿਖ ਲਵੋ ਜਾਂ ਕਬੂਲ ਕਰ। ਮੈਂ ਕਹਿੰਦਾ ਜੀ, ਮੈਂ ਬਿਲਕੁਲ ਇਹ ਤੁਸੀਂ ਤਾਂ ਮੇਰੇ ਮੂੰਹ ਦੀ ਗੱਲ ਜਿਹੜੀ ਹੈ ਉਹ ਖੋਹ ਲਈ ਹੈ ਮੇਰੇ ਤੋਂ। ਜ਼ਰੂਰ ਜੀ, ਪੱਕਾ ਨੰਬਰ 1 ਤੇ ਇਹ ਗੱਲ ਮੇਰੀ। ਹਾਂਜੀ, ਇਹਦੇ ਨਾਲ ਨਾਲ ਮੈਂ ਬਹੁਤ ਦੇਖਦਾ ਵਾਂ ਕਿ ਜਦ ਸਿੱਖ ਆਪਦੇ ਰਾਜ ਦੀ ਗੱਲ ਕਰਦੇ ਆ ਨਾ, ਕਿਤੇ ਵੀ ਆਪਾਂ ਯਾਰਾਂ ਮਿੱਤਰਾਂ ਚ ਜਾਂ ਹੋਰਾਂ ਗਾਹਾਂ ਇੰਡੀਆ ਚ ਫੋਨ ਲਾ ਲਈਏ, ਕਿਤੇ ਵੀ ਹੈਗਾ, ਤੇ ਉਹ ਕਰਦੇ ਆ ਕਿ ਪਹਿਲਾਂ ਤੁਸੀਂ ਖਾਲਸੇ ਬਣ ਜਾਓ, ਪਹਿਲਾਂ ਇਹ ਕਰ ਲਓ, ਪਹਿਲਾਂ ਫਿਰ ਖਾਲਿਸਤਾਨ ਆਪੇ ਬਣ ਜਾਊਗਾ, ਫਿਰ ਸਾਰੀ ਦੁਨੀਆ ਚ ਖਾਲਸਾ ਰਾਜ। ਇਹ ਮੈਨੂੰ ਕੋਈ ਗੱਲ ਨਹੀਂ ਸਮਝ ਲੱਗਦੀ ਸੀ। ਮੈਂ ਹਰੇਕ ਨੂੰ ਇਹ ਪ੍ਰਸ਼ਨ ਉੱਤਰ ਕਰਦਾ ਵਾਂ ਕਿ ਜਦ ਹੋਰ ਮੁਲਕ ਆਜ਼ਾਦ ਹੋਇਆ, ਜਦ ਕਿਊਬਾ ਆਜ਼ਾਦ ਹੋਇਆ, ਜਦ ਪਾਕਿਸਤਾਨ ਬਣਿਆ, ਬੰਗਲਾਦੇਸ਼ ਬਣਿਆ, ਹਾਂ ਬਾਕੀ ਮੁਲਕ ਬਣੇ ਨੇ, ਹਾਂ ਬਿਲਕੁਲ, ਚੈਕ ਸਲੋਵਾਕੀਆ ਜਿਹੜੇ ਤੇ ਯੂਰਪ ਦੇ 20 ਮੁਲਕ ਆਜ਼ਾਦ, ਕੋਸੋਵੋ ਆਜ਼ਾਦ ਹੁੰਦਾ, ਇਜ਼ਰਾਈਲ ਬਣਦਾ, ਹਾਂ ਇਜ਼ਰਾਈਲ ਬਣਦਾ, ਉੱਥੇ ਉਹ ਤਾਂ ਨਹੀਂ ਕਿਹਾ ਗਿਆ ਕਿ ਤੁਸੀਂ ਪਹਿਲਾਂ ਜੀ ਆਪਦੇ ਧਰਮ ਦੇ ਕੱਟੜ ਪੰਥੀ ਬਣੋ, ਫੇਰ ਰੱਖੇ ਬਣੂਗਾ ਤੁਹਾਡਾ ਰਾਜ। ਵੈਰੀ ਗੁੱਡ, ਵੈਰੀ ਗੁੱਡ, ਬੜੀ ਤੁਸੀਂ ਡੂੰਘਾਈ ਵਾਲੀ ਗੱਲ ਕੀਤੀ ਹੈ, ਚੜ੍ਹਦੀ ਕਲਾ। ਹਾਂ ਬਿਲਕੁਲ ਜੀ, ਬਿਲਕੁਲ। ਇਹ ਤੁਹਾਨੂੰ ਮੂਰਖ ਬਣਾਇਆ ਜਾਂਦਾ ਕਿ ਤੁਸੀਂ ਖਾਲਸੇ ਬਣ ਜਾਓ ਤੇ ਖਾਲਿਸਤਾਨ ਆਪੇ ਬਣ ਜਾਓ। ਹਾਲਾਂਕਿ ਲੋਕਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਖਾਲਸੇ ਬਣਨਾ ਇੱਕ ਧਾਰਮਿਕ ਮਸਲਾ ਵਾ, ਖਾਲਿਸਤਾਨ ਬਣਨਾ ਇੱਕ ਪੋਲਿਟਿਕਸ ਤੇ ਦੇਸ਼ ਦਾ ਮਸਲਾ ਵਾ। ਉਹ ਸਿੱਖ ਰਾਜਨੀਤੀ ਦਾ ਮਸਲਾ ਤੇ ਸਿੱਖ ਧਰਮ ਦਾ ਮਸਲਾ ਨਹੀਂ ਹੈ। ਹਾਂ, ਵੈਰੀ ਗੁੱਡ, ਬਿਲਕੁਲ ਬਿਲਕੁਲ ਜੀ, ਬਿਲਕੁਲ। ਇਹ ਲੋਕਾਂ ਨੂੰ ਪਲੀਜ਼ ਤੁਸੀਂ ਜੇ ਇਹ ਸਿੰਪਲ ਤਰੀਕੇ ਨਾਲ ਸਮਝਾ ਦਵੋ ਨਾ, ਤੇ ਜਿਹੜੇ ਹੁਣ ਜੀ ਸਾਡੇ ਵਰਗੇ ਜਿਹੜੇ ਪੂਰਨ ਤੌਰ ਤੇ ਨਹੀਂ ਹੈਗੇ ਸਿੱਖ, ਪਰ ਸਿੱਖ ਹੈਗੇ ਆ ਜੀ, ਹੈਗੇ ਆ, ਬਿਲਕੁਲ ਬਿਲਕੁਲ ਜੀ, ਬਿਲਕੁਲ, ਉਹਨਾਂ ਨੂੰ ਵੀ ਸਮਝ ਲੱਗ ਜਾਵੇ ਕਿ ਖਾਲਿਸਤਾਨ ਦੀ ਗੱਲ ਹੈ ਕਿੱਥੇ ਹੈ। ਮਤਲਬ ਕਿ ਇਹ ਉਹ ਨਹੀਂ ਹੈਗਾ ਕਿ ਸਿਰਫ ਉੱਚ ਜਿਹੜੇ ਖਾਲਸੇ ਨੇ ਉਹਨਾਂ ਦੀ ਜਿਹੜੇ ਪੂਰਨ ਤੌਰ ਦੇ ਉੱਤੇ ਸਿੱਖ ਦਿਖਾਈ ਨਹੀਂ ਦੇ ਰਹੇ ਸਾਡੇ ਵੀਰ, ਜਿਵੇਂ ਤੁਸੀਂ ਗੱਲ ਕੀਤੀ ਹੈ, ਤਾਂ ਤੁਸੀਂ CID ਦੀ ਭੂਮਿਕਾ ਨਿਭਾਓ। ਹਾਂਜੀ ਹਾਂਜੀ, ਠੀਕ ਹੈ ਨਾ, ਹਾਂ ਬਿਲਕੁਲ, CID ਦੀ ਭੂਮਿਕਾ ਨਿਭਾਓ। ਤੇ ਬਹੁਤ ਧੰਨਵਾਦ ਜੀ ਤੁਹਾਡਾ। ਹਾਂਜੀ ਹਾਂਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ, ਮੈਨੂੰ ਲੱਗਦਾ ਹਾਂ ਜਿਹੜੇ ਸਾਡੇ ਵੀਰ ਨੇ ਇਹਨਾਂ ਦੇ ਵਿਚਾਰ ਬਹੁਤ ਵਧੀਆ ਤੇ ਵਡਮੁੱਲੇ ਸਨ। ਹਾਂਜੀ, ਸਵਾਗਤ ਹੈ ਤੁਹਾਡਾ। ਸਰਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਰਦਾਰ ਸਾਹਿਬ, ਵੇਖੋ ਮੇਰਾ ਤੁਹਾਨੂੰ ਸਲੂਟ ਹੈ। ਤੁਸੀਂ ਬੀਤਿਆ ਤੇ ਮੌਜੂਦਾ ਇਤਿਹਾਸ ਤੇ ਗੱਲਬਾਤ ਕਰ ਰਹੇ ਹੋ ਬੜੇ ਖੋਜੀ ਤਰੀਕੇ ਨਾਲ, ਤੇ ਮੈਂ ਇੱਕ ਥੋੜੀ ਜਿਹੀ ਬੁੱਧੀ ਵਾਲਾ ਆਪਣਾ ਸਟੂਡੈਂਟ ਹੀ ਸਮਝ ਲਓ। ਉਹਦੇ ਆਧਾਰ ਤੇ ਇੱਕ ਸਵਾਲ ਕਰਨਾ ਹੈ, ਉਹਦੇ ਤੇ ਜ਼ਰੂਰ ਮੈਨੂੰ ਲੱਗਦਾ ਤੁਹਾਡੇ ਤੋਂ ਵਧੀਆ ਕੋਈ ਜਵਾਬ ਨਹੀਂ ਦੇਗਾ। ਉਹ ਵੀ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਖਾਲਿਸਤਾਨ ਖਾਲਸਾ ਰਾਜ ਸਥਾਪਿਤ ਕੀਤਾ ਸੀ, ਉਹਦੀ ਮੈਨੂੰ ਲੱਗਦਾ ਵੀ ਪੂਰਾ ਸੱਚ ਨਹੀਂ ਆਪਣੇ ਇਤਿਹਾਸਕਾਰ ਕਥਾਵਾਚਕ ਦੱਸਦੇ। ਆਮ ਤੌਰ ਤੇ ਇਹੀ ਕਿਹਾ ਜਾਂਦਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਨੰਦੇੜ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ 5 ਤੀਰ 5 ਸਿੰਘ ਤੇ ਹੁਕਮਨਾਮਾ ਦੇ ਕੇ ਭੇਜਿਆ, ਤੂੰ ਜਾ ਕੇ ਸਰਹੰਦ ਦੇ ਨਵਾਬ ਨੂੰ ਸਜ਼ਾ ਦੇ ਦੇ ਤੇ ਇੱਥੋਂ ਤੱਕ ਹੀ ਰਹਿੰਦੇ ਨੇ। ਜਦ ਕਿ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿੱਥੇ 5 ਤੀਰ 5 ਸਿੰਘ ਤੇ ਨਾਲ ਹੁਕਮਨਾਮਾ ਦਿੱਤਾ, ਉੱਥੇ ਗੁਰੂ ਸਾਹਿਬ ਨੇ ਹੀ ਕਿਹਾ ਹੋਣਾ ਹੈ ਵੀ ਜਾ ਕੇ ਪੰਜਾਬ ਦੇ ਵਿੱਚ ਖਾਲਸਾ ਰਾਜ ਖਾਲਿਸਤਾਨ ਸਥਾਪਿਤ ਕਰ। ਤੇ ਮੇਰਾ ਸਵਾਲ ਇਹ ਵੀ ਜੇਕਰ ਅਸੀਂ ਇਹ ਖੋਜ ਕਰਕੇ ਸਪਸ਼ਟ ਲੋਕਾਂ ਨੂੰ ਕਹਿ ਦਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਅਨੁਸਾਰ, ਉਹਨਾਂ ਦੇ ਕਹਿਣ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਹਿੰਦੁਸਤਾਨ ਦੇ ਇੱਕ ਹਿੱਸੇ 'ਚ ਖਾਲਿਸਤਾਨ ਬਣਾਇਆ, ਤੇ ਮੈਨੂੰ ਲੱਗਦਾ ਵੀ ਇਹਦੇ ਨਾਲ ਇੰਟਰਨੈਸ਼ਨਲ ਲੈਵਲ ਤੇ ਸਾਡੀ ਜਿਹੜੀ ਲਾਬੀ ਹੈ ਨਾ ਮਜ਼ਬੂਤ ਹੋ ਸਕਦੀ ਹੈ। ਜੇ ਅਸੀਂ ਤੇ ਆਪ ਹੀ ਇਹ ਮੁੱਦੇ ਵੱਲ ਧਿਆਨ ਨਹੀਂ ਦਿੰਦੇ, ਮੈਨੂੰ ਲੱਗਦਾ ਵੀ ਤੁਹਾਨੂੰ ਬੇਨਤੀ ਵੀ ਇਹਦੇ ਤੇ ਜ਼ਰੂਰ ਖੋਜ ਕਰਕੇ ਸਿੱਧਾ ਜਿਹੜਾ ਹੁਕਮਨਾਮਾ ਖਾਲਿਸਤਾਨ ਦਾ ਜਾਣ ਕੇ ਉਹ ਗੁਰੂ ਸਾਹਿਬ ਦੇ ਨਾਲ ਹੀ ਜੋੜ ਦਿੱਤਾ ਜਾਏ, ਉਹਦੇ ਨਾਲ ਸਾਡਾ ਆਪਣਾ ਜਿਹੜਾ ਕਲੇਮ ਹੈ ਖਾਲਸਾ ਰਾਜ ਦਾ ਹੋਰ ਮਜ਼ਬੂਤ ਹੋ ਸਕੇਗਾ। ਮੇਰਾ ਤੁਹਾਨੂੰ ਸਲੂਟ ਹੈ। ਮਿਹਰਬਾਨੀ, ਬਹੁਤ ਧੰਨਵਾਦ ਜੀ ਤੁਹਾਡਾ। ਫੇਸਬੁੱਕ ਤੇ ਉੱਤੇ ਟਿੱਪਣੀ ਕਰਦੇ ਨੇ ਸਾਰਿਸ ਸੰਧੂ, ਕਹਿੰਦੇ ਭਾਰਤ ਮਾਤਾ ਦਾ ਸਾੜਾ ਲੈਣ ਵਾਲਾ ਹੁਣ ਬਹੁਤ ਛੇਤੀ ਸਿੱਖੀ ਵਾਲਾ ਰੂਪ ਪੰਜਾਬ ਤੇ ਕਿਸਾਨੀ ਦੇ ਹੱਕ ਦੀਆਂ ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਦਾ ਹਮਲਾ ਤੇ ਸਿੱਖ ਨਸਲਕੁਸ਼ੀ ਦੀਆਂ ਤੇ ਸੰਤ ਭਿੰਡਰਾਂ ਵਾਲਿਆਂ ਦੀਆਂ ਗੱਲਾਂ, ਨਾਲੇ ਚੱਪਲੀ ਘੜੀਸ ਕੰਜਰੀ ਵਾਲੇ ਲਾਲੇ ਦਾ ਝਾੜੂ ਢੂਹੇ ਨਾਲ ਬੰਨਣਾ
ਕੋਈ ਮੂਰਖ ਜਾਂ ਗਦਾਰ ਖੂਨ ਦੀ ਪੈਦਾਇਸ਼ ਹੀ ਕਰ ਸਕਦੀ ਹੈ। 100 ਗੱਲਾਂ ਦੀ ਇੱਕੋ ਗੱਲ, ਖਾਲਿਸਤਾਨ ਹੀ ਸਾਡਾ ਹੱਲ। ਹਾਂਜੀ, ਬਹੁਤ ਵਧੀਆ ਜੀ, ਤੇ ਸਵਾਗਤ ਹੈ ਜੀ ਤੁਹਾਡਾ। ਵਾਹਿ ਖਾਲਸਾ ਵਾਹਿ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੈਂ ਸੋਦੀ ਤੋਂ ਬੋਲਦਾ ਜੀ। ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਸੀ। ਹਾਂ, ਮੈਂ ਬਸ ਇਹ ਕਹਿਣਾ ਚਾਹੁੰਦਾ ਕਿ ਜਿੱਦਾਂ ਪੰਨੂ ਸਾਹਿਬ ਹੁਣਾਂ ਨੇ ਰੇਲ ਰੋਕੋ ਦਾ ਉਹਨਾਂ ਨੇ ਮਤਲਬ ਕਿ ਕਾਲ ਦਿੱਤੀ ਆ, ਜਿਹੜੇ ਆ ਤੜਫਦੇ ਫਿਰਦੇ ਆ, 4 ਜਾਣੇ ਆ, 8 ਜਾਣੇ ਆ, 10 ਜਾਣੇ ਆ। ਹਾਂਜੀ, ਪੰਜਾਬ ਵਾਲੇ ਆ, ਉਹ ਤੁਹਾਡੇ ਕੋਲ ਇੱਕ ਵਕਤ ਆਇਆ ਤੁਹਾਡੇ ਕੋਲ ਵੀ ਪੂਰੀ ਦੁਨੀਆ ਨੂੰ ਦਿਖਾ ਦਿਓ ਤੁਸੀਂ ਕਿੰਨੇ ਜਾਣੇ ਆ। ਵੈਰੀ ਗੁੱਡ। ਤੁਸੀਂ ਚਾਹੁੰਦੇ ਹੋ ਕਿ ਨਹੀਂ ਰੇਲ ਨਾਲ ਗੱਡੀਆਂ ਰੋਕ ਕੇ ਤੁਸੀਂ ਦੁਨੀਆ ਖੱਲੀ ਬੱਲੀ, ਤੁਸੀਂ ਪੰਜਾਬ ਦੇ ਵਿੱਚ ਵੱਸਦੇ ਜਿਹੜੇ ਆ 1 2 4 5 10 ਕਹਿੰਦੇ, ਇਹਨਾਂ ਦੇ ਮੂੰਹ ਤੇ ਹੀ ਥੱਪੜ ਮਾਰ ਸਕਦੇ ਆ ਤੁਸੀਂ ਇਕੱਠ ਕਰਕੇ ਪੂਰੇ ਪੰਜਾਬ 'ਚ। ਤੁਸੀਂ ਕੋਈ ਕਾਨੂੰਨ ਹੱਥ 'ਚ ਨਹੀਂ ਲੈਣਾ, ਕੋਈ ਕੁਛ ਨਹੀਂ ਕਰਨਾ, ਸਿਰਫ ਤੁਸੀਂ ਪ੍ਰੋਟੈਸਟ ਕਰਕੇ ਇੱਕ ਬੜਾ ਵੱਡਾ ਤੁਸੀਂ ਸੁਨੇਹਾ ਦੇ ਸਕਦੇ ਹੋ ਵਰਲਡ ਵਿੱਚ ਕਿ ਸਿੱਖ ਕੀ ਚਾਹੁੰਦੇ ਨੇ। ਬਿਲਕੁਲ ਜੀ, ਬਿਲਕੁਲ। ਕਿਉਂ ਜੀ? ਔਰ ਕੁਛ ਗੱਲਾਂ ਇਹ ਕਹਿੰਦੇ ਨੇ ਕਿ ਇਹ ਮਤਲਬ ਕਿ ਇਹ ਪਾਕਿਸਤਾਨ ਬਣਿਆ ਉਹ ਭੁੱਖਾ ਮਰਦਾ, ਇਹ ਬਣਿਆ ਭੁੱਖਾ। ਜਿਹੜਾ ਫਲਸਫਾ ਸਾਡੇ ਗੁਰੂ ਸਾਨੂੰ ਦੇ ਗਏ ਨੇ ਉਹ ਦੁਨੀਆ ਦੇ ਕਿਸੇ ਵੀ ਧਰਮ ਦੇ ਵਿੱਚ ਨਹੀਂ ਹੈ। ਇਸ ਚੀਜ਼ ਨੂੰ ਕਿਉਂ ਨਹੀਂ ਪੜਚੋਲ ਕਰਦਾ ਸਿੱਖ? ਕਿਉਂ ਨਹੀਂ ਦੇਖਦਾ? ਜਿਹੜਾ ਦਸਵੰਤ ਕੱਢਣ ਦਾ ਜਿਹੜਾ ਸਾਨੂੰ ਗੁਰੂ ਸਿਖਾ ਗਏ ਆ ਕਿ ਆਪਣੀ ਕਮਾਈ 'ਚ ਤੁਸੀਂ 10ਵਾਂ ਹਿੱਸਾ ਕੱਢਣਾ ਹੈ, ਉਹ ਕਿਸੇ ਵੀ ਧਰਮ ਵਿੱਚ ਨਹੀਂ ਹੈ, ਕਿਸੇ ਵਿੱਚ ਨਹੀਂ ਹੈ। ਬਿਲਕੁਲ। ਜੇ ਸਾਡੇ ਬੰਦੇ 500 550 ਮਿਲੀਅਨ ਪਾਉਂਡ ਪਾਕਿਸਤਾਨ ਨੂੰ ਦੇ ਸਕਦੇ ਆ, ਅਮਰੀਕਾ ਤੋਂ ਬੈਠੇ 1 ਲੱਖ 2 ਲੱਖ ਡਾਲਰ ਪਾਕਿਸਤਾਨ ਨੂੰ ਦੇ ਸਕਦੇ ਆ ਆਪਣੇ ਉਧਰ ਦੇ ਕਾਰਜ ਕਰਨ ਵਾਸਤੇ, ਗੁਰਦੁਆਰਿਆਂ ਦੀ ਦੇਖਭਾਲ ਜਾਂ ਕੁਛ ਵੀ ਵਾਸਤੇ। ਤੇ ਜੇ ਸਾਡੀ ਆਪਣੀ ਕੰਟਰੀ ਹੋਏਗੀ ਤੇ ਸਾਡੇ ਕਿੰਨੇ ਮਿਲੀਅਨ ਬੰਦੇ ਬਾਹਰ ਬੈਠੇ ਜਿਹੜੇ ਅਰਬਾਂਪਤੀ ਆ, ਉਹ ਕਿੰਨੀ ਡਿਵੈਲਪਮੈਂਟ ਕਰਨਗੇ ਆਪਣੇ ਦੇਸ਼ ਵਿੱਚ। ਸੋ ਅਕਾਲ ਤਖਤ ਸਾਡੇ ਕੋਲ ਇਹੋ ਜਿਹੀ ਚੀਜ਼ ਹੈ ਇੱਕ, ਅਸੀਂ ਜਿਹੜੇ ਸਿੱਖ ਹੈ ਕਦੀ ਗੁਰਦੁਆਰੇ ਮੱਥਾ ਟੇਕਣ ਲੱਗੇ ਜੋ 10 ਰੁਪਏ 20 ਰੁਪਏ 50 ਰੁਪਏ ਤੇ ਜਦੋਂ ਰੱਖਦੇ ਆ ਸਾਡਾ ਦਿਲ ਦੁਖਦਾ ਨਹੀਂ? ਦੁਖਦਾ, ਕਿਉਂਕਿ ਇਹ ਸਾਡੇ ਗੁਰੂ ਨੇ ਸਾਨੂੰ ਦੱਸਿਆ ਦਸਵੰਧ ਕੱਢਣਾ। ਬਿਲਕੁਲ ਨਹੀਂ ਦੁਖਦਾ ਸਾਡਾ ਦਿਲ। ਅਸੀਂ ਆਪਣੇ ਗੁਰੂ ਬਦਲੇ ਜਾਨ ਦੇਣ ਨੂੰ ਅਸੀਂ ਵਾਰ ਦਿੰਦੇ ਆ। ਪੈਸਾ ਕੀ ਚੀਜ਼ ਹੈ ਸਾਡੇ ਅੱਗੇ? ਕੁਛ ਨਹੀਂ ਹੈ। ਵੈਰੀ ਗੁੱਡ ਜੀ, ਵੈਰੀ ਗੁੱਡ। ਆਪਣਾ ਦੇਸ਼ ਹੋਏਗਾ, ਸੱਚੇ ਸੁੱਚੇ ਲੋਕ ਹੋਣਗੇ ਬੈਠੇ ਉਹਦੇ, ਹਰ ਚੀਜ਼ ਇਮਾਨਦਾਰੀ ਨਾਲ ਹੋਊਗੀ, ਇੱਕ ਕੋਲ ਅਕਾਲ ਤਖਤ ਤੋਂ ਦਿੱਤੀ ਜਾਵੇਗੀ ਪੂਰੇ ਵਰਲਡ ਵਿੱਚ, ਤੇ ਇੱਕ ਸਕਰੀਨਾਂ ਲਾਈਆਂ ਜਾਣਗੀਆਂ, ਇੱਕ ਅਕਾਊਂਟ ਨੰਬਰ ਖਾਲਿਸਤਾਨ ਦੇ ਨਾਂ ਦਾ ਹੋਊਗਾ ਜਿਹੜਾ ਪੂਰੇ ਵਰਲਡ 'ਚ ਘੁੰਮੇਗਾ। ਤੇ ਤੁਸੀਂ ਦਿਨਾਂ 'ਚ ਕਹਿੰਦੇ ਉੱਥੇ ਸੈਕਟਾਂ ਦੇ ਹਿਸਾਬ 'ਚ ਦੇਖੋ ਡਾਲਰ ਪਾਉਂਡ ਕਿੱਦਾਂ ਡਿੱਗਦੇ। ਜਿਹੜੀ ਮਰਜ਼ੀ ਸ਼ੈ ਖਰੀਦੋ, ਭਾਵੇਂ ਰੌਕਟ ਖਰੀਦ ਲਿਓ ਤੇ ਭਾਵੇਂ ਜੋ ਮਰਜ਼ੀ ਖਰੀਦ ਲਿਓ। ਸਿੱਖ ਕੌਮ ਨੂੰ ਇੰਨਾ ਵਧੀਆ ਫਲਸਫਾ ਦਿੱਤਾ ਸਾਡੇ ਗੁਰੂਆਂ ਨੇ। ਬਹੁਤ ਵਧੀਆ ਜੀ, ਬਹੁਤ ਵਧੀਆ। ਧੰਨਵਾਦ ਤੁਹਾਡਾ ਜੀ। ਹਾਂਜੀ, ਧੰਨਵਾਦ, ਬਹੁਤ ਵਧੀਆ, ਸ਼ੁਕਰੀਆ। ਤੁਸੀਂ ਗੱਲ ਬਹੁਤ ਵਧੀਆ ਤਰੀਕੇ ਨਾਲ ਕੀਤੀ। ਹਾਂਜੀ, ਨੈਕਸਟ ਕਾਲਰ ਜੀ, ਸਵਾਗਤ ਹੈ ਤੁਹਾਡਾ। ਹਾਂਜੀ, ਸਵਾਗਤ ਹੈ ਜੀ। 2 ਜ਼ੀਰੋ ਨੇ ਪਿੱਛੇ। ਨਹੀਂ, ਮੈਨੂੰ ਲੱਗਦਾ ਉਹਨਾਂ ਨੂੰ ਮੇਰੀ ਸ਼ਾਇਦ ਆਵਾਜ਼ ਸੁਣ ਨਹੀਂ ਰਹੀ ਹੈਗੀ। ਸੋ ਬਹੁਤ ਵਧੀਆ ਜਿਹੜੇ ਵਿਚਾਰ ਨੇ ਉਹ ਸਾਡੇ ਜਿਹੜੇ ਸੂਝਵਾਨ ਦਰਸ਼ਕ ਨੇ ਉਹ ਪੇਸ਼ ਕਰ ਰਹੇ ਨੇ। ਵੱਡੀ ਗਿਣਤੀ ਜਿਹੜੇ ਸਾਡੇ ਵੀਰ ਨੇ ਉਹ ਫੇਸਬੁੱਕ ਤੇ ਵੀ ਜੁੜੇ ਹੋਏ ਨੇ, ਪਰ ਯੂਟਿਊਬ ਵਾਲਿਆਂ ਦਾ ਮੈਂ ਖਾਸ ਕਰਕੇ ਧੰਨਵਾਦ ਕਰਦਾ। ਸੋਸ਼ਲ ਮੀਡੀਆ ਦੇ ਉੱਤੇ ਜਿੰਨੇ ਵੀ ਜੁੜੇ ਹੋਏ ਨੇ ਸਾਡੇ ਦੋਸਤ, ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦੇ ਨੇ। ਉਲਝਣ ਦੀ ਲੋੜ ਨਹੀਂ। ਜਿਹੜੇ ਤੁਹਾਡੇ ਖਿਲਾਫ ਕੋਈ ਕਿਸੇ ਤਰੀਕੇ ਦਾ ਕੋਈ ਕਮੈਂਟ ਕਰਦੇ ਨੇ, ਸਗੋਂ ਸਾਨੂੰ ਉਹਨਾਂ ਨੂੰ ਦੇਖਣਾ ਚਾਹੀਦਾ, ਸੁਣਨਾ ਚਾਹੀਦਾ। ਉਹਨਾਂ ਦੀ ਸ਼ਬਦਾਵਲੀ ਸਾਨੂੰ ਦੇਖਣੀ ਚਾਹੀਦੀ ਹੈ ਉਸ ਕਮੈਂਟ ਦੀ। ਇਹ ਸਾਡੇ ਲਈ ਬਲਕਿ ਸਿੱਖਣ ਦਾ ਇੱਕ ਮੌਕਾ ਹੁੰਦਾ। ਉਹਦੇ ਤੇ ਗੁੱਸਾ ਨਹੀਂ ਕਰਨਾ। ਜਿਹੜਾ ਵੀ ਵਿਅਕਤੀ ਕੋਈ ਕਿਸੇ ਤਰੀਕੇ ਦਾ ਉਸ ਤਰ੍ਹਾਂ ਦਾ ਕਮੈਂਟ ਕਰਦਾ ਤੁਹਾਡੇ ਖਿਲਾਫ, ਉਹ ਸਗੋਂ ਸਾਨੂੰ ਸਿਖਾਉਣ ਦੇ ਲਈ ਕਰ ਰਿਹਾ, ਉਹ ਕਿਤੇ ਸਾਡਾ ਭਲਾ ਹੀ ਕਰ ਰਿਹਾ। ਇਹ ਬਹੁਤ ਵਧੀਆ ਗੱਲ ਹੈ। ਹਾਂਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਈ ਸਾਹਿਬ। ਅੱਜ ਦੇ ਵਿਸ਼ੇ ਦੇ ਸੰਬੰਧ ਚ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਸਿੱਖਾਂ ਦੀ ਮਾਨਸਿਕਤਾ ਹੈ ਨਾ, ਇਹ ਸਾਨੂੰ ਮਾਨਸਿਕਤਾ ਮਿਲੀ ਹੈਗੀ ਸਾਡੇ ਗੁਰੂ ਸਾਹਿਬਾਨਾਂ ਤੋਂ, ਗੁਰੂ ਨਾਨਕ ਪਾਤਸ਼ਾਹ ਤੋਂ ਲੱਗ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ। ਉਹ ਮਾਨਸਿਕਤਾ ਜਿਹੜੀ ਆ ਉਹ ਇੱਕ ਸੱਚ ਦੀ ਮਾਨਸਿਕਤਾ ਹੈਗੀ ਆ। ਸਿੱਖ ਜਿਹੜੇ ਉਹ ਸੱਚ ਦੇ ਵਫ਼ਾਦਾਰ ਆ, ਨਾ ਕਿ ਕਿਸੇ ਹਕੂਮਤ ਜਾਂ ਕਿਸੇ ਸ਼ਾਸਕ ਦੇ ਵਫ਼ਾਦਾਰ ਹੁੰਦੇ ਆ। ਹੁਣ ਸਾਨੂੰ ਜਿਹੜੇ ਸ਼ਾਸਕ ਟੱਕਰੇ ਆ ਉਹ ਹੈਗੇ ਬਹੁਤ ਹੀ ਘਟੀਆ ਮਾਨਸਿਕਤਾ ਵਾਲੇ। ਤੇ ਉਹਨਾਂ ਨੇ ਜਿਹੜਾ ਇਹ ਸੋਚੀ ਸਮਝੀ ਸਾਜ਼ਿਸ਼ ਰਾਹੀਂ ਜਦੋਂ ਦਰਬਾਰ ਸਾਹਿਬ ਤੇ 1984 ਚ ਅਟੈਕ ਕੀਤਾ ਸੀ, ਤੇ ਉਦੋਂ ਸੰਤ ਜਰਨੈਲ ਸਿੰਘ ਖਾਲਸਾ ਹੋਣਾ ਵੱਲੋਂ ਸਿੱਖੀ
ਸਿੱਖੀ ਮਾਨਸਿਕਤਾ ਦਾ ਉਹਨਾਂ ਨੂੰ ਸਬੂਤ ਚੰਗੇ ਤਰੀਕੇ ਨਾਲ ਦਿੱਤਾ ਗਿਆ ਸੀ ਫਿਰ ਦੁਬਾਰਾ ਤੋਂ ਜੀ ਔਰ ਉਹ ਸਬੂਤ ਐਸਾ ਦਿੱਤਾ ਸੀ ਵੀ ਪਹਿਲੇ 2 ਦਿਨ ਜਿਹੜੇ ਇਹਨਾਂ ਦੇ ਐਲੀਟ ਕਮਾਂਡੋਜ਼ ਹੈਗੇ ਆ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਸਕਿਆ ਵੀ ਗੋਲੀਆਂ ਕਿੱਥੋਂ ਆ ਰਹੀਆਂ ਤੇ ਉਹ ਗੋਡਿਆਂ ਤੋਂ ਹੇਠਾਂ ਦੀਆਂ ਉਹਨਾਂ ਦੀਆਂ ਲੱਤਾਂ ਜਿਹੜੀਆਂ ਉਹ ਉੱਡ ਜਾਂਦੀਆਂ ਸੀ ਤੇ ਉੱਪਰ ਕਰਮਾਂ ਲੱਗੀ ਸੀ ਪਏ ਤੇ ਉੱਥੇ ਹੀ ਰੋਂਦੇ ਬਿਲਕਦੇ ਰਹੇ ਸੀ। 2 ਦਿਨ ਬਾਅਦ ਇਹਨਾਂ ਨੇ ਉੱਥੋਂ ਉਹਨਾਂ ਨੂੰ ਜ਼ਖਮੀਆਂ ਨੂੰ ਤੇ ਮਰਿਆਂ ਨੂੰ ਉੱਥੋਂ ਲਿਫਟ ਕੀਤਾ ਸੀ ਤੇ ਫੇਰ ਅੰਦਰ ਟੈਂਕ ਵਾੜੇ ਸੀ। ਉਦੋਂ ਦੇ ਡਰਾਏ ਜਿਹੜੇ ਆ ਉਹੀ ਐਲੀਟ ਫੋਰਸ ਜਿਹੜੀ ਅੱਜ ਇਹਨਾਂ ਨੇ ਚਾਈਨਾ ਦੇ ਬਾਰਡਰ ਤੇ ਭੇਜੀ ਆ ਤੇ ਉਦੋਂ ਦੀ ਇੰਨੀ ਉਹਨਾਂ ਦੀ ਮਾਨਸਿਕਤਾ ਜਿਹੜੀ ਉਹਨਾਂ ਨੇ ਕੁੱਟ ਖਾਧੀ ਸਿੱਖਾਂ ਕੋਲੋਂ ਉਹ ਅੱਜ ਵੀ ਇੰਨੇ ਡਰੇ ਆ ਵੀ ਉਹ ਚੀਨੀਆਂ ਕੋਲੋਂ ਵੀ ਹੁਣ ਚਪੇੜਾਂ ਖਾ ਰਹੇ ਉੱਥੇ। ਵੇਖੋ ਪਿਛਲੇ 2-3 ਦਿਨ ਪਹਿਲਾਂ ਵੀ ਉਹਨਾਂ ਨੇ ਕੁੱਟ ਖਾਧੀ ਆ ਔਰ ਪਰਸੋਂ ਰਾਤ ਇਹਨਾਂ ਨੇ ਫੇਰ ਕੁੱਟ ਖਾਧੀ ਆ ਪਰ ਇਹਨਾਂ ਦੀ ਹਿੰਮਤ ਨਹੀਂ ਪਈ ਵੀ ਅੱਗਿਓਂ ਹਥਿਆਰ ਵੀ ਚੁੱਕ ਲਈਏ। ਇਹਨੇ ਡਰਾ ਦਿੱਤੇ ਉਦੋਂ ਦੇ ਸੰਤ ਭਿੰਡਰਾਂ ਵਾਲਿਆਂ ਨੇ 1984 ਚ ਇਹਨਾਂ ਦੇ ਐਲੀਟ ਕਮਾਂਡੋ ਫੋਰਸ। ਇੱਥੋਂ ਸਿੱਖਾਂ ਦੀ ਮਾਨਸਿਕਤਾ ਜਿਹੜੀ ਆ ਉਹਦਾ ਇਹਨਾਂ ਨੂੰ ਅੰਦਾਜ਼ਾ ਹੋ ਜਾਣਾ ਚਾਹੀਦਾ। ਚੜ੍ਹਦੀ ਕਲਾ ਵਾਲੀ ਮਾਨਸਿਕਤਾ ਇਹੋ ਹੀ ਸਿੱਖਾਂ ਦੀ ਜਿਹੜੀ ਮਾਨਸਿਕਤਾ ਨਾ ਇਹੋ ਹੀ ਹੁਣ ਸਾਨੂੰ ਆਜ਼ਾਦੀ ਦਵਾਏਗੀ, ਸਾਡੇ ਪੰਜਾਬ ਨੂੰ ਆਜ਼ਾਦੀ ਦਵਾਏਗੀ ਔਰ ਇਹ ਦ੍ਰਿੜਤਾ ਜਿਹੜੀ ਆ ਉਹੋ ਹੀ ਹੈ ਰੈਫਰੈਂਡਮ ਨੂੰ ਕਾਮਯਾਬ ਕਰੇਗੀ। ਇਹ ਜੋ ਮਰਜ਼ੀ ਕਰ ਲੈਣ, ਜਿੰਨਾ ਮਰਜ਼ੀ ਜ਼ੋਰ ਲਾ ਲੈਣ ਪਰ ਸਾਡਾ ਰੈਫਰੈਂਡਮ ਜਿਹੜਾ ਉਹ ਕਾਮਯਾਬ ਹੋਏਗਾ। ਇਹ ਸਾਡੀ ਦ੍ਰਿੜਤਾ ਨੂੰ ਹੁਣ ਨਾ ਤੇ ਤੋੜ ਸਕਦੇ ਆ ਤੇ ਨਾ ਹੀ ਇਹ ਭਟਕਾ ਸਕਦੇ ਆ। ਜਿੰਨੀ ਮਰਜ਼ੀ ਇਹ ਭੜਕਾਟ ਦੇਣ ਇਹ ਹੁਣ ਵੋਟਾਂ ਵਾਲਾ ਜਿਹੜਾ ਤਰੀਕਾ ਸਾਡਾ ਹੈਗਾ ਇਹ ਨਾ ਪੱਕਾ ਹੈਗਾ ਬਈ ਇਹਦੇ ਨਾਲ ਇਹ ਸਭ ਕੁਝ ਹਿੱਲ ਜਾਏਗਾ ਤੇ ਸਾਡਾ ਰਾਜ ਆਏਗਾ। ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਧੰਨਵਾਦ। ਜ਼ਰੂਰ ਆਏਗਾ ਜੀ, ਅਸੀਂ ਆਪਣੇ ਜਿਉਂਦੇ ਜੀ ਦੇਖਾਂਗੇ। ਤੇ ਸਿੱਖਾਂ ਦੀ ਮਾਨਸਿਕ ਅਵਸਥਾ ਦੀ ਜਦੋਂ ਗੱਲ ਕਰਦੇ ਹਾਂ ਨਾ, ਦਰਬਾਰ ਸਾਹਿਬ ਦੇ ਵਿੱਚ 6 ਜੂਨ ਦੀ ਸਵੇਰ ਨੂੰ ਅਕਾਲ ਤਖਤ ਸਾਹਿਬ ਦੇ ਵਿੱਚ ਜਿਸ ਵੇਲੇ ਅਕਾਲ ਤਖਤ ਦੀਆਂ ਉੱਪਰਲੀਆਂ ਮੰਜ਼ਲਾਂ ਢਹਿ ਕੇ ਉਹਦਾ ਜਿਹੜਾ ਮਲਬਾ ਅੱਗੇ ਉਹ ਮੋਰਚੇ ਨੂੰ ਕਵਰ ਕਰ ਲੈਂਦਾ, ਜਿਹੜਾ ਪੱਥਰ ਕੱਟ ਕੇ ਬਣਾਇਆ ਹੋਇਆ ਸੀ ਗੋਲੀ ਚਲਾਉਣ ਦੇ ਲਈ, ਤੇ ਉਹ ਸਾਰਾ ਰਾਹ ਬੰਦ ਹੋ ਜਾਂਦਾ ਤੇ ਟੈਂਕ ਨੇ ਜਿਹੜੇ ਬਿਲਕੁਲ ਅਕਾਲ ਤਖਤ ਦੇ ਅੱਗੇ ਆ ਜਾਂਦੇ ਨੇ ਤੇ ਉਹਨਾਂ ਦੀ ਪੈਦਲ ਫੌਜ ਵੀ ਜਿਹੜੀ ਹੈ ਅਕਾਲ ਤਖਤ ਦੇ ਅੱਗੇ ਆ ਜਾਂਦੀ ਹੈ। ਤੇ ਜਦੋਂ ਇੱਕ ਸਿੰਘ ਥੋੜਾ ਜਿਹਾ ਸਿਰ ਉੱਚਾ ਕਰਕੇ ਉਸ ਮੰਜ਼ਰ ਨੂੰ ਦੇਖਦਾ ਬਾਹਰ ਨਿਕਲ ਕੇ ਕਿ ਹੁਣ ਅਸੀਂ ਜਿਹੜਾ ਮੋਰਚਾ ਕਿਸ ਤਰੀਕੇ ਨਾਲ ਅਗਲਾ ਰੂਪ ਦੇਣਾ ਉਸਨੂੰ, ਤਾਂ ਉਹ ਦੇਖਦਾ ਕਿ ਬਹੁਤ ਨੇੜੇ ਪਹੁੰਚ ਚੁੱਕੀ ਹੈ ਫੌਜ ਤੇ ਹੁਣ ਹੁਣ ਅਕਾਲ ਤਖਤ ਸਾਹਿਬ ਦੇ ਉੱਤੇ ਉਹ ਅੰਦਰ ਆਉਣਾ ਚਾਹੁੰਦੀ ਹੈ। ਤਾਂ ਉਹ ਥੱਲੇ ਜਾ ਕੇ ਦੱਸਦਾ, ਥੱਲੇ ਫਿਰ ਵਿਚਾਰ ਵਟਾਂਦਰਾ ਹੁੰਦਾ। ਸੰਤ ਜਰਨੈਲ ਸਿੰਘ ਕਹਿੰਦੇ ਨੇ ਕਿ ਹੁਣ ਆਪਾਂ ਬਾਹਰ ਨਿਕਲ ਕੇ ਲੜ ਕੇ ਸ਼ਹੀਦੀ ਪਾਵਾਂਗੇ, ਇਸ ਤੋਂ ਪਹਿਲਾਂ ਕਿ ਉਹ ਸਾਨੂੰ ਗ੍ਰਿਫਤਾਰ ਕਰਨ ਜਾਂ ਕੋਈ ਜ਼ਹਿਰੀਲੀ ਗੈਸ ਛੱਡਣ। ਅਸੀਂ ਲੜ ਕੇ ਮਰਨਾ, ਸਾਨੂੰ ਜਿਉਂਦੇ ਜੀ ਕੋਈ ਇੱਥੋਂ ਲਿਜਾ ਨਹੀਂ ਸਕੇਗਾ। ਇਹ ਮਾਨਸਿਕ ਅਵਸਥਾ। ਤਾਂ ਭਾਈ ਅਮਰੀਕ ਸਿੰਘ ਪੁੱਛਦੇ ਨੇ ਸੰਤ ਜਰਨੈਲ ਸਿੰਘ ਨੂੰ ਕਿ ਕਿਵੇਂ ਮਹਿਸੂਸ ਕਰ ਰਹੇ ਹੋ। ਅਰਦਾਸ ਕਰਨ ਤੋਂ ਪਹਿਲਾਂ ਸੰਤਾਂ ਨੇ ਕਿਹਾ ਕਿ ਅਰਦਾਸ ਕਰਾਂਗੇ ਤੇ ਅਰਦਾਸ ਤੋਂ ਬਾਅਦ ਆਪਾਂ ਬਾਹਰ ਜਾਵਾਂਗੇ, ਵਾਹਿਗੁਰੂ ਦਾ ਜਾਪ ਕਰਦੇ। ਤੇ ਉਦੋਂ ਫਿਰ ਉਦੋਂ ਪਹਿਲਾਂ ਜਿਹੜੀ ਗੱਲ ਕਰਨੀ ਹੈ, ਕਿਸੇ ਨੂੰ ਕੋਈ ਸਵਾਲ ਹੈ, ਕਿਸੇ ਨੂੰ ਕੋਈ ਸ਼ੱਕ ਹੈ, ਉਹ ਆਪਣਾ ਪੁੱਛ ਸਕਦਾ। ਭਾਈ ਅਮਰੀਕ ਸਿੰਘ ਨੇ ਇੱਕੋ ਹੀ ਗੱਲ ਕੀਤੀ, ਬਾਕੀ ਸਾਰੇ ਤਿਆਰ ਸਨ ਕਿ ਚਲੋ ਚੱਲੀਏ ਆਪਾਂ ਹੁਣ 5 ਮਿੰਟ ਅੱਗੇ ਕਿ 5 ਮਿੰਟ ਪਿੱਛੇ ਜਾਣਾ ਤਾਂ ਹੈ ਗੁਰੂ ਕੋਲ, ਗੁਰੂ ਦੇ ਚਰਨਾਂ 'ਚ। ਭਾਈ ਅਮਰੀਕ ਸਿੰਘ ਕਹਿੰਦੇ ਕਿ ਕਿਵੇਂ ਮਹਿਸੂਸ ਕਰ ਰਹੇ ਹੋ ਸਕਦਾ ਵੀ ਆਪਾਂ 15-18 ਬੰਦੇ ਹੈਗੇ ਆ ਇੱਥੋਂ ਜਾ ਕੇ ਹੁਣ ਲੜਾਂਗੇ ਤੇ ਰਹਿਣਾ ਨਹੀਂ, ਜਾਨ ਆਪਣੀ ਚਲੀ ਜਾਣੀ ਹੈ ਤੇ ਹੋ ਸਕਦਾ ਕੋਈ ਬਚ ਜੇ ਗੱਲ ਦੱਸਣ ਦੇ ਲਈ ਅੱਗੇ ਜਾ ਕੇ। ਤਾਂ ਵੀ ਇਹ ਮੈਨੂੰ ਜਵਾਬ ਦਿਓ ਕਿ ਕਿਵੇਂ ਮਹਿਸੂਸ ਕਰ ਰਹੇ ਹੋ ਇਸ ਵੇਲੇ। ਬੜਾ ਮਤਲਬ ਆਪਣੇ ਆਪ ਦੇ ਵਿੱਚ ਸਵਾਲ ਸੀ ਜਿਹੜਾ ਕਾਫੀ ਗੰਭੀਰ ਕਿਸਮ ਦਾ ਸਵਾਲ ਸੀ, ਛੋਟਾ ਸੀ ਪਰ ਇਹਦੇ ਅਰਥ ਬਹੁਤ ਡੂੰਘੇ ਨੇ। ਸੰਤ ਜਰਨੈਲ ਸਿੰਘ ਕਹਿੰਦੇ ਕਿ ਇਹੋ ਹੀ ਮੈਂ ਸੋਚ ਰਿਹਾ ਕਿ ਇਹ ਸਾਰਾ ਕੁਝ ਆਪਾਂ ਜੇ ਆਪਣੇ ਘਰ ਲਈ, ਆਪਣੇ ਆਪ ਲਈ, ਨਿੱਜੀ ਐਸ਼ੋ ਆਰਾਮ ਦੇ ਲਈ ਕਰਦੇ ਤਾਂ ਸ਼ਾਇਦ ਆਪਾਂ ਇਹ ਕੁਛ ਨਾ ਕਰ ਪਾਉਂਦੇ। ਇਹ ਸੋਚ ਰਿਹਾ ਕਹਿੰਦਾ ਮੈਂ। ਤੇ ਹਾਂ, ਜਦੋਂ ਸਿੱਖ ਆਪਣੇ ਨਿੱਜ ਲਈ, ਆਪਣੇ ਆਪ ਦੇ ਲਈ, ਆਪਣੇ ਘਰ ਦੇ ਲਈ ਕਰੇਗਾ ਤਾਂ ਉਹ ਨਹੀਂ ਕਰ ਸਕੇਗਾ ਕੁਛ ਕੌਮ ਦੇ ਲਈ, ਉਹਨੇ ਕਾਮਯਾਬ ਨਹੀਂ ਹੋਣਾ। ਜਿਹੜੀ ਮਨੋ ਅਵਸਥਾ ਸੰਤ ਜਰਨੈਲ ਸਿੰਘ ਨੇ ਬਿਆਨ ਕੀਤੀ ਹੈ ਕਿ ਜਦੋਂ ਸਮੁੱਚੇ ਰੂਪ ਦੇ ਵਿੱਚ ਗੁਰੂ ਦੇ ਲਈ ਕੁਛ ਕਰੇਗਾ ਤਾਂ ਉਹ ਕੁਛ ਵੀ ਹਾਸਲ ਕਰ ਸਕਦਾ, ਕੁਛ ਵੀ ਪ੍ਰਾਪਤ ਕਰ ਸਕਦਾ। ਇਹ ਸੰਤ ਜਰਨੈਲ ਸਿੰਘ ਹੋਰਾਂ ਨੇ ਉਸ ਵੇਲੇ ਗੱਲ ਭਾਈ ਅਮਰੀਕ ਸਿੰਘ ਨੂੰ ਕਹੀ ਤੇ ਭਾਈ ਅਮਰੀਕ ਸਿੰਘ ਤਾਂ ਉਦੋਂ ਹੀ ਸ਼ਹੀਦ ਹੋ ਗਏ। ਪਰ 2-3 ਸਿੰਘ, ਭਾਈ ਗੁਰਜੀਤ ਸਿੰਘ ਤੇ ਹੋਰ ਸਿੰਘ ਉੱਥੋਂ
ਨਿਕਲ ਗਏ ਸਨ ਉਦੋਂ, ਉਹ ਵੀ ਉਹਨਾਂ ਦੇ ਵਿੱਚ ਮੌਜੂਦ ਸਨ। ਸੋ ਇਸ ਤਰ੍ਹਾਂ ਦੀਆਂ ਮਾਨਸਿਕ ਅਵਸਥਾਵਾਂ ਹੁੰਦੀਆਂ ਨੇ ਜਿਨ੍ਹਾਂ ਦੇ ਜਿਹੜੀਆਂ ਕੌਮ ਦੀ ਜਿਹੜੀ ਹੋਣੀ ਹੈ, ਕੌਮ ਦਾ ਭਵਿੱਖ ਹੈ, ਉਹ ਤੈਅ ਕਰਦੀਆਂ ਨੇ। ਇਹਨਾਂ ਅਵਸਥਾਵਾਂ ਦੇ ਵਿੱਚੋਂ ਲੰਘਦਿਆਂ ਹੋਇਆ ਹੀ ਅਸੀਂ ਜਿਹੜੀ ਸਾਡੀ ਅੱਗੇ ਦੀ ਜਿਹੜੀ ਜਾਂ ਸਰਗਰਮੀ ਹੈ ਜਾਂ ਕੋਈ ਐਕਟੀਵਿਟੀ ਹੈ ਜਾਂ ਭਵਿੱਖ ਦੀ ਕੋਈ ਕਾਰਜਨੀਤੀ ਹੈ, ਉਹ ਤੈਅ ਹੁੰਦੀ ਹੈ। ਮੌਜੂਦਾ ਰੂਪ ਦੇ ਵਿੱਚ ਅਸੀਂ ਹਾਲ ਦੇ ਵਿੱਚ ਹੀ 13 ਸਤੰਬਰ ਨੂੰ ਰੇਲ ਰੋਕੋ ਦਾ ਜਿਹੜਾ ਪ੍ਰੋਗਰਾਮ ਹੈ ਸੱਦਾ ਦਿੱਤਾ ਹੋਇਆ, ਉਹਦੇ ਬਾਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ, ਭਾਰਤ ਸਰਕਾਰ ਵੱਲੋਂ, ਕਿਉਂਕਿ ਜਿਹੜਾ ਮਹਿਕਮਾ ਰੇਲ ਰੋਕੋ ਦਾ, ਰੇਲ ਦਾ ਮਹਿਕਮਾ ਰੇਲਵੇ ਦਾ, ਉਹ ਕੇਂਦਰ ਦੇ ਤਹਿਤ ਹੈ। ਪਰ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਇਸ ਨੂੰ ਜਿਹੜੇ ਉਹ ਸਰਮਾਏਦਾਰ ਘਰਾਣੇ ਨੇ ਉਹਨਾਂ ਕੋਲ ਵੇਚ ਦਿੱਤਾ ਗਿਆ ਇਸ ਮਹਿਕਮੇ ਨੂੰ। ਤੇ ਹਾਲਾਂਕਿ ਇਸ ਦਾ ਬਕਾਇਦਾ ਤੌਰ ਦੇ ਉੱਤੇ ਐਲਾਨ ਨਹੀਂ ਕੀਤਾ ਗਿਆ। ਇਹ ਸਰਮਾਏਦਾਰਾਂ ਦੇ ਮਹਿਕਮੇ ਨੇ, ਬ੍ਰਾਹਮਣਵਾਦੀ ਤਾਕਤਾਂ ਦੇ ਮਹਿਕਮੇ ਨੇ, ਉਹਨਾਂ ਦੀ ਨਿੱਜੀ ਜਾਇਦਾਦ ਹੈ, ਇਹ ਨਿੱਜੀ ਪੂੰਜੀ ਹੈ ਤੇ ਬਾਕੀ ਲੋਕਾਂ ਨੂੰ ਤਾਂ ਉਹ ਲੁੱਟ ਰਹੇ ਨੇ, ਕੁੱਟ ਰਹੇ ਨੇ, ਮਾਰ ਰਹੇ ਨੇ ਤੇ ਉਹਦੇ ਤਹਿਤ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ। ਸੋ ਸਰਗਰਮ ਨੇ, ਸਾਰੀਆਂ ਏਜੰਸੀਆਂ ਸਰਗਰਮ ਨੇ ਸਿੱਖਾਂ ਦੇ ਖਿਲਾਫ ਕਿ ਸਿੱਖ ਕਿਤੇ ਜਿਹੜਾ ਹੈ ਖੁਸ਼ਹਾਲੀ ਦਾ ਜਾਂ ਆਪਣੇ ਆਪ ਨੂੰ ਖੜਿਆ ਕਰਨ ਦਾ, ਆਪਣੀ ਜਿਹੜੀ ਸਥਾਪਤੀ ਦਾ ਰਾਹ ਹੈ ਜਿਹੜਾ, ਉਹ ਤਿਆਰ ਨਾ ਕਰ ਲੈਣ। ਸਿੱਖ ਜਿਹੜਾ ਹੈ ਆਪਣੇ ਆਪ ਦੇ ਵਿੱਚ ਜਿਹੜਾ ਕਿਤੇ ਵੀ ਸਰਬੱਤ ਦੇ ਭਲੇ ਦੀ ਗੱਲ ਨਾ ਕਰੇ। ਸਿੱਖ ਜਿਹੜਾ ਦੋਹਰਾ ਵੀ ਪੜ੍ਹਦਾ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ, ਉਹ ਵੀ ਨਾ ਪੜ੍ਹੇ, ਉਹਦੇ 'ਚ ਵੀ ਉਹ ਰਾਜ ਖਾਲਸੇ ਦੇ ਰਾਜ ਦੀ ਗੱਲ ਨਾ ਕਰੇ। ਸੋ ਇਸ ਸੰਬੰਧ ਦੇ ਵਿੱਚ ਹਾਲ ਦੇ ਵਿੱਚ ਜਿਹੜੀਆਂ ਅਸੀਂ ਘਟਨਾਵਾਂ ਦੇਖੀਆਂ, ਉਹਨੂੰ ਅਸੀਂ ਡਿਫਰ ਕਰ ਸਕਦੇ ਹਾਂ, ਵੱਖਰੀਆਂ ਵੱਖਰੀਆਂ ਕਰ ਸਕਦੇ ਹਾਂ ਕਿ ਖਾਲਿਸਤਾਨ ਦੇ ਝੰਡੇ ਦੀ ਚੜ੍ਹਾਉਣ ਦੀ ਗੱਲ ਤੇ ਉਹ ਚੜ੍ਹਾਉਣ ਵਾਲਿਆਂ ਦਾ ਸਨਮਾਨ ਕਰਨ ਦੀ ਗੱਲ ਨੂੰ ਭਾਰਤੀ ਮੀਡੀਆ ਵੱਲੋਂ ਕਿਸ ਪੱਧਰ ਦੇ ਉੱਤੇ ਜਿਹੜਾ ਪ੍ਰਚਾਰਿਆ ਗਿਆ, ਕਿਸ ਪੱਧਰ ਦੇ ਉੱਤੇ ਲੈ ਕੇ ਜਾਇਆ ਗਿਆ। ਤੇ ਜਿਹੜਾ ਅਸੀਂ ਦੇਖਦੇ ਹਾਂ ਕਿ ਕਿਸਾਨਾਂ ਨੂੰ ਮਦਦ ਕਰਨ ਦੀ ਜਿਹੜੀ ਗੱਲ ਹੈ ਸਿੱਖਸ ਫॉर ਜਸਟਿਸ ਵੱਲੋਂ, ਇਹਦੇ ਬਾਰੇ ਭਾਰਤੀ ਮੀਡੀਆ ਦੇ ਵਿੱਚ ਕੋਈ ਵੀ ਗੱਲਬਾਤ ਹੈ ਜਿਹੜੀ ਉਹ ਨਹੀਂ ਕੀਤੀ ਜਾ ਰਹੀ। ਤੇ ਖਾਲਸਾ ਰਾਜ ਵਾਲੇ ਕਹਿੰਦੇ ਨੇ ਵਾਹਿਗੁਰੂ ਜੀ ਸਾਡੇ ਵਿੱਚ ਇੰਨੀਆਂ ਪਾਵਰਾਂ ਨੇ, ਅਸੀਂ ਸਾਰੀ ਇੰਡੀਆ ਨੂੰ ਖਾਲਿਸਤਾਨ ਬਣਾ ਕੇ ਰੱਖ ਦੇਵਾਂਗੇ। ਇੱਕ ਵਾਰੀ ਅਸੀਂ ਇਕੱਠੇ ਹੋ ਜਾਈਏ, ਇੰਡੀਆ ਦਾ ਨਾਮੋ ਨਿਸ਼ਾਨ ਮਿਟਾ ਦਿਆਂਗੇ ਤੇ ਕਦੇ ਇੰਡੀਆ ਕੋਈ ਕੰਟਰੀ ਵੀ ਹੁੰਦਾ ਸੀ। ਇਹ YouTube ਦੇ ਉੱਤੇ ਕਮੈਂਟ ਕਰਦੇ ਨੇ ਤੇ ਬਾਕੀ ਬਹੁਤ ਉਤਸ਼ਾਹ ਵਾਲੇ ਨੇ। ਹਿੰਦੂ ਸ਼ੈਤਾਨ ਮੁਲਕ ਦਾ ਰਾਜ ਕਿਹੜਾ, ਉੱਥੇ ਸਦਾ ਰਹਿਣਾ ਹੈ, ਨੱਚ ਟੱਪ ਲੈਣ ਦਿਓ ਬਾਂਦਰਾਂ ਨੂੰ ਥੋੜਾ ਚਿਰ ਹੋਰ, ਸ਼ਾਹ ਮੁਹੰਮਦ ਅੰਤ ਨੂੰ ਸੋਈ ਹੋਣਾ ਜੋ ਕਰੇਗਾ ਖਾਲਸਾ ਪੰਥ ਮੀਆਂ। ਬਿਲਕੁਲ ਗੱਲ ਤਾਂ ਸਹੀ ਹੈ ਜੀ। 1984 ਦੀ ਸਰ ਸੈਨ ਕਹਿੰਦੇ ਨੇ ਕਿ 1984 ਦੀ ਖਾਲਿਸਤਾਨ ਦੀ ਪਹਿਲੀ ਲੜਾਈ ਦੀ ਪ੍ਰੇਰਨਾ ਚਮਕੌਰ ਦੀ ਗੜੀ ਵਿੱਚੋਂ ਆਉਂਦੀ ਹੈ। ਮਾਨਸਿਕ ਅਵਸਥਾ, ਬਿਲਕੁਲ ਸਹੀ ਗੱਲ ਕਹੀ ਹੈ ਜੀ ਤੁਸੀਂ। ਸੋ ਇਹ ਸਾਰੇ ਵੀਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਹਾਂ ਜਿਹੜੇ ਆਪਣੇ ਆਪਣੇ ਤਰੀਕੇ ਦੇ ਨਾਲ ਜਿਹੜੇ ਆਪਣੇ ਵਿਚਾਰ ਨੇ ਜਿਹੜੇ ਉਹ ਸਾਡੇ ਸਾਹਮਣੇ ਪੇਸ਼ ਕਰ ਰਹੇ ਨੇ। ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਵੱਖ-ਵੱਖ ਮਾਧਿਅਮਾਂ ਦੇ ਜ਼ਰੀਏ ਸਾਡੇ ਨਾਲ ਜੁੜੇ ਹੋਏ ਨੇ। IP ਬਾਕਸਿਸ ਦੇ ਉੱਤੇ ਵੀ ਸਾਨੂੰ ਤੁਸੀਂ ਦੇਖ ਰਹੇ ਹੋ ਤੇ ਇਹ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤੇ ਇਸ ਨੂੰ ਅੱਗੇ ਤੱਕ ਤੁਸੀਂ ਸ਼ੇਅਰ ਕਰੋ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤੇ ਕੁਝ ਕਾਲਾਂ ਲੈ ਲਈਏ ਜਾਂਦੇ ਜਾਂਦੇ। ਹਾਂਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਸੁਰਿੰਦਰ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਪੰਜਾਬ ਤੋਂ ਗੱਲ ਕਰ ਰਿਹਾ ਸੀਗਾ ਜੀ। ਹਾਂਜੀ ਹਾਂਜੀ, ਸਵਾਗਤ ਹੈ ਜੀ। ਬਿਲਕੁਲ ਮੈਂ ਕਹਿਣਾ ਚਾਹੁੰਦਾ ਸੀਗਾ ਜੀ, ਤੁਸੀਂ ਵੀ ਥੋੜੀ ਜਿਹੀ ਹੁਣ ਭਾਸ਼ਾ ਸਟਰੋਂਗ ਜੀ ਰੱਖਿਆ ਕਰੋ। ਬਹੁਤ ਨਰਮਾਈ ਜੀ ਵਰਤ ਕੇ ਦੇਖ ਲਈ ਤੁਸੀਂ ਨੇ। ਅੱਛਾ, ਠੀਕ ਹੈ। ਨਹੀਂ ਕੋਈ ਨਹੀਂ, ਚੰਗੀ ਤਰ੍ਹਾਂ ਖੜਕਾ ਕੇ ਜੇ ਰੱਖਿਆ ਕਰੋ। ਓਦਾਂ ਹੁਣ ਬਹੁਤ ਪੂਛ ਕਰਕੇ ਦੇਖ ਲਿਆ ਇਹਨਾਂ ਨੂੰ। ਚਲੋ ਆਉਣ ਵਾਲੇ ਟਾਈਮ ਤੇ ਦੇਖਦੇ ਆ ਕਿਵੇਂ ਕਿੱਧਰ ਨੂੰ ਲੈ ਕੇ ਜਾਂਦੀ ਹੈ ਮੇਰੀ ਜਿਹੜੀ ਜੀਭ ਹੈ, ਜ਼ੁਬਾਨ ਹੈ ਮੇਰੀ, ਮੈਨੂੰ। ਠੀਕ ਹੈ ਨਾ ਜੀ। ਨਹੀਂ ਜੀ, ਮੈਂ ਸ਼ੁਰੂ ਤੋਂ ਸੁਣਦਾ ਹੁੰਦਾ, ਤੁਸੀਂ ਬੜੇ ਪਿਆਰ ਨਾਲ ਉਹਨੂੰ ਉਹ ਕਰਦੇ ਹੋ ਤੇ ਇੰਨਾ ਵੀ ਜ਼ਿਆਦਾ ਉਹ ਨਾ ਕਰੋ ਵੀ ਹੁਣ ਬਿਲਕੁਲ ਗੱਲ। ਹੁਣ ਤੁਸੀਂ USA ਚਲੇ ਗਏ ਮੇਰੇ ਖਿਆਲ ਚ, ਇੱਥੇ ਤਾਂ ਹੈ ਨਹੀਂ ਤੁਸੀਂ ਪੰਜਾਬ ਚ ਤਾਂ। ਜੀ ਜੀ ਜੀ। ਔਰ ਜੇ ਤੁਸੀਂ ਮੇਰੇ ਖਿਆਲ ਚ ਵਾਪਸ ਮੁੜਦੇ ਹੋ, ਪਤਾ ਨਹੀਂ ਕੀ 5 ਕੱਟੇ ਪਾਣਗੇ ਜਾਂ ਉਹ ਸਿੰਘਾਂ ਵਾਂਗੂ ਕੋਈ AK-47 ਪਾਣਗੇ ਤੁਹਾਡੇ ਤੇ। ਹਾਂ, ਸਮਾਨ ਤਾਂ ਇਹਨਾਂ ਕੋਲ ਬਹੁਤ ਪਿਆ। ਕੋਈ ਗੱਲ ਨਹੀਂ, ਸਾਡੇ ਬਹੁਤ JS ਢਾਲੀਵਾਲ ਹੋਰੀ, ਰਾਣਾ ਸਿੰਘ ਹੋਰੀ, ਬਿਕਰਮਜੀਤ ਸਿੰਘ ਹੋਰੀ,
ਏਰਵਨਜੀਤ ਸਿੰਘ ਹੋਰੀ। ਹਾਂਜੀ ਬਿਲਕੁਲ ਮੈਂ ਸਾਰਾ ਨੂੰ ਸੁਣਦਾ, ਪਰ ਤੁਸੀਂ ਥੋੜੇ ਜਿਹਾ ਜ਼ਿਆਦਾ ਨਰਮਾਈ ਨਾਲ ਚੱਲਦੇ ਹੋ ਹਲੇ ਵੀ। ਨਹੀਂ, ਸਾਡੇ ਕੋਲ ਜਿਹੜੇ ਅੱਗ ਵਰਗੇ ਯੋਧੇ ਨੇ ਉਹ ਜ਼ਿਆਦਾ ਨੇ, ਇੱਕ ਅੱਧਾ ਏਦਾਂ ਦਾ ਵੀ ਹੋਣਾ ਚਾਹੀਦਾ। ਬਿਲਕੁਲ ਖਿੱਚ ਕੇ ਰੱਖੋ ਜੀ। ਇਸ ਤਾਂ ਮਾਲਵੇ ਵਾਲੇ ਆ, ਮੋਨੇ ਕੋਨੇ ਜੇ ਕੋਈ ਬਸ ਕੱਪੜੇ ਝੋਲੇ ਚ ਪਾਈ ਬੈਠੇ ਆ ਅਸੀਂ। ਝੋਲਾ ਕਿੱਲੀ ਤੇ ਟੰਗਿਆ ਪਿਆ ਵੀ ਕਦੇ ਵੀ ਬੁਲਾਵਾ ਜਿੰਨਾ ਦਾ ਆਇਆ ਬਸ ਬਿਨਾਂ ਬੁਲਾਈ ਤੁਰ ਪੈਣਾ ਸੀ ਤਾਂ। ਠੀਕ ਹੈ ਚੜ੍ਹਦੀ ਕਲਾ ਜੀ। ਬਹੁਤ ਕੱਟੇ ਪਾਣ ਚਾਹੇ AK-47 ਨਾ ਪਾਣ, ਬੱਚਿਆਂ ਦੀ ਵੀ ਤਿਆਰੀ ਕਰਵਾਈ ਬੈਠੇ ਆ ਅਸੀਂ ਤਾਂ ਜੀ। ਨਹੀਂ, ਉਹ ਛੁਹਾਰਾ ਲਾਉਣ ਵਾਲੇ ਆਈ ਜਾਂਦੇ ਨੇ, ਕਿਤੇ ਨਾ ਕਿਤੇ ਆ ਕੇ ਲਾ ਜਾਂਦੇ ਨੇ। ਹੁਣ ਪੰਜਾਬ ਦਾ ਹਾਲਾਤ ਵੀ ਏਦਾਂ ਦੇ ਨੇ। ਹਾਂ ਬਿਲਕੁਲ, ਕੋਈ ਨਹੀਂ ਚੜ੍ਹਦੀ ਕਲਾ। ਬਹੁਤ ਵਧੀਆ ਜੀ, ਬਹੁਤ ਵਧੀਆ ਪ੍ਰੋਗਰਾਮ ਆ ਭਾਜੀ ਤੁਹਾਡਾ। ਥੋੜਾ ਜਿਹਾ ਹੋਰ ਖਿੱਚ ਕੇ ਰੱਖੋ ਥੋੜਾ ਜਿਹਾ ਚੰਗੀ ਤਰ੍ਹਾਂ ਜੀ। ਠੀਕ ਹੈ ਜੀ, ਠੀਕ ਹੈ, ਚੜ੍ਹਦੀ ਕਲਾ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਤੁਹਾਡਾ ਗੱਲ ਕਰਨ ਦੇ ਲਈ, ਕਾਲ ਕਰਨ ਦੇ ਲਈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਾਰੇ ਵੀਰਾਂ ਦਾ ਜਿਹੜੇ ਪ੍ਰੋਗਰਾਮ ਦੇਖਦੇ ਨੇ, ਅੱਗੇ ਸ਼ੇਅਰ ਕਰਦੇ ਨੇ। ਹਾਂਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ ਜੀ। ਹਾਂ ਭਾਜੀ, ਮੈਂ ਇਹ ਕਹਿਣਾ ਚਾਹ ਰਿਹਾ ਸੀ, ਮਤਲਬ ਰਿਕੁਐਸਟ ਵਾਲੀ ਗੱਲ ਹੀ ਆ। ਮੈਨੂੰ ਇੰਨਾ ਹੁਣ ਗੱਲ ਕਰਨ ਦਾ ਆਈਡੀਆ ਤੇ ਹੈ ਨਹੀਂ ਜਿਸ ਤਰ੍ਹਾਂ ਬੋਲਦੇ ਆ ਸਾਰੇ। ਨਹੀਂ, ਬਹੁਤ ਵਧੀਆ ਬੋਲ ਰਹੇ ਹੋ ਜੀ, ਆਵਾਜ਼ ਬਹੁਤ ਵਧੀਆ ਤੁਹਾਡੀ। ਹਾਂਜੀ, ਮੈਂ ਇਹ ਬੋਲਣਾ ਚਾਹ ਰਿਹਾ ਸੀ ਭਾਜੀ, ਜਿਸ ਤਰ੍ਹਾਂ ਅੱਜ ਰਾਣੇ ਭਾਈ ਉਹਨਾਂ ਵੀਰ ਉਹਨਾਂ ਪ੍ਰੋਗਰਾਮ ਚ ਦਿਖਾਇਆ ਸੀ ਨਾ, ਕਲਿੱਪ ਦਿਖਾਇਆ ਜਿਹਦਾ ਹਿੰਦੂ ਵੀਰ ਸੰਤਾਂ ਬਾਰੇ ਬੋਲਦੇ ਸੀ, ਪਲੱਸ ਉਹਨਾਂ ਬਾਰੇ ਜਿਸ ਤਰ੍ਹਾਂ ਆਪਾਂ ਗਣ ਲਿਆ ਹਨਾ, ਜਾਂ ਉਹਨਾਂ ਦੀ ਚੰਗੀ ਗੱਲ ਕਹਿ ਰਹੇ ਸੀ ਵੀ ਸੰਤ ਹੋਣੇ ਚਾਹੀਦੇ ਇਸ ਤਰ੍ਹਾਂ ਕਰਕੇ। ਤਾਂ ਮੈਂ ਕੀ ਕਹਿ ਰਿਹਾ ਸੀ, ਆਪਣੇ ਜਿਸ ਤਰ੍ਹਾਂ ਤੁਸੀਂ ਪ੍ਰੋਗਰਾਮ ਬਣਾਉਂਦੇ ਹੋ ਜਾਂ ਕੋਈ ਵੀ ਹੋਰ ਕਿਸੇ ਵੀ ਆਪਣੇ ਬੰਦੇ ਦੀ ਜਿਹੜੇ ਸੋਸ਼ਲ ਹੈ ਉਹਨਾਂ ਦੀ ਡਿਊਟੀ ਲਾ ਕੇ ਇਸ ਤਰ੍ਹਾਂ ਛੋਟੇ ਛੋਟੇ ਕਲਿੱਪ ਬਣਾ ਕੇ ਥੋੜੇ ਪਾਏ ਜਾਣ ਹਿੰਦੀ ਔਰ ਇੰਗਲਿਸ਼ ਦੇ ਵਿੱਚ। ਠੀਕ ਹੈ ਜੀ, ਠੀਕ ਹੈ। ਕਿਉਂਕਿ ਬਹੁਤ ਜਾਣੇ ਲੋਕ ਜਿਹੜੇ ਬਾਹਰ ਵੀ ਰਹਿੰਦੇ ਨੇ, ਉਹਨਾਂ ਕਈਆਂ ਨੂੰ ਨਹੀਂ ਉਸ ਚੀਜ਼ ਦੀ ਜਾਣਕਾਰੀ ਅਜੇ ਵੀ। ਮਤਲਬ ਮੈਂ ਬਹੁਤ ਇਹਨਾਂ ਚੀਜ਼ਾਂ ਦੇ ਵੋਟਾਂ ਬਣਾਉਂਦੇ ਰਹੀ ਤਾਂ ਸਭ ਕਰੀਦਾ ਆ। ਠੀਕ ਹੈ। ਤੇ ਇਹੋ ਜਿਹੇ ਜਿਸ ਤਰ੍ਹਾਂ ਛੋਟੇ ਕਲਿੱਪ ਜਿਹੜੇ ਆਮ ਫੇਸਬੁੱਕ ਤੇ ਮੇਰਾ ਕਹਿਣ ਦਾ ਮਤਲਬ ਜ਼ਿਆਦਾ ਅੱਜ ਕੱਲ੍ਹ ਚੱਲਦੀ ਆ, ਤੇ ਫੇਸਬੁੱਕ ਦੇ ਉੱਪਰ ਬਿਲਕੁਲ ਛੋਟੇ ਛੋਟੇ ਕਲਿੱਪ ਬਣਾ ਕੇ ਨਾ ਜਿਹੜੇ ਆਪਣੇ ਫੇਵਰ ਚ ਹੋਣ। ਹਾਂ ਠੀਕ ਹੈ। ਹਾਂਜੀ, ਇਹ ਬਿਲਕੁਲ ਭਾਈ ਬਿਲਕੁਲ ਗੌਰ ਕਰੋ ਤੇ ਬਹੁਤ ਜ਼ਰੂਰੀ ਅੱਛੀ ਚੀਜ਼ ਹੋ ਜਾਏਗੀ, ਮੇਰਾ ਕਹਿਣ ਦਾ ਮਤਲਬ ਇਹ। ਠੀਕ ਹੈ ਵੀਰ ਜੀ, ਜ਼ਰੂਰ ਇਸ ਪਾਸੇ ਵੱਲ ਧਿਆਨ ਦੇਵਾਂਗੇ। ਤੇ ਇਸ ਪਾਸੇ ਅਸੀਂ ਵਿਸ਼ੇਸ਼ ਇੱਕ ਪ੍ਰੋਗਰਾਮ ਵੀ ਸੋਚਿਆ ਹੋਇਆ ਕਿ ਕਿਸੇ ਹਿੰਦੂ ਵੀਰ ਨੂੰ ਲੈ ਕੇ ਹਿੰਦੀ 'ਚ ਇੱਕ ਪ੍ਰੋਗਰਾਮ ਕੀਤਾ ਜਾਵੇ, ਜਿਹੜਾ ਦਿੱਲੀ ਤੋਂ ਲੈ ਕੇ ਅੱਗੇ ਤੱਕ ਮਾਰ ਕਰੇ, ਕਲਕੱਤੇ ਤੱਕ। ਹਾਂ ਭਾਜੀ, ਇਹ ਤਾਂ ਦੇਖੋ ਨਾ ਜੀ, ਲਿਮਟਿਡ ਹੋ ਜਾਂਦਾ ਜਿਹੜਾ ਪ੍ਰੋਗਰਾਮ ਆਪਾਂ ਹੁਣ ਦੇਖ ਰਹੇ ਹਾਂ, ਜਿੱਦਾਂ ਕਰ ਰਹੇ ਹੋ ਤੁਸੀਂ, ਇਹ ਲਿਮਟਿਡ ਆ। ਮੇਰਾ ਕੀ ਕਹਿਣਾ, ਜਿੱਦਾਂ ਛੋਟੇ ਛੋਟੇ ਕਲਿੱਪ ਪਾ ਕੇ ਜਿਸ ਤਰ੍ਹਾਂ ਆਪਣਾ ਬਣਾ ਕੇ ਪ੍ਰੋਗਰਾਮਿੰਗ ਕਰਕੇ, ਜਿਸ ਤਰ੍ਹਾਂ ਕਿ ਆਪਣੇ ਜਿਸ ਤਰ੍ਹਾਂ ਤੁਹਾਡੇ ਨਾਲ ਜਿਹੜੇ ਕੰਮ ਕਰਦੇ ਹੋਣਗੇ ਤੁਹਾਡੀ ਟੀਮ ਦੇ ਵਿੱਚ ਬੰਦੇ ਹਨਾ, ਜੀ ਜੀ ਜੀ, ਬਿਲਕੁਲ ਜੀ, ਬਿਲਕੁਲ। ਉਹਨਾਂ ਨੂੰ ਨਾਲ ਲੈ ਕੇ ਛੋਟੇ ਛੋਟੇ ਕਲਿੱਪ ਬਣਾਏ ਜਾਣ, ਛੋਟੇ ਛੋਟੇ ਦਿੱਤੇ, ਮਤਲਬ ਦੂਜੇ ਤੀਜੇ ਜਾਂ ਡੇਲੀ ਛੋਟਾ ਇੱਕ ਤੇ ਕਲਿੱਪ ਪਾਤਾ, ਫਿਰ ਦੂਜੇ ਦਿਨ ਪਾਤਾ, ਜੋ ਵੀ ਆਪਣੇ ਫੇਵਰ ਵਾਸਤੇ ਹੋਵੇ। ਹਾਂਜੀ, ਠੀਕ ਹੈ ਜੀ, ਠੀਕ ਹੈ, ਬਹੁਤ ਵਧੀਆ ਜੀ। ਹਾਂਜੀ, ਆਪਣੇ ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਹੋਰ ਭਾਜੀ ਠੀਕ ਹੋ? ਹਾਂਜੀ ਹਾਂਜੀ, ਤੁਸੀਂ ਸੁਣਾਓ? ਠੀਕ ਠਾਕ ਭਾਜੀ। 3 ਦਿਨ ਹੋ ਗਏ ਤੇ ਮੈਨੂੰ ਮੇਰੀ ਰੂਹ ਦੀ ਖੁਰਾਕ ਨਹੀਂ ਮਿਲ ਰਹੀ। ਤੁਹਾਡਾ ਪ੍ਰੋਗਰਾਮ ਨਹੀਂ ਦੇਖੋ ਵੇਖਿਆ ਗਿਆ ਤੇ ਮੈਨੂੰ ਏਦਾਂ ਹੁੰਦਾ ਵੀ ਜਿੱਦਾਂ ਕੋਈ ਅਮਲੀ ਨਸ਼ੇ ਤੋਂ ਬਿਨਾਂ ਨਹੀਂ ਮਰ ਜਾਂਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੁਹਾਨੂੰ ਸੁਣੇ ਬਿਨਾਂ ਕੱਲ ਮੇਰਾ BP ਹਾਈ ਹੋ ਗਿਆ ਸੀਗਾ। ਅੱਛਾ ਜੀ। ਗੁੱਸਾ ਆ ਗਿਆ ਮੈਨੂੰ ਕੱਲ, ਤੇ ਠੀਕ ਹੈ ਹੁਣ, ਠੀਕ ਹੈ, ਚੜ੍ਹਦੀ ਕਲਾ। ਭਾਜੀ ਤੁਹਾਡਾ ਪ੍ਰੋਗਰਾਮ ਤੇ ਲਾਈਵ ਨਹੀਂ ਵੇਖ ਹੁੰਦਾ, ਕਈ ਵਾਰੀ ਕੰਮ ਦੀ ਪ੍ਰੋਬਲਮ ਹੁੰਦੀ, ਪਰ ਹਰ ਪ੍ਰੋਗਰਾਮ ਤੁਹਾਡਾ ਮੈਂ ਸੁਣਦਾ ਆ ਤੇ ਵਧੀਆ ਲੱਗਦਾ। ਸੱਚ ਬੋਲਦੇ ਹੋ ਵਾਹਿਗੁਰੂ। ਹਮੇਸ਼ਾ ਤੁਹਾਡੀ ਜ਼ੁਬਾਨ ਜਿਹੜੀ ਨਾ ਤੁਹਾਡੇ ਚਿਹਰੇ ਦਾ ਸਾਥ ਦਿੰਦੀ ਹੁੰਦੀ ਆ, ਤੇ ਜਿਹੜਾ ਝੂਠਾ ਬੰਦਾ ਹੁੰਦਾ ਉਹਦੀ ਜ਼ੁਬਾਨ ਚਿਹਰੇ ਦਾ ਸਾਥ ਨਹੀਂ ਦਿੰਦੀ, ਜਿੰਨਾ ਮਰਜ਼ੀ ਕਲੋਜ਼ ਕੇ ਬੋਲ ਲਵੇ। ਵਾਹਿਗੁਰੂ, ਸਿਆਣੇ ਹੋ, ਤੁਹਾਨੂੰ ਪਤਾ। ਸਾਡਾ ਸੌਫਟਵੇਅਰ ਆ ਜਿਹੜਾ ਉਹ ਗੁਰੂ ਨੂੰ ਸਮਰਪਿਤ ਹੈ ਜੀ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਵੇਂ ਜੋ ਕੁਛ ਵਾਪਰਿਆ ਉਸਨੂੰ ਉਸ ਤਰੀਕੇ ਨਾਲ ਬਿਆਨ ਕਰਨ ਦੀ ਅਸੀਂ ਕੋਸ਼ਿਸ਼ ਕਰੀਏ। ਬਹੁਤ ਚੰਗਾ ਲੱਗਦਾ ਤੁਹਾਡੇ ਵੱਲੋਂ ਦਿੱਤੀ ਹੱਲਾਸ਼ੇਰੀ, ਸਾਡੇ ਲਈ ਆਕਸੀਜਨ ਦਾ ਕੰਮ ਕਰਦੀ ਹੈ। ਸ਼ੁਕਰੀਆ ਜੀ ਤੁਹਾਡਾ। ਤੇ ਪਰਮਾਤਮਾ ਅੱਗੇ ਅਰਦਾਸ ਹੁੰਦੀ ਹਰ ਵੇਲੇ ਵੀ ਘਰ ਘਰ ਤੁਹਾਡੇ ਵਰਗੇ ਸੱਚੇ ਯੋਧੇ ਜੰਮਣ ਤੇ ਅਸੀਂ ਆਪਣੇ ਘਰ ਦੀ ਗੱਲ ਕਰ ਸਕੀਏ। ਵਾਹਿਗੁਰੂ। ਤੇ ਲਾਈਵ ਹੋ ਭਾਜੀ?
ਹਾਂਜੀ ਬਿਲਕੁਲ ਲਾਈਵ ਹੈ ਜੀ, LIVE ਲਾਈਵ। ਗੱਲ ਕਹਿਣੀ ਚਾਹੁੰਦਾ ਭਾਜੀ, ਬਾਕੀ ਸਾਰਾ ਮੇਰੇ ਭੈਣ ਭਰਾ ਬੜੀਆਂ ਗੱਲਾਂ ਕਰਦੇ, ਬਹੁਤ ਵਧੀਆ ਗੱਲਾਂ, ਬਹੁਤ ਵਧੀਆ ਸੁਝਾਅ ਦਿੰਦੇ ਆ। ਬਸ ਸਿਰਫ ਇੱਕ ਗੱਲ ਕਹਿਣੀ ਚਾਹੁੰਦਾ ਵੀ ਆਪਣੇ ਭੈਣ ਭਰਾਵਾਂ ਨੂੰ ਵੀ ਜੋ ਵੀ ਕੋਈ ਢੱਡਰੀਆਂ ਵਾਲਾ, ਟੁੰਬਾ, ਬੰਤਾ, ਜੰਤਾ, ਇਹ ਜਿੰਨੇ ਵੀ ਬੋਲਦੇ ਨਾ, ਜਿੰਨੇ ਵੀ ਇੱਕ ਦੂਜੇ ਨੂੰ ਗੱਲਾਂ ਕਰਦੇ ਆ, ਉਹਨੂੰ ਕੁਛ ਕਹਿੰਦਾ, ਉਹਨੂੰ ਇਹਨਾਂ ਨੂੰ ਛੱਡ ਦਿਓ। ਇਹ ਸਭ ਮਿਲੇ ਹੋਏ ਨੇ ਆਪਸ ਚ। ਹਾਂ, ਇਹ ਸਭ ਮਿਲੇ ਹੋਏ ਨੇ ਆਪਸ ਚ। ਬਿਲਕੁਲ ਇਹ ਤੁਹਾਨੂੰ ਮਤਲਬ ਤੁਹਾਡਾ ਰਾਹ ਭਟਕਾਉਂਦੇ, ਤੁਹਾਨੂੰ ਤੁਹਾਡੇ ਰਾਹ ਤੋਂ ਭਟਕਾਉਂਦੇ ਆ। ਇਹਨਾਂ ਨੂੰ ਛੱਡ ਦਿਓ ਬਿਲਕੁਲ। ਨਾ ਇਹਨਾਂ ਨੂੰ ਚੰਗਾ ਕਹੋ ਤੇ ਨਾ ਮਾੜਾ ਕਹੋ, ਕੁਛ ਨਾ ਕਹੋ। ਬਿਲਕੁਲ ਇਹਨਾਂ ਨੂੰ ਕਰਨ ਦਿਓ ਜੋ ਕਰਦੇ ਆ। ਤੇ ਆਪਣਾ ਜਿਹੜਾ ਤੁਹਾਡਾ ਟੀਚਾ ਆ ਉਹਨੂੰ ਲਿਖ ਕੇ ਚੱਲੋ। ਇਹਨਾਂ ਦੀ ਕਿਸੇ ਗੱਲ ਚ ਨਾ ਹੋ, ਇਕੱਲੇ ਜੋ ਕਰਦੇ ਕਰੀ ਜਾਣ। ਜਦੋਂ ਸਾਡਾ ਆਪਣਾ ਘਰ ਹੋਏਗਾ ਫਿਰ ਅਸੀਂ ਦੇਖ ਲਾਂਗੇ। ਉਹ ਵਾਹ ਜੀ ਵਾਹ, ਵੈਰੀ ਗੁੱਡ ਜੀ। ਮੇਰੀ ਹਾਂਜੀ ਸਾਰੀ ਨੂੰ ਇਹੀ ਬੇਨਤੀ ਆ ਵੀ ਆਪਣਾ ਟਾਈਮ ਨਾ ਖਰਾਬ ਕਰੋ। ਇਹਨਾਂ ਪਿੱਛੇ ਇਹ ਹੈ ਕਿ ਸਰਕਾਰੀ ਲੋਕ ਇਹਨਾਂ ਤੁਹਾਨੂੰ ਤੁਹਾਡੇ ਰਾਹ ਤੋਂ ਭਟਕਾਉਣਾ। ਇਹਨਾਂ ਕੋਲੋਂ ਅਸੀਂ ਸਿਰਫ ਚੋਲਿਆਂ ਦੇ ਰੰਗ, ਚੋਲਿਆਂ ਦਾ ਫੈਸ਼ਨ ਇਹੋ ਕੁਝ ਸਿੱਖ ਸਕਦੇ ਆ। ਇਹਦਾ ਸਾਨੂੰ ਹੋਰ ਕੁਛ ਨਹੀਂ ਦੇਣਾ, ਕੁਛ ਨਹੀਂ। ਬਿਲਕੁਲ ਜੀ ਬਿਲਕੁਲ, ਠੀਕ ਹੈ ਠੀਕ ਹੈ ਠੀਕ ਹੈ ਜੀ, ਚੜ੍ਹਦੀ ਕਲਾ ਜੀ। ਹਾਂਜੀ ਸਵਾਗਤ ਹੈ ਜੀ ਤੁਹਾਡਾ। ਹਾਂਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਪਹਿਲੀ ਵਾਰ ਰਿੰਗ ਲਾ ਰਿਹਾ ਜੀ, ਕਾਲ ਕਰ ਰਿਹਾ। ਪਹਿਲਾਂ ਵੀ ਤੁਹਾਡਾ ਪ੍ਰੋਗਰਾਮ ਸੁਣਦੇ ਰਹਿੰਦੇ ਆ, ਬਾਕੀ ਹੋਰ ਵੀ ਪ੍ਰੋਗਰਾਮ ਸੁਣਦੇ ਰਹਿੰਦੇ। ਜਿਹੜੇ ਹੁਣ ਕਹਿੰਦੇ ਜੀ ਕਿਸਾਨਾਂ ਨੂੰ ਕੁਛ ਦੇਤਾ ਜੀ, ਉਹ ਕਰਤਾ ਜੀ, ਕਿੱਥੋਂ ਪੈਸੇ ਆ ਗਏ ਜੀ, ਕਿ ਉਹਨਾਂ ਨੂੰ ਪੁੱਛਣ ਲੱਗਾ ਵੀ ਤੁਹਾਡੀ ਬੇਬੇ ਨੇ ਜਾਂ ਤੁਹਾਡੀ ਭੈਣ ਨੇ ਜਾਂ ਤੁਹਾਡੇ ਚਾਚੇ ਨੇ ਜਾਂ ਪਿਓ ਨੇ ਤਾਂ ਨਹੀਂ ਦਿੱਤੇ ਹੈਗੇ। ਤਾਂ ਸਾਡੀ ਆਪਦੀ ਇਹਨਾਂ ਬੰਦਿਆਂ ਦੀ ਜਿਹੜੇ ਉੱਥੇ ਵਿਚਾਰੇ ਬੈਠੇ ਨੇ ਤੇ ਮਦਦ ਕਰਦੇ ਨੇ। ਉਹ ਕਹਿੰਦੇ ਜੀ ਕਿ ਮਿਹਾਰ ਦੇ ਕੋਲ ਹੁੰਦੇ ਨਾ 20-25 ਗਧੇ ਹੁੰਦੇ ਆ, ਉਹ ਜਦੋਂ ਭਰ ਕੇ ਲਿਆਉਂਦਾ ਦਰਿਆ ਵੀ ਪਾਰ ਕਰਵਾਉਂਦਾ ਤੇ ਦਰਿਆ ਤੋਂ ਉਧਰਲੇ ਪਾਸੇ ਵੀ ਲੈ ਜਾਂਦਾ। ਪੂਛ ਤਾਂ ਫੜ ਲੈਂਦਾ, ਫਿਰ ਜਰਾ ਲੰਘਣ ਲੱਗਾ ਤੇ ਡੰਡਾ ਵੀ ਮਾਰਦਾ ਉਹਨਾਂ ਦੇ ਪੁੜੇ ਦੇ ਉੱਤੇ ਰੱਖ ਕੇ ਚੰਗੀ ਤਰ੍ਹਾਂ। ਫਿਰ ਚੰਗੀ ਤਰ੍ਹਾਂ ਭਾਰ ਵੀ ਢੋਇਆ ਹੁੰਦਾ। ਉਹ ਜਿਹੜੇ ਹੈਗੇ ਆ ਨਾ, ਉਹ ਦਿੱਲੀ ਦੇ ਖੋਤੇ ਨੇ ਸਾਰੇ, ਜਿੰਨੇ ਆਪਣੇ ਕਿਸਾਨ ਯੂਨੀਅਨ ਵਾਲੇ ਹੋਏ, ਬਾਦਲ ਹੋਏ, ਹੋਰ ਹੋਏ, ਜਿਹੜੇ ਭੌਂਕੀ ਜਾਂਦੇ ਸਾਰੇ ਖੋਤੇ ਨੇ। ਇਹਨਾਂ ਨੂੰ ਖੋਤਿਆਂ ਦਾ ਦਰਜਾ ਦਿਓ। ਬਾਕੀ ਤੁਸੀਂ ਬੜੇ ਪ੍ਰੇਮ ਨਾਲ ਗੱਲ ਕਰਦੇ ਹੋ, ਪਰ ਤੁਹਾਡੇ ਕੋਲ ਪ੍ਰੇਮ ਦੀ ਭਾਸ਼ਾ ਤੋਂ ਨੰਬਰ 2 ਫਾਰਮੂਲਾ ਵਰਤਣਾ ਚਾਹੀਦਾ। 2 ਫਾਰਮੂਲਾ ਵਰਤਣ ਤੋਂ ਬਿਨਾਂ ਕੰਮ ਨਹੀਂ ਚੱਲਣਾ। ਉਹਨਾਂ ਚਿਹਰੇ ਚੁੱਪ ਨਹੀਂ ਕਰਨਗੇ। ਬਾਕੀ ਰਹੀ ਗੱਲ ਦੂਸਰੀ, ਕਿ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਪਹਿਲਾਂ ਜਸਟ ਪੰਜਾਬੀ ਨਾਲ ਨਹੀਂ ਸੀ ਹੁੰਦੇ ਤੁਹਾਡਾ ਉੱਥੇ ਵੀ ਮੈਂ ਕਈ ਵਾਰੀ ਤੁਹਾਡੀ ਇੰਟਰਵਿਊ ਸੁਣਦਾ ਹੁੰਦਾ ਸੀ। ਸੋ ਮੈਂ ਮਾਫੀ ਚਾਹੁੰਦਾ, ਮੈਂ ਤੁਹਾਨੂੰ ਪੁੱਛ ਲਿਆ। ਤੇ ਮੈਂ ਕਾਫੀ ਦੇਰ ਦਾ ਤੁਹਾਡੀਆਂ ਜਿਹੜੀਆਂ ਪੱਤਰਕਾਰੀ ਦੀਆਂ ਇੰਡੀਆ ਦੇ ਵਿੱਚ ਸੁਣਦਾ ਰਹਿੰਦਾ ਸੀ, ਪਰ ਉਸ ਤੋਂ ਬਾਅਦ ਤੁਸੀਂ ਇੱਧਰ ਚਲੇ ਗਏ। ਉਸ ਤੋਂ ਬਾਅਦ ਜੋ ਕੁਛ ਹੋਇਆ ਉਹ ਤਾਂ ਪਤਾ ਨਹੀਂ ਆ। ਬਾਕੀ ਜਿਹੜੇ ਹੁਣ ਕਿਸਾਨਾਂ ਨੂੰ ਮੈਂ ਕਹਿਣ ਲੱਗਾ, ਭਾਈ ਤੁਹਾਨੂੰ ਕਿਸੇ ਨੇ ਦਵਾਨੀ ਨਹੀਂ ਦਿੱਤੀ। ਤੁਸੀਂ ਸਿੱਖ ਜਸਟਿਸ ਫਾਰ ਜਸਟਿਸ ਨੂੰ ਤੁਸੀਂ ਕੋਈ ਵੀ ਇੱਕ ਦਵਾਨੀ ਨਹੀਂ ਦਿੱਤੀ। ਉਹ ਆਪਣੇ ਦਸਵੰਧ ਕੱਢ ਕੇ ਤੁਹਾਡੀ ਸੇਵਾ ਕਰ ਰਹੇ ਨੇ ਜੀ। ਫਿਰ ਵੀ ਤੁਸੀਂ ਚੀਕਾਂ ਮਾਰੀ ਜਾਓ ਤੇ ਮੇਰੇ ਤੇ ਮੁਸ਼ਕਿਲ ਹੈ ਨਾ। ਜੇ ਤੁਸੀਂ ਅਜੇ ਵੀ ਨਾ ਉੱਠ ਕੇ ਤੁਰੇ ਤੇ ਫਿਰ ਤੁਹਾਡੇ ਵਾਸਤੇ ਲਾਹਨਤ ਹੈ। ਇਹਨਾਂ ਲੀਡਰਾਂ ਫੀਡਰਾਂ ਦਾ ਤੇ ਇਹਨਾਂ ਗਧਿਆਂ ਦਾ ਪੋਤਿਆਂ ਦਾ ਤੁਸੀਂ ਖਹਿੜਾ ਛੱਡ ਦਿਓ। ਬਸ ਤੁਸੀਂ ਅੱਗੇ ਹੁਣ 13 ਤਰੀਕ ਨੂੰ ਉੱਠ ਕੇ ਖੜੇ ਹੋ ਜਾਓ ਤੇ ਤੁਹਾਡੀ ਜਿਹੜੀ ਮੰਜ਼ਿਲ ਆ ਉਹ ਨੇੜੇ ਆ ਚੁੱਕੀ ਹੈ। ਤੇ ਤੁਸੀਂ ਉਸ ਨੂੰ ਨਾ ਅੱਗੇ ਫਾਰਵਰਡ ਕਰੋ ਤੇ ਸਾਰੀਆਂ ਰੇਲ ਲੋਕ ਜਿੰਨੀਆਂ ਹੈ ਰੋਕ ਕੇ ਦਿਖਾ ਦਿਓ ਕਿਵੇਂ ਰੋਕਣੀਆਂ। ਜੁਗਤ ਤੁਹਾਨੂੰ ਆਪਣੇ ਆਪ ਕਰਨੀ ਚਾਹੀਦੀ ਹੈ। ਕਿਸੇ ਨੇ ਕਹਿਣਾ ਨਹੀਂ। ਜਿੱਥੇ ਵੀ ਤੁਹਾਡੀ ਜੁਗਤ ਸੂਤ ਆਉਂਦੀ ਆ, ਉਸ ਜੁਗਤ ਨਾਲ ਹੀ ਰੇਲਾਂ ਰੋਕ ਕੇ ਖੜੀਆਂ ਕਰ ਦਿਓ ਤੇ ਇਹਨੂੰ ਦਿਖਾ ਦਿਓ ਹਾਂ ਵੀ ਅਸੀਂ ਕੁਛ ਹੈਗੇ ਆ। ਇਹ ਭਾਰਤ ਦਾ ਹੁਣ ਜਿਹੜਾ ਕਹਿੰਦੇ ਨਾ ਭਾਰਤ ਹੈ ਗੰਦਸਤਾਨ, ਉਹ ਟੁੱਟਣ ਆਈ ਹੈ। ਤੁਸੀਂ ਆਪਦਾ ਬਚਾ ਕੇ ਚੱਲਣਾ, ਸਭ ਕੁਛ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ, ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ ਦੱਸ ਦਿਆਂ ਵੀਰ ਜੀ, ਧੰਨਵਾਦ ਤੁਹਾਡਾ ਗੱਲ ਕਰਨ ਦੇ ਲਈ। ਜਸ ਪੰਜਾਬੀ ਵਾਲੇ ਨੇ ਕੱਢਤਾ ਸੀ ਮੈਨੂੰ ਨੌਕਰੀ ਤੋਂ, ਭਜਾਤਾ ਸੀ ਉਹਨਾਂ ਨੇ ਇੱਕ ਤਰ੍ਹਾਂ ਦਾ ਜੇ ਕਹੀਏ ਤਾਂ। ਤੇ ਪਰ ਕੋਈ ਨਹੀਂ, ਜਿਹੜੇ ਪ੍ਰੋਗਰਾਮ ਉੱਥੇ ਕੀਤੇ ਉਹ ਜਿਹੜੇ ਲੋਕਾਂ ਨੇ ਦੇਖੇ ਹੋਣਗੇ, ਮੈਨੂੰ ਲੱਗਦਾ ਯਾਦ ਕਰਦੇ ਹੋਣਗੇ ਬੜੇ ਚੰਗੇ ਤਰੀਕੇ ਨਾਲ। ਉਹੋ ਜਿਹੀ ਗੱਲ ਜਿਹੜੀ ਸੀ ਉਹਦੇ ਦਰਸ਼ਕਾਂ ਨੇ ਪਹਿਲੀ ਵਾਰ ਸੁਣੀ ਹੋਊਗੀ, ਪਤਾ ਲੱਗਿਆ ਹੋਊਗਾ ਉਹਨਾਂ ਨੂੰ। ਸੋ ਉਹਨਾਂ ਦਾ ਵੀ ਧੰਨਵਾਦ ਜਿੰਨੇ ਉਹਨਾਂ ਨੇ ਦਿਨ ਮੈਨੂੰ ਕੰਮ ਦਿੱਤਾ ਉੱਥੇ, ਜਿਸ ਤਰੀਕੇ ਨਾਲ ਸਿੱਖਾਂ ਦੀ ਮੈਂ ਗੱਲ ਕਰਨ ਦੇ ਵਿੱਚ ਕਾਮਯਾਬ ਹੋਇਆ, ਉਹਨਾਂ ਦਾ ਵੀ ਧੰਨਵਾਦ। ਹਾਂਜੀ ਸਵਾਗਤ ਹੈ ਜੀ ਤੁਹਾਡਾ। ਹੈਲੋ ਹਾਂਜੀ ਹਾਂ ਬੋਲੋ। 504। ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਤੇ ਕਾਲਾਂ ਕਾਫੀ ਆਉਂਦੀਆਂ ਨੇ, ਪਰ ਸਮਾਂ ਜਿਹੜਾ ਹੈ ਉਹ ਆਪਣੀ ਕਰਨੀ ਖਿਸਕਾਈ ਜਾਂਦਾ, ਨਿਕਲੀ ਜਾਂਦਾ ਸਾਡੇ ਹੱਥਾਂ ਦੇ ਵਿੱਚੋਂ। ਤੇ 13 ਸਤੰਬਰ ਨੇੜੇ ਆ ਰਹੀ ਹੈ ਤੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਜਿੱਥੇ ਕਿਤੇ ਵੀ ਤੁਸੀਂ ਵੱਸਦੇ ਹੋ, ਰਹਿੰਦੇ ਹੋ, ਆਪਣੇ ਤਰੀਕੇ ਦੇ ਨਾਲ ਤੁਸੀਂ
ਅਮਨਮਈ ਢੰਗ ਦੇ ਨਾਲ, ਸ਼ਾਂਤਮਈ ਢੰਗ ਦੇ ਨਾਲ ਤੁਸੀਂ ਜਿਹੜਾ ਹੈ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਕਿਸੇ ਤਰੀਕੇ ਨਾਲ, ਕਿਸੇ ਦਾ ਵੀ। ਉਸ ਤਰੀਕੇ ਨਾਲ ਤੁਸੀਂ ਆਪਣਾ ਜਿਹੜਾ ਪ੍ਰੋਟੈਸਟ ਹੈ ਉਹ ਦਰਜ ਕਰ ਸਕਦੇ ਹੋ, ਪ੍ਰੋਟੈਸਟ ਹੈ ਜਿਹੜਾ ਉਹ ਦਰਜ ਕਰਵਾ ਸਕਦੇ ਹੋ। ਸੋ ਇਹਦੇ 'ਚ ਮੈਂ ਇੱਕ ਜਾਂਦਾ ਇੱਕ ਕਾਲ ਮੈਂ ਸਾਰੇ ਜਿਹੜੇ ਦਰਸ਼ਕ ਨੇ ਉਹਨਾਂ ਨਾਲ ਗੱਲਬਾਤ ਮੈਨੂੰ ਕਰਨਾ ਚੰਗਾ ਲੱਗਦਾ। ਜਾਂਦਾ ਮੈਂ ਇੱਕ ਕਾਲ ਲੈ ਲੈਣਾ। ਹਾਂਜੀ ਵੀਰ ਜੀ, ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਜੀ। ਹਾਂਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਜੀ, ਮੈਂ ਵੈਸੇ ਚਲੋ ਇੱਕ ਤੁਹਾਡੇ ਦਾ ਹੀ ਮੈਸੇਜ ਭੇਜਣ ਦਿੰਦਾ ਵੀ ਮੈਂ ਪੰਜਾਬ ਤੋਂ ਹੀ ਹਾਂ ਤੇ ਮਗਰ ਮੈਂ ਬਾਹਰ ਕੰਮ ਕਰਦਾ। ਮੇਰੇ ਪਿਤਾ ਜੀ ਨੇ ਨਾ ਫੌਜੀ ਰਿਟਾਇਰਮੈਂਟ ਹੈ, ਉਹਨਾਂ ਨੇ ਇੱਕ 50,000 ਕੋਆਪਰੇਟਿਵ ਬੈਂਕ ਦਾ ਕਰਜ਼ਾ ਲਿਆ ਸੀ ਫਿਊਵਲ ਵਾਸਤੇ। ਹਾਂਜੀ। ਤੇ ਕੁਝ ਤੇ ਚਲੋ ਅਸੀਂ ਆਪਣੀਆਂ ਕਿਸ਼ਤਾਂ ਜਿੱਦਾਂ ਸਮਾਈ ਦੇ ਸਮਾਈ ਵਿਆਜ ਦਿੰਦੇ ਰਹੇ, ਤੇ ਜਦੋਂ ਗੌਰਮੈਂਟ ਨੇ ਮਾਫ ਕੀਤਾ ਨਾ ਕਰਜ਼ਾ, ਹਾਂਜੀ, ਤੇ ਕੁਝ ਬੰਦੇ ਦਾ ਵਿੱਚ ਕੁਝ ਪਰਸੈਂਟੇਜ ਮਾਫ ਕੀਤਾ ਤੇ ਸਾਡੇ ਫਾਦਰ ਸਾਹਿਬ ਨੂੰ ਕਿਹਾ ਵੀ ਤੁਹਾਨੂੰ ਨਹੀਂ ਮਾਫ ਹੋਣਾ ਜੀ, ਤੁਸੀਂ ਫੌਜੀ ਹੋ। ਉਹ ਤੁਹਾਡੀ 2 ਕਿੱਲੇ ਜ਼ਮੀਨ ਹੀ, ਤੇ ਅਸੀਂ ਗੱਲ ਦੱਸਦੇ ਵੀ 2 ਕਿੱਲੇ ਜ਼ਮੀਨ ਹੀ ਸਾਡੇ ਕੋਲ, ਤੇ ਅਸੀਂ ਉਹਨਾਂ ਨੂੰ ਕਿਹਾ ਵੀ ਉਹਨਾਂ ਨੇ ਸਾਨੂੰ ਬੜੀ ਟੈਨਸ਼ਨ ਲਈ, ਯਾਰ ਮੇਰਾ ਕਰਜ਼ਾ ਨਹੀਂ ਮਾਫ ਕੀਤਾ, ਮੈਂ ਫੌਜੀ, ਮੇਰੀ ਆਮਦਨ ਕਿੱਥੋਂ, ਮੈਂ ਫੌਜੀ ਵੀਰਾਂ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਗੌਰਮੈਂਟ ਜਿਹੜੀ ਹੈ ਸਿਰਫ ਉਹਨਾਂ ਜਗ੍ਹਾ ਵਰਤਦੀ ਜਿੰਨਾ ਜਗ੍ਹਾ ਤੁਹਾਨੂੰ ਵਰਤਣਾ, ਮੁੜ ਕੇ ਕੋਈ ਫੈਸਲਾ ਨਹੀਂ ਦਿੰਦੀ। ਤੇ ਅਸੀਂ ਉਹਨਾਂ ਨੂੰ ਕਿਹਾ ਵੀ ਟੈਨਸ਼ਨ ਨਾ ਲਓ, ਅਸੀਂ ਡਰਾਈਵਰੀ ਕਰਦੇ, ਕਰਜ਼ਾ ਹਫ਼ਤੇ ਲਾ ਦਾਂਗੇ। ਅਸੀਂ ਲਾ ਵੀ ਦਿੱਤਾ, ਚਲੋ ਬਾਕੀ ਅਸੀਂ ਤਾਂ ਕੰਮ ਕਰਦੇ ਆ। ਪਰ ਇੱਕ ਗੱਲ ਹੈ ਵੀ ਇਹ ਨਹੀਂ ਕਿਸੇ ਨੂੰ ਵੇਖਦੀ ਗੌਰਮੈਂਟ ਵੀ ਕਿਸੇ ਨੂੰ ਦੇਣਾ ਜਾਂ ਨਹੀਂ। ਉਹਨਾਂ ਨੂੰ ਬਿਲਕੁਲ ਹੀ ਨਹੀਂ ਮਾਫ ਕੀਤਾ। 2 ਏਕੜ ਦੇ ਕਰਜ਼ਾ 50,000 ਲਿਆ ਸੀ ਬਸ। ਜੀ, ਬਿਲਕੁਲ ਗੱਲ ਤੁਹਾਡੀ ਸਹੀ ਹੈ। ਤੇ ਇਸ ਤਰੀਕੇ ਨਾਲ ਵਿਤਕਰਾ ਜਿਹੜਾ ਹੈ ਉੱਥੇ ਕੀਤਾ ਜਾਂਦਾ ਭਾਰਤ ਦੇ ਵਿੱਚ। ਮੈਂ ਤਾਂ ਹੀ ਉਹਨਾਂ ਨੂੰ ਫੌਜੀਆਂ ਨੂੰ ਵੀਰਾਂ ਦੇਣਾ ਚਾਹੁੰਦਾ, ਭਾਈ ਰਲ ਕੇ ਆਪਣਾ ਦੇਸ਼ ਦੀ ਮੰਗ ਕਰੋ। ਜੇ ਕੱਲ ਨੂੰ ਤੁਹਾਨੂੰ ਆਣ ਕੇ ਵੀ ਤੁਸੀਂ ਜੇ ਖੇਤੀ ਵੀ ਕਰੋ ਤੇ ਤੁਹਾਨੂੰ ਕੋਈ ਵਧੀਆ ਫੈਸਲੇ ਨਹੀਂ ਦੇ ਸਕੇ ਕਿਸਾਨ ਦੇ ਤੌਰ ਤੇ, ਫੌਜੀ ਦੇ ਤੌਰ ਤੇ ਨਾ ਜਾਣਿਆ ਜਾਏ, ਕਿਸਾਨ ਦੇ ਤੌਰ ਤੇ ਜਾਣਿਆ ਜਾਏ। ਜੀ ਬਹੁਤ ਧੰਨਵਾਦ ਜੀ ਤੁਹਾਡਾ। ਹਾਂਜੀ, ਸਵਾਗਤ ਹੈ ਜੀ ਵੀਰ ਜੀ। ਤੁਹਾਡੀ ਜਿਹੜੀ ਉਹ ਰਿਕਾਰਡਿੰਗ ਜਨਤਕ ਹੋਈ ਹੈ ਨਾ, ਤੁਸੀਂ ਸੁਣੀ ਹੈ? ਕਿਹੜੀ ਜੀ? ਆਪਣਾ ਨਾ ਕਮੈਂਟ ਸੈਕਸ਼ਨ ਮੇਰਾ ਵੀਰ ਚੈੱਕ ਕਰ ਲਿਓ। ਸੁਣੋ ਮੇਰੀ ਗੱਲ, ਤੁਸੀਂ ਸਿਰਫ ਨਾ ਵੀਰੇ ਬਾਹਰ ਬੈਠ ਕੇ ਨਾ ਬੱਚਿਆਂ ਨੂੰ ਵਰਗਲਾ ਰਹੇ ਹੋ ਮੇਰੇ ਵੀਰ। ਪੂਰੇ ਪੰਜਾਬ 'ਚ ਗਰਾਊਂਡ ਲੈਵਲ ਤੇ ਆ ਕੇ ਵੇਖੋ, ਫੇਰ ਗੱਲ ਕਰਿਆ ਜੀ। ਤੁਸੀਂ ਜਿਹੜੀ ਹੈ ਮਤਲਬ ਭਾਰਤੀ ਜਿਹੜੇ ਲੋਕ ਨੇ ਜਾਂ ਭਾਰਤੀ ਲੀਡਰ ਨੇ ਜਿਹੜੇ ਲੋਟੂ ਨੇ, ਜਿਹੜੇ ਲੋਕਾਂ ਨੂੰ ਲੁੱਟਦੇ ਨੇ, ਤੁਸੀਂ ਲੱਗਦਾ ਉਹਨਾਂ ਦੀਆਂ ਗੱਲਾਂ ਦੇ ਵਿੱਚ ਆਏ ਹੋਏ ਹੋ। ਨਹੀਂ, ਤੁਸੀਂ ਤੁਹਾਡਾ ਜਿਹੜੇ ਭਾਰਤੀ ਲੋਕ ਲੁੱਟ ਰਹੇ ਨੇ, ਜਿਹੜੇ ਲੋਕਾਂ ਨੂੰ ਲੁੱਟ ਰਹੇ ਨੇ, ਹਜ਼ਾਰਾਂ ਕਰੋੜ ਰੁਪਈਆ ਜਿਹੜੇ ਲੈ ਕੇ ਉੱਥੋਂ ਭੱਜ ਗਏ ਨੇ, ਤੁਹਾਡੇ ਖੂਨ ਪਸੀਨੇ ਦੀ ਕਮਾਈ, ਤੁਹਾਡੇ ਟੈਕਸ ਦੀ ਕਮਾਈ, ਤੁਸੀਂ ਉਹਨਾਂ ਦੇ ਕਦਮ 'ਚ ਕਦਮ ਮਿਲਾ ਕੇ ਕਿਵੇਂ ਚੱਲ ਸਕਦੇ ਹੋ? ਵੀਰ ਜੀ 2 ਮਿੰਟ ਦੋਗੇ? ਘੜੀ ਦੇ ਕੇ ਹੈਗੇ? ਨਹੀਂ, ਮੇਰੇ ਸਵਾਲ ਦਾ ਜਵਾਬ ਦਿਓ ਤੁਸੀਂ ਪਹਿਲਾਂ। ਜਿਹੜੇ ਲੱਖਾਂ ਕਰੋੜਾਂ ਰੁਪਈਆ ਲੁੱਟ ਕੇ ਜਿਹੜੇ ਲੈ ਗਏ। ਨਹੀਂ, ਮੈਂ ਤੁਹਾਡੀ ਆਵਾਜ਼ ਘੱਟ ਗਈ ਆ ਆਣੀ। ਤੁਸੀਂ ਹੈਲੋ, ਨਾ ਮੈਂ ਪੂਰਾ ਮੌਕਾ ਦੇ ਰਿਹਾ। ਦੇਖੋ, ਹੈਲੋ, ਮੈਂ ਪੰਜਾਬ ਤੋਂ ਹੀ ਗਿਆ ਭਾਈ ਸਾਹਿਬ, ਪੰਜਾਬ ਤੋਂ ਹੀ ਗਿਆ। ਪੰਜਾਬ ਦੇ ਵਿੱਚ ਜਿੰਨੇ ਵੀ ਕਿਸੇ ਮੁਲਕਾਂ ਨੂੰ ਆਜ਼ਾਦ ਕਰਾਉਣ ਦੇ ਲਈ, ਜਾਂ ਜਿੰਨੇ ਵੀ ਨਵੇਂ ਮੁਲਕ ਬਣੇ ਨੇ, ਜਾਂ ਜਿੱਥੇ ਵੀ ਆਜ਼ਾਦੀ ਦੀਆਂ ਲਹਿਰਾਂ ਚੱਲੀਆਂ ਨੇ, ਉੱਥੋਂ ਦੇ ਲੋਕਾਂ ਦੇ ਉੱਤੇ ਜਦੋਂ ਜ਼ੋਰ ਜ਼ਬਰ ਜ਼ੁਲਮ ਹੁੰਦਾ ਤਾਂ ਉਹ ਆਪਣੇ ਆਪ ਦੇ ਵਿੱਚ ਜਿਹੜਾ ਹੈ, ਜਿਹੜੇ ਲੋਕ ਨੇ ਉਸ ਮਿੱਟੀ ਨਾਲ, ਉਸ ਜ਼ਮੀਨ ਦੇ ਨਾਲ ਜੁੜੇ ਹੋਏ ਹੁੰਦੇ ਨੇ, ਉਹ ਉਸ ਸੰਘਰਸ਼ ਦੇ ਵਿੱਚ ਆ ਕੇ ਹਿੱਸਾ ਪਾਉਂਦੇ ਨੇ, ਉਹ ਉੱਥੋਂ ਬਾਹਰੋਂ ਹਮਾਇਤ ਕਰਦੇ ਨੇ। ਜਿਹੜੇ ਸਥਾਨਕ ਤੌਰ ਦੇ ਉੱਤੇ, ਮੇਰੀ ਗੱਲ ਸੁਣਿਓ ਧਿਆਨ ਨਾਲ, ਤੁਸੀਂ ਉੱਚੀ ਬੋਲੋ, ਤੁਹਾਡੀ ਆਵਾਜ਼ ਘੱਟ ਆ ਰਹੀ ਹੈ, ਉੱਚੀ ਬੋਲੋ। ਜਿਹੜੇ ਲੋਕ, ਤੁਸੀਂ ਲਾਲਾ ਹਰਦਿਆਲ ਨੂੰ ਕੀ ਕਹੋਗੇ? ਨਹੀਂ, ਲਾਲਾ ਹਰਦਿਆਲ ਨੂੰ ਕੀ ਕਹੋਗੇ, ਜਿਹੜਾ ਸੈਨ ਫਰਾਂਸਿਸਕੋ ਤੋਂ ਕੈਲੀਫੋਰਨੀਆ ਦੇ ਵਿੱਚ ਰਹਿੰਦਾ ਹੋਇਆ, ਜਿਹੜਾ ਉੱਥੇ ਪੰਜਾਬ ਦੀ ਆਜ਼ਾਦੀ, ਭਾਰਤ ਦੀ ਆਜ਼ਾਦੀ ਦੀ ਗੱਲ ਕਰਦਾ ਸੀ, ਉਹਨੂੰ ਤੁਸੀਂ ਕੀ ਕਹੋਗੇ? ਸ਼ਹੀਦ ਕਰਤਾਰ ਸਿੰਘ ਸਰਾਭਾ ਹੋਣਾ ਨੂੰ, ਜਿਹੜੇ ਸੋਹਣ ਸਿੰਘ ਭਕਨਾ ਹੋਰੀ ਨੇ, ਜਿਹੜੇ ਵਿਦੇਸ਼ਾਂ ਦੀ ਧਰਤੀ ਦੇ ਉੱਤੋਂ, ਸਟਾਕਟਨ ਦੀ ਧਰਤੀ ਦੇ ਉੱਤੋਂ ਗੱਲਬਾਤ ਕਰਨ ਲਈ, ਉੱਥੋਂ ਪੰਜਾਬ ਦੀ ਆਜ਼ਾਦੀ ਦੇ ਲਈ ਸੰਘਰਸ਼ ਕੀਤਾ ਜਿਨ੍ਹਾਂ ਨੇ, ਤੁਸੀਂ ਉਹਨਾਂ ਨੂੰ ਕੀ ਕਹੋਗੇ? ਹਜ਼ਾਰਾਂ ਗਦਰੀ ਬਾਬੇ ਸਨ, ਗਦਰ ਲਹਿਰ ਨਾਲ ਜਿਹੜੇ ਜੁੜੇ ਹੋਏ ਲੋਕ ਸਨ, ਤੁਸੀਂ ਉਹਨਾਂ ਨੂੰ ਕੀ ਕਹੋਗੇ? ਠੀਕ ਹੈ ਨਾ ਜੀ?
ਤੁਸੀਂ ਜਿਹੜੇ ਲੋਕ ਭਾਰਤ ਦੇ ਜਿਹੜੇ ਲੋਕਾਂ ਨੂੰ ਲੁੱਟਣ ਵਾਲੇ ਕੁੱਟਣ ਵਾਲੇ ਨੇ, ਜਿਹੜੇ ਲੋਕਾਂ ਨੂੰ ਗੁਲਾਮ ਬਣਾ ਕੇ, ਲੋਕਾਂ ਦੀ ਮਾਨਸਿਕਤਾ ਨੂੰ ਗੁਲਾਮ ਕਰਕੇ ਰੱਖ ਕੇ ਰਾਜ ਕਰਨਾ ਚਾਹੁੰਦੇ ਨੇ, ਤੁਸੀਂ ਉਹਨਾਂ ਲੋਕਾਂ ਦੇ ਪੈਰਾਂ ਵਿੱਚ ਪੈਰ ਰੱਖ ਕੇ ਚੱਲ ਰਹੇ ਹੋ। ਤੁਸੀਂ ਉਹਨਾਂ ਦੇ ਜੁੱਤੇ ਚੱਟਣ ਲਈ ਤੁਸੀਂ ਤਤਪਰ ਰਹਿੰਦੇ ਹੋ। ਤੁਹਾਡੇ ਵਰਗੇ ਲੋਕਾਂ ਤੇ ਜਿਹੜੇ ਖਾਂਦੇ ਤਾਂ ਪੰਜਾਬ ਦਾ ਹੋ ਤੇ ਤੁਸੀਂ ਗੁਣ ਗਾਉਂਦੇ ਹੋ। ਤੁਸੀਂ ਭਾਰਤੀ ਸਿਸਟਮ ਤੇ ਲਾਹਨਤ ਹੋਣੀ ਚਾਹੀਦੀ ਹੈ ਤੁਹਾਡੇ ਉੱਤੇ। ਤੁਹਾਨੂੰ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਕੋਈ ਘਰ ਦਾ ਵਿਅਕਤੀ ਆਪਣੇ ਪਿਓ ਦੇ ਕਹਿਣੇ ਦੇ ਵਿੱਚ ਨਹੀਂ ਚੱਲਦਾ, ਜਿਹੜਾ ਵਿਅਕਤੀ ਆਪਣੇ ਪਿਓ ਦੇ ਕਹਿਣੇ ਦੇ ਵਿੱਚ ਨਹੀਂ ਚੱਲਦਾ, ਜਿਹੜਾ ਵਿਅਕਤੀ ਸਰਕਾਰ ਦੇ ਜਿਹੜੇ ਜ਼ੁਲਮ ਨੇ ਉਹਨਾਂ ਦੀ ਤਾਇਦ ਕਰਦਾ, ਉਸ ਦੀ ਤਸਦੀਕ ਕਰਦਾ, ਜੇਕਰ ਉਹ ਵਿਅਕਤੀ ਜਿਹੜਾ ਹੈ ਉਸ ਤਰੀਕੇ ਨਾਲ ਆਪਣੇ ਦੇਸ਼ ਨਾਲ, ਆਪਣੀ ਮਿੱਟੀ ਦੇ ਨਾਲ, ਆਪਣੇ ਪਿਓ ਦੇ ਨਾਲ ਧਰੋਕ ਮਾਰ ਰਿਹਾ, ਤਾਂ ਮੈਨੂੰ ਲੱਗਦਾ ਉਹਦੇ ਉੱਤੇ ਲਾਹਨਤਾਂ ਹੀ ਪਾਈਆਂ ਜਾਣੀਆਂ ਚਾਹੀਦੀਆਂ ਨੇ। ਉਹ ਇੱਕ ਵੱਡਾ ਲਾਹਨਤੀ ਵਿਅਕਤੀ ਹੋ ਸਕਦਾ। ਇਸ ਤੋਂ ਵੱਧ ਕੋਈ ਗੱਲ ਨਹੀਂ। ਤੁਸੀਂ ਮੇਰੀ ਗੱਲ ਸੁਣ ਨਹੀਂ ਰਹੇ, ਤੁਹਾਡੇ ਕੋਲ ਮੇਰੀ ਗੱਲ ਤੇ ਜਵਾਬ ਹੈ ਨਹੀਂ। ਤੇ ਹਾਂਜੀ, ਸਤਿ ਸ੍ਰੀ ਅਕਾਲ ਜੀ। ਖਰਾਬ ਕਰਦੇ ਆ ਇਹਨੂੰ। ਐ ਪੁੱਛੇ ਜਿਹੜਾ ਮੁੰਡਿਆਂ ਦਾ ਜੀਣਾ ਹਰਾਮ ਕੀਤਾ ਪਿਆ, ਇਹਨਾਂ ਨੇ ਭੁੱਖ ਨੰਗ ਖਿਲਾਰੀ ਵੀ, ਪੈਸੇ ਲੁੱਟ ਕੇ ਲੀਡਰ ਲੈ ਕੇ ਜਾਈ ਜਾਂਦੇ। ਇਹਨਾਂ ਨੂੰ ਇਹ ਨੀ ਦਿਖਦਾ ਇੱਥੇ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਤੇ ਕੋਲ ਗਈ ਸੀ, ਜਿਹਨੇ ਤੁਹਾਨੂੰ ਕਿਹਾ ਮੁੰਡਿਆਂ ਨੂੰ ਖਰਾਬ ਕਰਦੇ, ਇਹਨੂੰ ਇਹ ਨੀ ਦੇਖਦਾ ਜਿਹੜੇ ਲੋਕਾਂ ਉਹਨਾਂ ਕੋਲ ਨਹੀਂ, ਉਹਨਾਂ ਕੋਲ ਜਵਾਬ ਨਹੀਂ ਹੈਗਾ। ਉਹਨਾਂ ਕੋਲ ਕੋਈ ਜਵਾਬ ਨਹੀਂ ਹੈਗਾ, ਕਿਸੇ ਵੀ ਗੱਲ ਦਾ ਜਵਾਬ ਨਹੀਂ ਹੈਗਾ। ਠੀਕ ਹੈ ਨਾ। ਉਹਨਾਂ ਦੇ ਚਾਬੀ ਦਿੱਤੀ ਹੋਈ ਹੈ, ਚਾਬੀ ਵਾਲੇ ਬਾਂਦਰ ਨੇ। ਉਹ ਚਾਬੀ ਦਿੱਤੀ ਹੋਈ ਹੈ ਕਿਸੇ ਅਮਰਿੰਦਰ ਸਿੰਘ ਨੇ ਜਾਂ ਕੇਂਦਰੀ ਸਿਸਟਮ ਦੇ ਕਿਸੇ ਕਰਿੰਦੇ ਨੇ। ਸੋ ਉਹਨਾਂ ਨੇ ਬੋਲਣਾ ਹੀ ਬੋਲਣਾ ਜੀ। ਦਿੱਲੀ ਦੇ ਜੁੱਤੀ ਜੱਟ ਹੈਗੇ ਲੋਕ, ਇਹ ਖਾ ਕੇ ਲੋਕਾਂ ਦੇ ਹਰਾਮ ਦਾ ਪੈਸਾ ਇਹਨਾਂ ਦੇ ਬਚਦਾ ਨਹੀਂ। ਹੁਣ ਇਹ ਜੁੱਤੀਆਂ ਪੈਣੀਆਂ ਸਾਡੇ ਬਾਅਦ ਚ। ਜੀ 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 ਹਾਂਜੀ, ਜਿਆਦਾ ਇਹਨਾਂ ਚੜਿੰਗ ਲੱਗਦੇ ਵੀ ਹੁਣ ਸਾਡੇ ਬਾਅਦ ਚ ਜੁੱਤੀਆਂ ਪੈਣੀਆਂ। ਸਾਡਾ ਆਪਣਾ ਘਰ ਬਣ ਜਾਣਾ, ਬਾਅਦ ਚ ਸਾਡੇ ਜੁੱਤੀਆਂ ਪੈਣੀਆਂ। ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਤੇ ਮੈਂ ਨੰਬਰ, ਮੈਂ ਕਹਿੰਦੇ ਨੇ ਸਾਡੇ ਜਿਹੜੇ ਮਿੱਤਰ ਪਿਆਰੇ ਨੇ, ਸਾਡੇ ਜਿਹੜੇ ਲੋਕ ਨੇ, ਉਹ ਚਾਹੁੰਦੇ ਨੇ ਕਿ ਨੰਬਰ ਅਸੀਂ ਉਹਨਾਂ ਦਾ ਸ਼ੋ ਕਰਦੀ, ਜਿਹੜੀ ਕਾਲ ਆਈ ਸੀ ਪਹਿਲਾਂ। ਠੀਕ ਹੈ ਨਾ ਜੀ। ਸੋ ਨੰਬਰ ਮੈਂ ਤੁਹਾਨੂੰ ਦੱਸ ਦਿੰਦਾ ਜੀ ਇੱਕ ਵਾਰੀ। ਨੰਬਰ ਹੈ ਜੀ ਉਹਨਾਂ ਦਾ 98762 ਤੇ 00185। ਨਹੀਂ, ਇਹ ਨੰਬਰ ਨਹੀਂ ਹੈਗਾ, ਮਾਫੀ ਚਾਹੁੰਦਾ ਮੈਂ। ਤੇ ਹਾਂਜੀ, ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਰਹਾਂਗੇ, ਕੋਈ ਗੱਲ ਨਹੀਂ, ਦੱਸਾਂਗੇ। ਮੈਂ ਇਹਨਾਂ ਦਾ ਨੰਬਰ ਤੁਹਾਨੂੰ ਦੱਸ ਦੇਣਾ। ਹਾਂਜੀ, ਸਵਾਗਤ ਹੈ ਜੀ। ਨੈਕਸਟ ਕਾਲਰ। ਹੈਲੋ। ਹਾਂਜੀ ਹਾਂਜੀ, ਸਵਾਗਤ ਹੈ ਤੁਹਾਡਾ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਰ, ਮੇਰਾ ਨਾਮ ਪਰਮਜੀਤ ਸਿੰਘ ਹੈ ਜੀ। ਮੈਂ ਵੀ ਪਹਿਲੀ ਵਾਰ ਫੋਨ ਲਾਇਆ ਅੱਜ। ਹਾਂਜੀ ਹਾਂਜੀ, ਸਵਾਗਤ ਹੈ ਜੀ। ਅਸੀਂ ਸਾਡੇ ਬੈਸਟ ਵਿਸ਼ੇਸ ਆ ਭਾਜੀ। ਯਾਰ ਤੁਸੀਂ ਜੋ ਵੀ ਕਹਿੰਦੇ ਆ ਬਹੁਤ ਸੱਚੇ ਸੁੱਚੇ ਆ। ਜਿੰਨਾ ਵੀ ਕਰੀਏ ਉਹਨਾਂ ਹੀ ਥੋੜਾ ਭਾਜੀ। ਵਾਹਿਗੁਰੂ। ਜੋ ਵੀ ਕਹਿ ਰਹੇ, ਜਿਹੜੇ ਆਪਣੇ ਕਾਲਰ ਹੁਣੇ ਹੀ ਬੋਲ ਕੇ ਗਏ, ਮੈਨੂੰ ਲੱਗਦਾ ਇਹਨਾਂ ਨੂੰ ਹਾਲੇ ਕੋਈ ਸਮਝ ਨਹੀਂ ਹੈਗੀ ਵੀ ਕਿ ਉੱਥੇ ਬਚਿਆ ਤਾਂ ਕੁਛ ਨੀ। ਪੰਜਾਬ ਦੇ ਵਿੱਚ ਲੁੱਟ ਕੇ ਲੈ ਗਏ, ਸਾਰਾ ਕੁਝ ਲੁੱਟ ਗਿਆ ਹਨਾ। ਸਾਰਾ ਕੁਝ ਹੀ ਲੁੱਟਿਆ ਪੁੱਟਿਆ ਗਿਆ। ਉੱਥੇ ਨਸ਼ਿਆਂ ਦੇ ਲਾਗੇ ਦੁਨੀਆ ਬੇੜਾ ਕਰ ਕਰਤਾ ਹਨਾ ਇਹਨਾਂ ਪੋਲੀਟਿਕਸਾਂ ਨੇ। ਉਧਰੋਂ ਸਾਡੇ ਜਿੰਨੇ ਵੀ ਕੀ ਕਹਿੰਦੇ ਪ੍ਰਚਾਰਕ ਹੋ ਗਏ, ਆਪਣੇ ਜਿੰਨੇ ਵੀ ਬੈਠੇ ਆ ਨਾ, ਢੱਡਰੀਆਂ ਵਾਲੇ ਹੋ ਗਏ, ਜਿੰਨੇ ਵੀ ਲਾ ਲਓ, ਕਿਸੇ ਦੀ ਵੀ ਗੱਲ ਕਰਨ ਲਈ ਰਹੀ ਨੀ ਹੈ ਭਾਜੀ। ਕਿਸੇ ਦੀ ਵੀ ਗੱਲ ਕਰਨ ਵਾਲੀ ਰਹੀ ਨੀ ਗਈ ਉੱਥੇ। ਹਾਂਜੀ ਹਾਂਜੀ ਹਾਂਜੀ। ਹੁਣ ਬੰਦੇ ਸਮਝ ਨਹੀਂ ਲੱਗਦੀ ਕਿ ਜਾਈਏ ਕਿੱਦਾਂ ਨਾ। ਕੋਈ ਸੱਚਾ ਬੰਦਾ ਦਿਖਣ ਨਹੀਂ ਦਿਆ ਭਾਜੀ ਕਿਸੇ ਬੰਦੇ ਨੇ ਨਾ ਉੱਥੇ। ਤੇ ਹੁਣ ਕੋਈ ਨਾ ਕੁਝ ਮਹਾਰਾਜ ਕਿਰਪਾ ਕਰਨ, ਸਾਰੇ ਜਣੇ ਇਕੱਠੇ ਹੋਣਾ ਹੀ। ਦੇ ਕਿੰਨੇ ਹਨਾ, ਸਾਰੀ ਕੌਮ ਇਕੱਠੀ ਹੋਵੇ ਤੇ ਦੇਖੋ ਕੌਮ ਇਕੱਠੀ ਹੈ। ਕੌਮ ਦੇ ਜਿਹੜੇ ਸਮੁੱਚੀ ਕੌਮ ਇੱਕ ਪਲੇਟਫਾਰਮ ਦੇ ਉੱਤੇ, ਇੱਕ ਮੰਚ ਦੇ ਉੱਤੇ ਇਕੱਠੀ ਹੈ। ਬਸ ਪੰਜਾਬ ਦੇ ਵਿੱਚ ਲੀਡਰਸ਼ਿਪ ਦੀ ਅਣਹੋਂਦ ਕਾਰਨ ਸਾਨੂੰ ਕੁਝ ਅਜਿਹਾ ਮਾੜਾ ਸਮਾਂ ਜਿਹੜਾ ਹੈ ਉਹ ਉਹਦੇ ਚੋਂ ਲੰਘ ਰਹੇ ਹਾਂ ਅਸੀਂ। ਲੀਡਰ ਨਹੀਂ ਕੋਈ ਨਜ਼ਰ ਆ ਰਿਹਾ ਉੱਥੇ। ਇਹੀ ਤਾਂ ਇਸ ਟਾਈਮ ਹਾਂਜੀ ਕਿਤੇ ਵਿਸ਼ਵਾਸ ਕੀਤਾ ਜਾਵੇ ਇਸ ਟਾਈਮ ਉੱਥੇ। ਨਹੀਂ, ਉੱਥੇ ਵਿਸ਼ਵਾਸ ਕਰਨ ਦੀ ਲੋੜ ਹੀ ਨਹੀਂ ਜੀ। ਹਾਲੇ ਵਿਸ਼ਵਾਸ ਕਰਨ ਦੀ ਲੋੜ ਨਹੀਂ। ਹਾਲੇ ਸੰਘਰਸ਼ ਜਿਹੜਾ ਹੈ ਠੰਡੀ ਜੰਗ ਦੇ ਵਿੱਚੋਂ ਉੱਥੇ ਲੰਘ ਰਹੇ ਤੱਕ ਸਾਨੂੰ ਡੋਬ ਕੇ ਰੱਖਦਾ ਨਾ। ਉਹਨਾਂ ਦੇ ਬਾਰੇ ਹੁਣ ਕੋਈ ਗੱਲ ਕਰਨ ਵਾਲੀ ਨਹੀਂ ਰਹੀ ਕਿਸੇ ਬੰਨੇ ਹੋਏ। ਹਾਂਜੀ, ਅਸੀਂ ਠੰਡੀ ਜੰਗ ਦੇ ਵਿੱਚੋਂ ਲੰਘ ਰਹੇ ਹਾਂ। ਜਦੋਂ ਇਸ ਜੰਗ ਤੋਂ ਅਸੀਂ ਪਾਰ ਪਾਵਾਂਗੇ ਤਾਂ ਮੈਨੂੰ ਲੱਗਦਾ ਕਿ ਕੁਛ ਨਾ ਕੁਛ ਅਸੀਂ ਕੱਢਾਂਗੇ ਜ਼ਰੂਰ। ਬੈਠੇ ਹੋਏ ਨੇ, ਬਾਦਸ਼ਾਹ ਬੈਠੇ ਨੇ, ਉਹ ਦੇਖ ਰਹੇ ਨੇ। ਉਹਨਾਂ ਨੇ ਸਾਰਾ ਇੱਥੇ ਨਿਬੇੜਾ ਕਰਨਾ ਭਾਜੀ।
ਸਿੱਖ ਇੱਕ ਵੱਖਰੀ ਕਿਸਮ ਦੀ ਮਾਨਸਿਕ ਜਿਹੜੀ ਅਵਸਥਾ ਹੈ ਉਹਦੇ ਚੋਂ ਲੰਘ ਰਹੇ ਨੇ। ਜਦੋਂ ਇਸ ਨੂੰ ਪਾਰ ਪਾ ਲੈਣਗੇ ਤਾਂ ਮੈਨੂੰ ਲੱਗਦਾ ਕਿ ਗੁਰੂ ਮਹਾਰਾਜ ਦੀ ਬਿਲਕੁਲ ਤੁਸੀਂ ਗੱਲ ਕੀਤੀ ਹੈ, ਓਟ ਆਸਰਾ ਲੈ ਕੇ ਚੱਲੇ ਹੋਏ ਆ, ਕਿਰਪਾ ਕਰਨਗੇ ਜ਼ਰੂਰ, ਇਹਦੇ ਚੋਂ ਕੁਛ ਨਾ ਕੁਛ ਨਿਕਲੂਗਾ। ਜ਼ਰੂਰ ਨਿਕਲੂਗਾ, ਇਹ ਮਹਾਰਾਜ ਕੋਈ ਨਾ ਕੋਈ ਕਰਨਗੇ ਭਾਜੀ ਜੀ। ਹਾਂਜੀ ਹਾਂਜੀ, ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਠੀਕ ਆਉਂਦੀ ਸਰਦਾਰ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਲੇ ਤੱਕ ਤਾਂ ਠੀਕ ਆ ਰਹੀ ਹੈ ਤੁਹਾਡੀ ਆਵਾਜ਼। ਹਾਂਜੀ ਹਾਂਜੀ, ਇਹ ਜੋ ਕਾਲਰ ਆਇਆ ਸੀ ਨਾ ਜੀ, ਹਾਂਜੀ, ਇਹ ਕਾਲਰ ਮੈਂ ਤੁਹਾਡੀ ਗੱਲ ਨੂੰ ਸੁਣਦਾ ਆ ਰਿਹਾ ਸੀ ਸ਼ੁਰੂ ਤੋਂ ਲੈ ਕੇ ਕਿ 2 ਪ੍ਰਕਾਰ ਦੇ ਲੋਕ ਹੁੰਦੇ ਤੇ 3 ਤੇਜੀ ਪ੍ਰਕਾਰ ਦੀਆਂ ਭੇਡਾਂ ਦਾ ਇੱਜੜ ਹੁੰਦਾ, ਜਿਹੜਾ ਕਦੇ ਉਧਰ ਚੱਲਦਾ। ਅੱਛਾ, ਇਹ ਭੇਡਾਂ ਚੋਂ ਹੀ ਹੈ? ਹਾਂਜੀ। ਇਹਦੇ ਚ ਕੀ ਆ ਜੀ, ਇਹ ਨਾ ਆਦਮੀ ਜਮਾਂਦਰੂ ਯੋਧੇ ਪੈਦਾ ਹੁੰਦੇ, ਜਮਾਂਦਰੂ ਚੋਰ ਠੱਗ, ਇਹ ਜਮਾਂਦਰੂ ਇਨਸਾਨ ਪੈਦਾ ਹੁੰਦੇ ਆ। ਮੈਂ ਗੱਲ ਕਰ ਰਹੀ, ਵੈਰੀ ਗੁੱਡ। ਇਹ ਜੀ ਢੰਡਰੀ ਦੀ ਭੇਡ ਆ ਜਾਂ ਇਹ ਫਲਾਨੀ ਦੀ ਭੇਡ ਆ, ਡੋਂਟ ਕੇਅਰ, ਮੈਨੂੰ ਕੋਈ ਮਤਲਬ ਨਹੀਂ ਆ, ਮਤਲਬ ਲੈਂਗੁਏਜ ਜਾਂ ਉਸ ਚੀਜ਼ ਦਾ, ਕਿਉਂਕਿ ਇਹ ਨੱਫ ਹੋ ਚੁੱਕੀ ਆ। ਇਹ ਭੇਡ ਸੁਣਦੀ ਆ ਤੇ ਇਸ ਭੇਡ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਮੈਂ ਉਹ ਬੰਦਾ ਬੋਲਦਾ ਜਿਹਨੇ 22 ਸਾਲ ਇੰਡੀਅਨ ਆਰਮੀ ਦੀ ਜੌਬ ਕੀਤੀ, ਜਿਹਦੇ ਵਿੱਚੋਂ 4 ਕੰਟਰੀਆਂ ਦੇ ਵਿੱਚ ਟਰਾਈ ਕਲਰ ਜਿਹਨੂੰ ਤਿਰੰਗਾ ਕਹਿੰਦੇ ਆ, ਉਹ ਖੱਬੇ ਮੋਢੇ ਦੇ ਉੱਤੇ ਲਾ ਕੇ 4 ਕੰਟਰੀਆਂ ਦੇ ਵਿੱਚ ਜੌਬ ਕੀਤੀ ਹੈ ਜੀ। ਲੇਕਿਨ ਅਸੀਂ ਲੋਚਦੇ ਹਾਂ ਤਾਂ ਆਪਣੇ ਉਸ ਮੁਲਕ ਨੂੰ ਲੋਚਦੇ ਹਾਂ, ਕਿਉਂਕਿ ਮੈਂ ਇਹਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਅੱਜ ਤੋਂ 5-6 ਸਾਲ ਪਹਿਲਾਂ ਕਿ 7 ਸਾਲ ਪਹਿਲਾਂ ਇੱਕ ਪਿਕਚਰ ਆਈ ਸੀ ਤੇ ਮੈਂ ਉਸ ਵੇਲੇ LOC ਦੇ ਉੱਤੇ ਸੀ, ਲਾਈਨ ਆਫ ਕੰਟਰੋਲ ਤੇ, ਉਹ ਸੀ ਸਨ ਆਫ ਸਰਦਾਰ ਜੀ। ਉਹ ਪਿਕਚਰ ਉੱਥੇ ਬੈਠ ਕੇ ਅਸੀਂ ਦੇਖਣ ਲੱਗ ਗਏ, ਜਿੱਥੇ ਕਿ ਮੱਕੇ ਅੱਗੋਂ ਯਾਰਡ ਹੁੰਦੀ ਆ 15,000 ਫੁੱਟ ਤੇ ਜਦੋਂ ਹੀਰੋ ਸੀ ਜਿਹੜਾ, ਉਹਨੇ ਆਪਣੀ ਹੀਰੋਇਨ ਨੂੰ ਸਿੱਕਾ ਦਿੱਤਾ ਤਾਂ ਉਹਦੇ ਤੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਸੀ ਤੇ ਇੱਕ ਵਾਰੀ ਕਾਲਜੇ ਨੂੰ ਰੁੱਗ ਭਰਿਆ ਗਿਆ, ਕਿਉਂਕਿ ਉਹ ਸਿੱਕਿਆਂ ਨੂੰ ਦੇਖ ਕੇ ਮੈਨੂੰ ਸਰਕਾਰੇ ਖਾਲਸਾ ਦੀ ਯਾਦ ਆਈ। ਆਦਮੀ ਆਪਣੇ ਰਾਜ ਨੂੰ ਕਿਸ ਤਰੀਕੇ ਨਾਲ ਉਹ ਅੰਦਰੋਂ ਤੜਫਦੇ ਨਾਲ ਕਿ ਉਹਦੇ ਵਿੱਚ ਕੋਈ ਵੀ ਸਰਕਾਰੇ ਮਤਲਬ ਖਾਲਸਾ ਦੀ ਜਾਂ ਕੋਈ ਆਜ਼ਾਦੀ ਦੀ ਗੱਲ ਨਹੀਂ ਸੀਗੀ, ਤਾਂ ਇਹ ਉਹ ਲੋਕ ਆ ਜੋ ਜਮਾਂਦਰੂ ਤੌਰ ਦੇ ਉੱਤੇ ਉਹ ਆ। ਕਿਉਂਕਿ ਬਹਿਸ ਹੋਈ ਮੇਰੀ ਕੁਛ ਦਿਨ ਪਹਿਲਾਂ ਕਿ ਉਹ ਆਂਦੇ ਵੀ ਇਹ ਢੰਡਰੀ ਦੀ ਭੇਡ, ਇਹਨੂੰ ਆਪਾਂ ਕਿਉਂ ਸਮਝਾਉਣਾ, ਤਾਂ ਮੈਂ ਉਹੀ ਗੱਲ ਦੱਸੀ ਉਹਨਾਂ ਨੂੰ ਕਿ ਇਹ ਭੇਡ ਆ ਜਿਹੜੀ ਇਹ ਢੰਡਰੀ ਦੇ ਪੱਖ 'ਚ ਕਿਉਂ ਗਈ ਆ, ਇਹ ਫਲਾਨੇ ਪੱਖ 'ਚ ਕਿਉਂ ਗਈ, ਕਿਉਂਕਿ ਅੰਗਰੇਜ਼ੀ ਦੀ ਇੱਕ ਕਹਾਵਤ ਆਉਂਦਾ ਫੂਲ ਪ੍ਰੇਜ ਫੂਲ, ਯਾਨੀ ਕਿ ਇੱਕ ਬੇਵਕੂਫੀਅਤ ਦੀ ਹੀ ਪ੍ਰੇਜ ਕਰੂਗਾ ਕਦੇ ਵੀ, ਬਹਾਦਰਾਂ ਨਾਲ ਹੀ ਗੱਲਾਂ ਨੂੰ ਕਰੂਗਾ, ਔਰ ਇੱਕ ਗ੍ਰੇਟ ਆਦਮੀ ਉਹ ਗ੍ਰੇਟਨੈਸ ਦੀ ਹੀ ਪ੍ਰੇਜ ਕਰੂਗਾ। ਠੀਕ ਹੈ ਜੀ। ਉਹ ਲੋਕ ਆ ਜੋ ਜਮਾਂਦਰੂ ਏਦਾਂ ਦੇ ਹੁੰਦੇ ਆ। ਤਾਂ ਹੁਣ ਜੰਗ ਆ ਸਿਰਫ 2 ਚੀਜ਼ਾਂ ਦੇ ਵਿਚਕਾਰ ਚੱਲ ਰਹੀ ਹੈ, ਜਿਹੜੀ ਇੱਕ ਤੁਸੀਂ ਕਲਾਸੀਫਾਈ ਕੀਤਾ ਸੀ, ਨੰਬਰ 1 ਉਹ ਜਿਹੜੇ ਵਾਰੀਅਰ ਲੋਕ ਆ, ਨੰਬਰ 2 ਦੇ ਉੱਤੇ ਉਹ ਜਿਹੜੇ ਦੂਜੇ ਪ੍ਰਕਾਰ ਦੇ ਲੋਕ ਤੁਸੀਂ ਜਿਹੜੇ ਮੈਂ ਕਿਹਾ ਸੀ ਜਿਹੜੇ ਮੌਕੇ ਦੇ ਹਾਕਮ ਦੀ ਨੌਕਰੀ ਕਰਦੇ ਨੇ। ਹਾਂਜੀ, ਨੰਬਰ 3 ਇਹਨਾਂ ਦੀ ਟੈਨਸ਼ਨ ਨਾ ਲਓ ਤੁਸੀਂ, ਇਹ ਉਹ ਲੋਕ ਆ, ਇਹਨਾਂ ਨੇ ਤਾਂ ਮੱਥਿਆ ਤੇ ਜਾਂਦੀ ਟਰਾਲੀ ਦੇ ਉੱਤੇ ਚੜ ਜਾਣਾ, ਬਸ ਇਹ ਟਰਾਲੀ ਤੇ ਚੜਨ ਵਾਲੇ ਹਾਂ। ਉਹ ਨੰਬਰ 2 ਵਾਲੇ ਔਰ ਨੰਬਰ 1 ਦੇ ਵਿੱਚ ਸਾਡੀ ਇੰਨਾ ਕੁ ਫਰਕ ਆ ਕਿ ਜਿੱਦਾਂ 99 ਡਿਗਰੀ ਟੈਂਪਰੇਚਰ ਦੇ ਉੱਤੇ ਪਾਣੀ ਉਬਲਦਾ, ਲੇਕਿਨ 100 ਡਿਗਰੀ ਤੇ ਔਰ 99 ਡਿਗਰੀ ਤੱਕ ਉਹ ਪਾਣੀ ਆਰਾਮ ਨਾਲ ਖੜਾ ਰਹਿੰਦਾ, ਉਹਦੇ 'ਚ ਕੋਈ ਫਰਕ ਨਹੀਂ ਆਉਂਦਾ। ਲੇਕਿਨ 1 ਡਿਗਰੀ ਵਧਣ ਨਾਲ ਉਹ ਪਾਣੀ ਉਬਾਲਾ ਮਾਰ ਜਾਂਦਾ। ਤਾਂ ਮੈਂ ਕੌਮ ਨੂੰ ਸੰਬੋਧਨ ਕਰਕੇ ਕਹਿਣਾ ਜਾ ਰਿਹਾ, ਤੁਹਾਡੇ ਇਸ ਮਾਧਿਅਮ ਦੇ ਰਾਹੀਂ ਜੋ 1 ਡਿਗਰੀ ਟੈਂਪਰੇਚਰ ਨੂੰ ਵਧਾਓ। ਬਿਲਕੁਲ 1 ਡਿਗਰੀ ਦਾ ਫਰਕ ਰਹਿ ਗਿਆ ਜੀ, ਉਬਾਲਾ ਮਾਰਨ ਵਾਲਾ ਹੁਣ। ਹਾਂਜੀ, ਉਹਨੂੰ ਵਧਾਓ। ਉਸ ਤੋਂ ਬਾਅਦ ਇਹ ਜਿਹੜਾ ਮਾਸ ਪਬਲਿਕ ਆ, ਜੋ ਭੇਡੂ ਲੋਕ ਆ, ਇਹ ਪੈਦਾ ਹੀ ਇਸ ਚੀਜ਼ ਲਈ ਹੋਏ ਆ। ਇਹ ਤੁਸੀਂ ਅਗਰ ਨਹਿਰੂ ਦੀ ਪੜ੍ਹੋਗੇ, ਯੂਨਿਟੀ ਐਂਡ ਵੈਰਾਈਟੀ, ਕਿਉਂਕਿ ਮੈਂ ਸਾਰੀਆਂ ਚੀਜ਼ਾਂ ਪੜ੍ਹੀਆਂ ਹੋਈਆਂ, ਉਹਦੇ ਵਿੱਚ ਕੁਝ ਵਰਕਰ ਕੀੜੀਆਂ ਹੁੰਦੀਆਂ, ਕੁਝ ਸੈਨਿਕ ਕੀੜੀਆਂ ਹੁੰਦੀਆਂ, ਕੁਝ ਇੰਜੀਨੀਅਰ ਕੀੜੀਆਂ ਹੁੰਦੀਆਂ। ਇਹ ਸਭ ਉਹ ਲੋਕ ਆ ਜੋ ਵਰਕਰ ਟਾਈਪ ਲੋਕ ਪੈਦਾ ਹੋਏ ਆ, ਪਦੈਸ਼ੀ ਰੱਬ ਨੇ ਜਿਨ੍ਹਾਂ ਨੂੰ ਪੈਦਾ ਏਦਾਂ ਕੀਤਾ। ਨਹੀਂ ਤਾਂ ਮੈਂ ਇੱਕ ਵਾਰੀ ਫਿਰ ਬੜੇ ਜ਼ੋਰ ਦੇ ਕੇ ਗੱਲ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਦੇ ਜਿਗਰਿਆਂ ਦੇ ਅੰਦਰ ਆਪਣੀ ਕੌਮ ਦਾ ਦਰਦ ਵਗਦਾ ਹੁੰਦਾ ਨਾ, ਉਹ ਇਜਿਪਟ ਮਿਸਰ ਦੀ ਰਾਜਧਾਨੀ ਕੈਰੋ ਦੇ 5 ਸਟਾਰ ਹੋਟਲ ਦੇ ਵਿੱਚ ਬੈਠੇ ਹੁੰਦੇ, ਇਨ ਦਾ ਬੈਂਕ ਆਫ ਰਿਵਰ ਨਾਈਲ which is the longest river of the world। ਉਸ ਜਿਹੜਾ 5 ਸਟਾਰ ਹੋਟਲ ਦੇ ਵਿੱਚ ਜਦੋਂ 13ਵੀਂ ਮੰਜ਼ਿਲ 'ਚ ਬਹਿ ਕੇ ਮੈਂ ਨੀਲ ਨੂੰ ਵੇਖ ਰਿਹਾ ਸੀ ਨਾ, ਨਦੀ ਨੂੰ,
ਤੇ ਮੇਰੇ ਦਿਲ ਦੇ ਵਿੱਚ ਇੱਕ ਹੀ ਗੱਲ ਚੱਲ ਰਹੀ ਸੀ ਵੀ ਕਿਉਂਕਿ ਮੈਂ ਇੱਕ ਲੋ ਕੁਆਲਿਟੀ ਤੋਂ ਉੱਠ ਕੇ ਫੋਰਨ ਦੇ ਵਿੱਚ ਗਿਆ ਹੋਇਆ ਥਰੂ ਬਾਈ ਆਰਮੀ ਬੰਦਾ ਸੀ ਤੇ ਹਨਾ ਬੜੀ ਇੱਕ ਅਚੀਵਮੈਂਟ ਕੀ ਹੁੰਦੀ ਹੈ ਕਿ ਬਲਵੰਤਿਆਂ ਦੀ। ਬਿਲਕੁਲ ਹਾਂਜੀ ਹਾਂਜੀ ਠੀਕ ਹੈ, ਇਹ ਤਾਂ ਕੁਝ ਵੀ ਨਹੀਂ ਹੈ। ਕੌਮ ਗੁਲਾਮ ਬੈਠੀ ਆ, ਤੂੰ ਕਿੱਥੇ ਆ ਕੇ ਬੈਠਾ ਹੋਇਆ। ਇਹ ਅੱਜ ਤੋਂ 3 ਸਾਲ ਦੀ ਗੱਲ ਆ। ਠੀਕ ਹੈ, ਉਸੇ ਫੌਜੀ ਸੰਗਠਨ ਦੀ ਮੈਂ ਗੱਲ ਕਰ ਰਿਹਾ ਜਿਹਦੇ ਜਾਣ ਤੋਂ ਇਹਦੀ ਭਾਰਤ ਮਾਤਾ ਨੇ ਇਸ ਵਾਰ ਮਨਾ ਕਰਤਾ। ਤਾਂ ਮੈਂ ਸੋਚ ਲਿਆ ਸੀ, ਮੇਰੀ ਅੱਖ ਲੱਗ ਗਈ ਸੀ ਸੌਂਦੇ ਸੌਂਦਿਆਂ ਤੁਹਾਡੀ ਗੱਲ, ਲੇਕਿਨ ਮੈਨੂੰ ਗੁੱਸਾ ਆ ਗਿਆ, ਫਿਰ ਉਸ ਗੱਲ ਤੋਂ ਮੈਨੂੰ ਕਾਲ ਲਾਉਣੀ ਪਈ। ਤਾਂ ਇਹ ਉਸ ਪ੍ਰਕਾਰ ਦੇ ਲੋਕ ਹੁੰਦੇ ਆ, ਇਹਨਾਂ ਨੂੰ ਨਹੀਂ। ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਤੁਹਾਡੇ ਨਾਲ। ਲਵਾਵਾਂ ਫਿਰ ਮੇਰੇ ਦਿਲ ਦੇ ਵਿੱਚ ਇੱਕ ਵਲਵਲਾ ਉੱਠਿਆ ਕਿ ਤੂੰ ਤਾਂ ਲਵਾ ਲੇਗਾ, ਲੇਕਿਨ ਬਹੁਤ ਸਾਰੇ ਪੰਜਾਬ ਦੇ ਪਿੰਡ ਐਸੇ ਆ ਜੋ ਕਿ ਨਹਿਰਾਂ ਦੇ ਕਿਨਾਰੇ ਨਹੀਂ ਆ, ਤੂੰ ਉਹਨਾਂ ਦੇ ਲਈ ਕੀ ਕਰੇ। ਬਿਲਕੁਲ ਠੀਕ ਹੈ ਜੀ। ਕੌਮ ਲਹੂ ਨਾਲ ਭਿੱਜੀ ਪਈ ਆ ਔਰ ਤੁਸੀਂ ਆ ਕੇ ਬਕਵਾਸ ਕਰ ਰਹੇ ਆ ਫਾਲਤੂ ਦੀ। 5.5 ਲੱਖ ਕੌਮ ਦਾ ਬੰਦਾ ਮਾਰ ਦਿੱਤਾ ਗਿਆ। ਇੱਕ ਬੇਵਕੂਫ ਤੋਂ ਬੇਵਕੂਫ ਆਦਮੀ ਆਉਂਦਾ ਸਾਡੇ ਗੁਰੂ ਨੂੰ ਪਾੜਨਾ ਸ਼ੁਰੂ ਕਰ ਦਿੰਦਾ। ਉਸ ਬੇਵਕੂਫ ਨੂੰ ਗੀਤਾ ਕਿਉਂ ਨਹੀਂ ਦਿਸਦੀ? ਕਿਉਂਕਿ ਗੀਤਾ ਦੇ ਜਿਹੜੇ ਪੈਰੋਕਾਰ ਉਹਨਾਂ ਕੋਲੇ ਪੋਲੀਟੀਕਲ ਪਾਵਰ ਆ। ਉਸ ਬੇਵਕੂਫ ਬੰਦੇ ਨੂੰ ਕੁਰਾਨ ਸ਼ਰੀਫ ਕਿਉਂ ਨਹੀਂ ਦਿਸਦੀ? ਕਿਉਂਕਿ 52 ਕੰਟਰੀਆਂ ਦੇ ਵਿੱਚ ਉਹਨਾਂ ਦੀ ਸੋਵਰਨਟੀ ਆ। ਉਸ ਬੇਵਕੂਫ ਨੂੰ ਇਹ ਜਿਹੜੀ ਕ੍ਰਿਸਚੈਨਿਟੀ ਦੀ ਬਾਈਬਲ ਕਿਉਂ ਨਹੀਂ ਦਿਸਦੀ? ਕਿਉਂਕਿ ਉਹਨਾਂ ਕੋਲੇ ਵੀ ਪੋਲੀਟੀਕਲ ਪਾਵਰ ਆ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ। ਇਹ ਸਾਰੀਆਂ ਗੱਲਾਂ ਇਹਨਾਂ ਤੋਂ ਬਾਅਦ ਆ। ਇੱਕ ਮੇਰਾ ਸੱਜਣਾ ਧਾਲੀਵਾਲ ਸਾਹਿਬ ਆਉਂਦੇ ਹੁੰਦੇ ਆ, ਉਹ ਇਹ ਗੱਲ ਕਹਿੰਦੇ ਹੁੰਦੇ ਆ ਕਿ ਇਹ ਸਭ ਕਿਸਮ ਦੇ ਬੰਦੇ, ਇਹ ਉਹ ਬੰਦੇ ਆ ਜਿਨ੍ਹਾਂ ਨੂੰ ਅੰਗਰੇਜ਼ੀ ਦੀ ਕਹਾਵਤ ਮੈਂ ਇੱਕ ਹੋਰ ਬੋਲੂੰਗਾ, ਦੀ ਰॉड ऑफ द लॉजिक्स ऑफ द फूल्स, यानी कि लातों के भूत है जो बातों से नहीं मानते है। ਇਹਨਾਂ ਜੂਤ ਫਿਰਨਾ ਚਾਹੀਦਾ ਤੁਹਾਡੇ ਸ਼ਬਦਾਂ ਦੇ ਮੁਤਾਬਕ। ਹਾਂ, ਇਹ ਛਿੱਤਰ ਦੇ ਯਾਰ ਆ। ਇਹ ਅੱਜ ਉਧਰੋਂ ਛਿੱਤਰ ਖਾ ਰਹੇ ਆ ਤਾਂ ਅੱਜ ਉਸ ਤਰੀਕੇ ਨਾਲ ਬੋਲ ਰਹੇ ਆ। ਤਾਂ ਇਸ ਕਿਸਮ ਦੇ ਲੋਕ ਹੁੰਦੇ ਆ ਤੇ ਇਹਨਾਂ ਨੂੰ ਮੈਂ ਗੱਲ ਦੱਸ ਦੇਣੀ ਚਾਹੁੰਦਾ ਕਿ ਇੱਕ ਗੱਲ ਹੋਰ ਮੈਂ ਅੱਜ ਕਲੀਅਰ ਕਰਦਾ ਇੱਥੇ ਤੁਹਾਡੇ ਥਰੂ। ਬੜਾ ਅਸੀਂ ਕਹਿੰਦੇ ਆ ਜੀ ਬਲਦੇਵ ਸਿੰਘ ਨੇ ਏਦਾਂ ਕਰਤਾ ਜੀ, ਮਾਸਟਰ ਤਾਰਾ ਸਿੰਘ ਨੇ ਏਦਾਂ ਕਰਤਾ। ਯਾਰ ਕਦੇ ਸੋਚੋ ਉਸ ਚੀਜ਼ ਦੇ ਬਾਰੇ। ਉਸ ਵੇਲੇ ਸੋਵਰਨਟੀ ਜਾਂ ਪਾਵਰ ਕਿਹਦੇ ਕੋਲੇ ਸੀ? ਅੰਗਰੇਜ਼ਾਂ ਦੇ ਕੋਲੇ ਸੀ। ਅੰਗਰੇਜ਼ਾਂ ਦੇ ਰਾਜ ਦੇ ਵਿੱਚ ਤੁਸੀਂ ਦੇਖੋ ਫਸਟ ਵਰਲਡ ਵਾਰ ਹੋਇਆ, ਸੈਕੰਡ ਵਰਲਡ ਵਾਰ ਹੋਇਆ। ਮੈਂ ਆਰਮੀ ਨੂੰ ਬਿਲੋਂਗ ਕਰਕੇ ਆਣਾ ਤੇ ਮੈਨੂੰ ਥੋੜੀ ਜਿਹੀ ਉਧਰ ਦਾ ਗਿਆਨ ਵਾਲਾ। ਤਾਂ ਉਸ ਵੇਲੇ ਉਹਨਾਂ ਨੇ ਜਿੰਨੀਆਂ ਵੀ ਜਦੋਂ ਬਹਾਦਰੀਆਂ ਦੇ ਇਨਾਮ ਦੇਣ ਦੀ ਗੱਲ ਆਈ, ਉਹ ਆਂਦੇ ਵੀ ਨਹੀਂ, ਸਿੱਖਾਂ ਨੂੰ ਇਨਾਮ ਨਹੀਂ ਦੇਣਾ। ਇਹ ਇੱਕ ਪੋਲੀਟੀਕਲੀ ਐਂਬੀਸ਼ੀਅਸ ਨੇਸ਼ਨ ਆ। ਇਹਦੇ ਚ ਮੀਰੀ ਤੇ ਪੀਰੀ ਦਾ ਕਨਸੈਪਟ ਆ। ਇਹਦੇ ਵਿੱਚ ਕਨਸੈਪਟ ਇਹ ਆ ਕਿ ਰੂਲ ਟੂ ਵਰਲਡ ਦੇ ਉੱਤੇ ਰਾਜ ਕਰਨ ਦਾ ਕਨਸੈਪਟ ਆ। ਇਹਨਾਂ ਨੂੰ ਰਾਜ ਨਹੀਂ ਦੇ ਕੇ ਆਉਣਾ, ਜਦ ਦਿੱਤਾ ਹੈ ਵਧੀਆ। ਇਹੀ ਗੱਲ ਅਹਿਮਦ ਸ਼ਾਹ ਅਬਦਾਲੀ ਵੇਲੇ ਹੋਈ, ਇਹੀ ਮੁਗਲਾਂ ਵੇਲੇ ਹੋਈ, ਇਹੀ ਗੱਲ ਉਸ ਵੇਲੇ ਅੰਗਰੇਜ਼ਾਂ ਦੇ ਵੇਲੇ ਹੋਈ, ਔਰ ਇਹੀ ਗੱਲ ਅੱਜ ਦੇ ਬ੍ਰਾਹਮਣ ਦੇ ਵੇਲੇ ਹੋ ਰਹੀ ਆ। ਉਹ ਵੱਖਰੀ ਗੱਲ ਆ ਕਿ ਬ੍ਰਾਹਮਣ ਇਸ ਵੇਲੇ ਆਪ ਹੀ ਡੁੱਬਣ ਦੇ ਉੱਤੇ ਆਇਆ ਹੋਇਆ। ਤਾਂ ਮੈਂ ਅੱਜ ਇੱਕ ਤਕਰੀਰ ਸੁਣ ਰਿਹਾ ਸੀ, ਬੜੀ ਵਧੀਆ ਕਰ ਰਹੇ ਸੀਗੇ ਆਪਣੇ ਡਾਕਟਰ ਅਮਰਜੀਤ ਸਿੰਘ ਜੀ, ਕਿ ਇਸ ਵੇਲੇ ਇਹਨਾਂ ਭੇਡਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਸਮੇਂ ਦੇ ਮੁਤਾਬਕ ਕਿ ਇਸ ਵੇਲੇ ਜ਼ਮਾਨਾ ਕਿਸ ਜਗ੍ਹਾ ਤੋਂ ਗੁਜ਼ਰ ਰਿਹਾ। ਜਿੱਦਾਂ ਫਸਟ ਸੈਕੰਡ ਵਰਲਡ ਵਾਰ ਤੋਂ ਬਾਅਦ 60 ਕੰਟਰੀਆਂ ਬਣੀਆਂ ਸੀ ਨਾ, ਏਦਾਂ ਹੀ ਜ਼ਮਾਨਾ ਜਿਹੜਾ ਟ੍ਰੈਜਡੀ ਕਰੋਨਾ ਵਾਇਰਸ ਤੋਂ ਗੁਜ਼ਰ ਰਿਹਾ। ਤੇ ਆਉਣ ਵਾਲਾ ਟਾਈਮ ਤੁਹਾਡੇ ਬਾਈ ਦਾ ਗਣਾ ਜਾਏਗਾ। ਠੀਕ ਹੈ, ਤੇ ਇਸ ਕਰਕੇ ਬੰਦੇ ਦੇ ਬਣ ਜਾਓ, ਨਹੀਂ ਤਾਂ ਰੈਵੋਲੂਸ਼ਨ ਆਫ ਫ੍ਰੈਂਚ ਪੜ੍ਹ ਲਓ, ਫਰਾਂਸ ਦੀ ਕ੍ਰਾਂਤੀ, ਰੈਵੋਲੂਸ਼ਨ ਆਫ ਰਸ਼ੀਆ ਪੜ੍ਹ ਲਓ। ਤੁਹਾਡਾ ਹਾਲ ਤੋਂ ਕਰਾਂਗੇ ਤੇ ਤੁਸੀਂ ਯਾਦ ਰੱਖੋਗੇ ਜ਼ਿੰਦਗੀ ਭਰ। ਜੀ ਬਿਲਕੁਲ। ਔਰ ਅਸੀਂ ਵੀ ਇਹ ਅਪਗ੍ਰੇਡਾਂ ਨੂੰ ਵੀ ਮੈਂ ਦੱਸ ਦੇਣਾ ਚਾਹੁੰਦਾ ਕਿ ਅਪਗ੍ਰੇਡ ਅਸੀਂ ਵੀ ਬਹੁਤ ਹੋ ਗਏ ਆ। ਅਸੀਂ ਵੀ ਬਿਧੀ ਜਨਤਾ ਦਾ ਰੋਲ ਵੀ ਕਰਨਾ ਜਾਣਦੇ ਆ ਕਿ ਗੁਰੂ ਘਰ ਨੂੰ ਚੋਰੀਆਂ ਦੀ ਵੀ ਜ਼ਰੂਰਤ ਆ। ਜੇ ਤੁਸੀਂ ਏਦਾਂ ਕਰੋਗੇ, ਕੌਮ ਨਾਲ ਗੱਦਾਰੀਆਂ ਕਰੋਗੇ। ਇਸ ਵੇਲੇ ਰਾਜ ਦੀ ਜਦੋਂ ਗੱਲ ਕਰਦੇ ਆ ਤੁਸੀਂ ਪਿੱਛੇ ਹਟ ਜਾਂਦੇ ਆ। ਕੀ ਚੱਕਰ ਆ ਵੀ? ਮੈਂ ਬੜੀ ਵਾਰੀ ਆਰਮੀ ਦੇ ਵਿੱਚ ਕਹਿੰਦਾ ਰਹਿੰਦਾ ਸੀ ਲੋਕਾਂ ਨੂੰ, ਓਏ ਆਰ ਯੂ ਮੰਕਰ ਸੋਲਜਰ, ਆਰ ਯੂ ਮੰਕਰ ਸੋਲਜਰ। ਉਹ ਅਨਪੜ੍ਹ ਲੈਵਲ ਦੇ ਲੋਕ ਉਹ ਮੇਰੇ ਵੇਦ ਤੇ ਹੱਸ ਪੈਂਦੇ ਸੀ। ਮੈਂ ਫਿਰ ਕਹਿੰਦਾ ਸੀ, ਓਏ ਤੂੰ ਸਾਧੂ ਆ ਜਾਂ ਤੂੰ ਫੌਜੀ ਆ? ਕਿਉਂਕਿ ਪਿਓਰ ਪਲਟਨ ਦੇ ਵਿੱਚ ਮੈਂ ਨੌਕਰੀ ਕੀਤੀ ਸੀ। ਉਹਦਾ ਮਤਲਬ ਇਹ ਸੀ ਵੀ ਉਹਦੇ ਚ ਕੁਛ ਅੰਮ੍ਰਿਤਧਾਰੀ ਲੋਕ ਹੁੰਦੇ ਸੀ ਤੇ ਉਦੋਂ ਪਿੱਛੇ ਜੇ ਇੱਕ ਮੋਗੇ ਆ ਸਾਈਡ ਦਾ ਸਾਧ ਦੀ ਜਿਹਨੇ ਸਾਸਗਰਾ ਕਰਾਉਂਦਾ ਹੁੰਦਾ ਸੀ ਵੈਗਰੂ ਨਾਲ। ਬਿਲਕੁਲ ਜਾਣਦਾ ਮੈਂ। ਹਾਂਜੀ, ਉਹ ਬੜਾ ਵਾਇਰਸ ਬੁਲਾਇਆ ਸੀ ਉਹਨੇ। ਠੀਕ ਹੈ, ਉਹ ਫੈਰਨ ਕਰਦੇ ਵੀ ਉਹ ਸਾਸਗਰਾਸ ਹੀ ਕਰਦੇ ਰਹਿੰਦੇ ਸੀ। ਬਿਲਕੁਲ। ਉਹਨਾਂ ਨੂੰ ਮੈਂ ਕਹਿੰਦਾ ਸੀ ਵੀ ਖਾਲਸਾ ਜੀ ਦਾ ਕੰਬੀਨੇਸ਼ਨ
ਮਤਲਬ ਬਿਟਵੀਨ ਮੰਕ ਐਂਡ ਸੋਲਜਰ, ਸੰਤ ਔਰ ਸਿਪਾਹੀ ਦਾ ਇੱਕ ਖਾਲਸਾ ਕੰਬੀਨੇਸ਼ਨ ਆ। ਔਰ ਇੱਕ ਗੱਲ ਹੋਰ ਆ, ਗੁਰੂ ਸਾਹਿਬ ਨੇ ਜਦੋਂ ਉਹਨੇ ਕਿਹਾ ਸੀ ਨਾ ਬੰਦਾ ਬਹਾਦਰ ਨੇ ਕਿ ਕਹਿੰਦਾ ਵੀ ਬੰਦੇ ਧਿਆਨ ਲਾ ਕੇ ਵੇਖ ਤੂੰ ਮੈਨੂੰ ਜਾਣਦਾ ਹਾਂ ਮੈਂ ਕੌਣ ਆ, ਤਾਂ ਉਹ ਕਹਿੰਦਾ ਕਿ ਗੁਰੂ ਜੀ ਮਾਫ ਕਰਨਾ, ਮੈਂ ਹੁਣ ਧਿਆਨ ਨਹੀਂ ਲਾ ਸਕਦਾ, ਮੇਰੀ ਇਸ ਪਵਿੱਤਰ ਧਰਤੀ ਦੇ ਮਾਸੂਮ ਜਾਨਵਰਾਂ ਦਾ ਖੂਨ ਡੁੱਲਤਾ ਤੁਹਾਡੇ ਫੌਜ ਨੇ। ਉਹਨਾਂ ਦਾ ਯਾਰ ਮੈਂ ਵੀ ਇਹੀ ਸੋਚ ਰਿਹਾ ਕਿ ਬਾਹਰ ਤਾਂ ਬੱਕਰਿਆਂ ਦੀ ਤਰ੍ਹਾਂ ਮੁਗਲਿਆ ਸਲਤਨਤ ਬੰਦਿਆਂ ਨੂੰ ਝਟਕਾਈ ਜਾਂਦੀ ਹੈ, ਤੇ ਉਹਨਾਂ ਦੀ ਤੈਨੂੰ ਕੋਈ ਪਰਵਾਹ ਨਹੀਂ ਹੈ, ਤੇ ਤੈਨੂੰ ਇੱਥੇ 1 2 4 ਬੱਕਰੇ ਵੱਢਿਆਂ ਦੀ ਬੜੀ ਪਰਵਾਹ ਹੋ ਗਈ ਹੈ। ਤਾਂ ਉਸ ਵੇਲੇ ਗੁਰੂ ਨੇ ਇੱਕ ਕਲਾਸੀਫਿਕੇਸ਼ਨ ਕੀਤਾ ਬਿਟਵੀਨ ਹਿਊਮਨ ਬੀਇੰਗਸ ਐਂਡ ਐਨੀਮਲਸ, ਕਿ ਜਾਨਵਰ ਔਰ ਇਨਸਾਨਾਂ ਦੇ ਵਿੱਚ ਕੀ ਫਰਕ ਆ। ਜਿੱਥੇ ਇਨਸਾਨਾਂ ਦੀ ਜਾਨ ਆ ਜਿਹੜੀ ਉਹ ਖਤਰੇ 'ਚ ਹੋਵੇ, ਉਦੋਂ ਜਾਨਵਰਾਂ ਬਾਰੇ ਨਹੀਂ ਸੋਚਣਾ ਚਾਹੀਦਾ। ਇਹ ਬਹੁਤ ਡੀਪਲੀ ਗੱਲਾਂ। ਹੁਣ ਖਾਲਸਾ ਜੀ ਕਾਲ ਮੇਰੀ ਲੰਬੀ ਹੋ ਰਹੀ ਆ, ਤਾਂ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਕਿ ਇੱਕ ਮੈਂ ਟ੍ਰੇਨਿੰਗ ਕੀਤੀ ਸੀ ਰੈਸਕਿਊ ਕਰਨਾ, ਜਿੱਥੇ ਕਿ ਐਟਮ ਦਾ ਪਰਮਾਣੂ ਦਾ ਐਕਸਪਲੋਡ ਹੋ ਚੁੱਕਿਆ ਉਸ ਜਗ੍ਹਾ ਤੇ। ਉਹਦੇ ਵਿੱਚ ਵੀ ਇਹ ਸਾਨੂੰ ਸਮਝਾਇਆ ਗਿਆ ਸੀਗਾ ਡੂਰਿੰਗ ਮਾਈ ਸਰਵਿਸ ਇਨ ਇੰਡੀਅਨ ਆਰਮੀ ਕਿ ਬਈ ਤੁਸੀਂ ਜੋ ਸਭ ਤੋਂ ਪਹਿਲਾਂ ਬੱਚਿਆਂ ਨੂੰ ਕੱਢਣਾ, ਫਿਰ ਜਵਾਨਾਂ ਨੂੰ ਕੱਢਣਾ ਤੇ ਫਿਰ ਬੁੱਢਿਆਂ ਨੂੰ ਕੱਢਣਾ। ਇਹ ਨਹੀਂ ਹੈ ਵੀ ਤੁਸੀਂ ਇਲਾਕੇ ਦੇ ਵਿੱਚੋਂ ਬੁੱਢੇ ਬਚਾ ਕੇ ਲੈ ਆਓ ਤੇ ਜਵਾਨ ਉਦੋਂ ਨੂੰ ਫਿਰ ਮਰ ਜਾਣ ਤੇ ਅਗਲੀ ਜਨਰੇਸ਼ਨ ਖਤਮ ਹੋ ਜਾਏ। ਬਿਲਕੁਲ ਇਹ ਉਹ ਚੀਜ਼ ਇੰਨੇ ਗਹਿਰੇ ਜਾਂ ਇੰਨੇ ਡੂੰਘੇ ਨਹੀਂ ਆ। ਮੈਂ ਇੰਨੀ ਤਰਕ ਨਾਲ ਗੱਲਾਂ ਇਸ ਲਈ ਕਰ ਰਿਹਾ ਸੀਗਾ ਕਿ ਤਾਂ ਕਿ ਸੁਣਨ ਵਾਲੇ ਬੰਦਿਆਂ ਨੂੰ ਪਤਾ ਲੱਗ ਜੇ ਕਿ ਜੋ ਲੋਕ ਖਾਲਿਸਤਾਨੀ ਆ ਜਾਂ ਜੋ ਆਪਣੀ ਕੌਮ ਦੀ ਆਜ਼ਾਦੀ ਚਾਹੁੰਦੇ ਆ ਨਾ, ਉਹ ਇਹ ਨਹੀਂ ਆ ਕਿ ਉਹ। ਬਹੁਤ ਧੰਨਵਾਦ ਤੁਹਾਡਾ ਫੌਜੀ ਸਾਹਿਬ, ਬੜੀਆਂ ਤੁਸੀਂ ਪਤੇ ਦੀਆਂ ਗੱਲਾਂ ਕੀਤੀਆਂ ਤੇ ਨਿਰਸੰਦੇਹ ਸਾਡੇ ਦਰਸ਼ਕਾਂ ਨੂੰ ਤੇ ਸਾਡੇ ਸੁਣਨ ਵਾਲਿਆਂ ਨੂੰ ਤੇ ਜਿਹੜੀਆਂ ਭੇਡਾਂ ਨੇ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਗੱਲ ਕਿੱਥੇ ਤੱਕ ਹੈ ਕਿੱਥੇ ਤੱਕ ਹੈ। ਬਹੁਤ ਵਧੀਆ, ਧੰਨਵਾਦ ਤੁਹਾਡਾ, ਸ਼ੁਕਰੀਆ। ਠੀਕ ਹੈ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਸਾਡੇ ਅਗਲੇ ਕਾਲਰ ਜੀ, ਸਵਾਗਤ ਹੈ ਤੁਹਾਡਾ। ਸੁਰਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸੁਣਾਓ, ਠੀਕ ਠਾਕ ਜੀ? ਹਾਂਜੀ, ਚੜ੍ਹਦੀ ਕਲਾ। ਪ੍ਰੋਗਰਾਮ ਸੁਣ ਰਹੇ ਹਾਂ ਜੀ। ਇਹ ਜਿਹੜੀ ਕਾਲੀ ਭੇਡ ਵਿੱਚ ਆਣ ਕੇ ਜਾਂ ਤੇ ਰਾਜਪੂਤ ਆ, ਅੱਛਾ, ਤੇ ਜਾਂ ਇਹ ਮੱਤ ਦਾ ਹੀ ਇੰਨਾ ਖੀਨ ਆ ਵੀ ਇਹਨੂੰ ਪਤਾ ਹੀ ਨਹੀਂ ਗਾ ਸਾਡੇ ਨਾਲ ਕੀ ਹੋ ਰਿਹਾ। ਤੇ ਬਿਲਕੁਲ ਬਿਲਕੁਲ, ਇਹ ਕਿਤੇ ਮਤਲਬ ਰਾਜਪੁਰੇ ਦੇ ਨੇੜੇ ਤੇੜੇ ਦੇ ਇਲਾਕੇ ਦਾ ਲੱਗਦਾ ਜੀ। ਥੋੜਾ ਜਿਹਾ ਜਸ ਪੰਜਾਬੀ ਬਾਰੇ ਦੱਸ ਦਿਓ, ਇਹ ਕਿੱਦਾਂ ਦੇ ਨੇ? ਤੁਹਾਡੇ ਨਾ ਟੀਵੀ ਦੀ ਆਵਾਜ਼ ਪਿੱਛੋਂ ਆ ਰਹੀ ਹੈ, ਉਹ ਬੰਦ ਕਰ ਦਿਓ। ਹਾਂਜੀ, ਤੇ ਉਹ ਵਿਸਲਿੰਗ ਹੁੰਦੀ ਆ, ਫਿਰ ਡਿਸਟਰਬੈਂਸ ਹੁੰਦੀ ਆ, ਉਹ ਗੱਲ ਸਮਝ ਨਹੀਂ ਆਉਂਦੀ। ਹਾਂ ਹਾਂਜੀ, ਹੁਣ ਗੱਲ ਕਰੋ। ਮੈਂ ਕਿਹਾ ਇਹਨਾਂ ਜਸ ਪੰਜਾਬੀ ਬਾਰੇ ਵੀ ਥੋੜਾ ਜਿਹਾ ਸਮਝਾ ਦਿਓ, ਕੀ ਸਿੱਖ ਮਾਈਂਡਡ ਨਹੀਂ ਗੇ? ਦੇਖੋ, ਮੈਂ ਇਹਦੇ ਬਾਰੇ ਕੁਛ ਨਹੀਂ ਕਹਿ ਸਕਦਾ। ਸਿੱਖ ਮਾਈਂਡਡ ਤਾਂ ਕੀ ਮਤਲਬ, ਉਹ ਜਿਹੜਾ ਸਿਸਟਮ ਹੈ ਉਹਨੂੰ ਸਮਰਪਿਤ ਨੇ। ਅੱਛਾ, ਬਿਲਕੁਲ। ਚਲੋ, ਤੇ ਕੋਈ ਨਹੀਂ ਜੀ, ਬਹੁਤ ਸੋਹਣਾ ਚੱਲ ਰਿਹਾ ਤੁਹਾਡਾ। ਨਹੀਂ, ਇਹ ਤੁਸੀਂ ਪੁੱਛ ਕੇ ਤਾਂ ਵੈਸੇ ਸਵਾਲ ਬਣਦਾ ਨਹੀਂ ਇਹ, ਕਿਉਂਕਿ ਜਿਹੜੀ ਪ੍ਰੋਗਰਾਮਿੰਗ ਹੁੰਦੀ ਆ ਉਹਦੇ ਤੋਂ ਪਤਾ ਲੱਗ ਜਾਂਦਾ ਸਾਰੇ ਸਿਸਟਮ ਦਾ ਕਿ ਕੀ ਹੈਗਾ ਕੀ ਨਹੀਂ ਹੈਗਾ। ਜਿਹੜਾ ਹੁਣ ਤੁਸੀਂ ਚੈਨਲ ਦੇਖ ਰਹੇ ਹੋ, ਇਹਦੀ ਪ੍ਰੋਗਰਾਮਿੰਗ ਤੋਂ ਤੁਹਾਨੂੰ ਕੋਈ ਸਵਾਲ ਨਹੀਂ ਆਊਗਾ ਮਨ ਦੇ ਵਿੱਚ ਕਿ ਸਿੱਖ ਮਾਈਂਡਡ ਹੈ ਜਾਂ ਨਹੀਂ ਹੈ। ਜਿਹੜੀ ਤਸਵੀਰ ਹੁੰਦੀ ਹੈ, ਸਕਰੀਨ ਹੁੰਦੀ ਹੈ ਟੀਵੀ ਦੀ, ਉਹਦੇ ਤੇ ਜੋ ਦਿਸਦਾ ਤੁਹਾਨੂੰ, ਉਹਦੇ ਨਿਚੋੜ ਨਾਲ ਤੁਸੀਂ ਤੈਅ ਕਰ ਸਕਦੇ ਹੋ ਕਿ ਕੀ ਹੈ ਇਹਦੀ ਮਸ਼ੀਨ ਕੀ ਕੰਮ ਕਰ ਰਹੀ ਹੈ, ਕਿਵੇਂ ਚੱਲਦੀ ਹੈ। ਬਹੁਤ ਧੰਨਵਾਦ ਜੀ ਤੁਹਾਡਾ। ਨਹੀਂ, ਉਹ ਤਾਂ ਤੁਹਾਡੇ ਤੋਂ ਬਾਅਦ ਤੇ ਵੇਖਿਆ ਜੀ, ਉਹ ਏਡਾ ਘਟੀਆ ਹੀ ਸੀ ਪ੍ਰੋਗਰਾਮ ਬਾਕੀ ਦਾ। ਹਾਂ ਚਲੋ, ਫਿਰ ਉਹ ਆਪਣਾ ਸਮਾਂ ਬਚ ਜਾਂਦਾ, ਇਸ ਸਵਾਲ ਨਾ ਕਰਦੇ ਤੁਸੀਂ। ਚਲੋ ਕੋਈ ਨਹੀਂ, ਚੜ੍ਹਦੀ ਕਲਾ। ਤੁਸੀਂ ਗੱਲ ਕੀਤੀ, ਹੌਸਲਾ ਮਿਲਦਾ ਤੁਸੀਂ ਜਦੋਂ ਗੱਲ ਕਰਦੇ ਹੋ। ਸਾਨੂੰ ਬੜੀ ਖੁਸ਼ੀ ਹੁੰਦੀ ਜੀ, ਵਾਹਿਗੁਰੂ ਜੀ, ਤੁਹਾਡੇ ਵੱਲ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ। ਹਾਂਜੀ, ਸਵਾਗਤ ਹੈ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਦੁਬਾਰਾ ਆਉਣਾ ਪਿਆ ਕਿਉਂਕਿ ਇਹ ਜਿਹੜੀ ਭੇਡ ਆ, ਇਸ ਕਿਸਮ ਦੀ ਭੇਡਾਂ ਜੀ, ਉਹ ਇਸ ਤਰ੍ਹਾਂ ਦੇ ਲੋਕ ਨੇ ਜੀ। ਮੈਂ ਬੜੇ ਬਹੁਤਾਤ ਚ ਦੇਖਿਆ ਹੈ ਜੇ ਲੋਕ ਉੱਥੇ। ਹਾਂਜੀ, ਇਹ ਉਸ ਤਰ੍ਹਾਂ ਦੇ ਲੋਕ ਨੇ ਜੀ ਜਿਹੜੇ ਆਪਦੇ ਐਸ਼ੋ ਆਰਾਮ ਚ ਇੰਨੇ ਪਸਤ ਨੇ, ਯਾਨੀ ਕਿ ਇੰਨੇ ਗਲਵਾਨ ਹੋਏ ਨੇ ਆਪਦੇ ਐਸ਼ੋ ਆਰਾਮ ਦੇ ਵਿੱਚ। ਮੈਂ ਉੱਥੇ ਬਹੁਤਾਤ ਚ ਸਾਡੇ ਵੀ ਹੈਗੇ ਰਿਸ਼ਤੇਦਾਰੀ ਜਗ੍ਹਾ ਦੀ ਗਾਂ, ਜਿਹੜੇ ਲੋਕ ਸਿਰਫ
ਸਵੇਰੇ ਕੰਮ ਕਰ ਲੈਣਾ, ਖੱਤਿਆਂ 'ਚ ਗਏ ਵਾਂ, ਕਦੇ ਹਲ ਕਰਦੇ ਇੱਧਰ ਨੂੰ ਤੁਰਿਆ ਫਿਰਨਾ, ਕਦੇ ਹਲ ਕਰਦੇ ਉੱਧਰ ਨੂੰ ਤੁਰਿਆ ਫਿਰਨਾ, ਸਕੂਟਰ ਚੱਕਿਆ ਇੱਧਰ ਨੂੰ, ਸਕੂਟਰ ਚੱਕਿਆ ਉੱਧਰ ਨੂੰ। ਸ਼ਾਮ ਨੂੰ ਆਪਦੀ ਵਧੀਆ ਐਨ ਠੋਕ ਕੇ ਮਹਿੰਗੀ ਦਾਰੂ ਲਿਆ ਕੇ ਤੇ ਨਾਲ ਮਾੜਾ ਮੋਟਾ ਅੰਡਾ ਤਰੀ ਤੇ ਪਤਾ ਨੀ ਕੀ ਮੁਰਗਾ ਸ਼ੁਰਗਾ ਲਿਆ ਕੇ ਖਾ ਕੇ ਢਕਾਰ ਮਾਰ ਕੇ ਸੌ ਜਾਣਾ। ਤੇ ਜਦ ਪੈਸੇ ਬੈਂਕ 'ਚੋਂ ਮੁੱਕਣ ਲੱਗੇ ਜਾਂ ਲਿਮਟ ਚੱਕ ਲੈਣੀ ਜਾਂ ਫਿਰ ਗੂਠਾ ਲਾ ਕੇ, ਜੇ 5 ਲੱਖ ਨੂੰ ਵਿਕ ਜੇ ਕਿੱਲਾ, ਜਾਂ 10 ਨੂੰ ਵਿਕ ਜੇ, ਚਾਹੇ 20 ਨੂੰ ਵਿਕ ਜਾ, ਐ ਲਾ ਦੇਣਾ ਗੂਠਾ ਤੇ ਵੇਚ ਦੇਣੀ ਜ਼ਮੀਨ। ਇਹ ਉਹ ਲੋਕ ਨੇ ਜੀ ਜਿਹੜੇ ਸਿਰਫ ਹੀ ਆਪਦੇ ਤੱਕਰ ਮਤਲਬ ਰੱਖਦੇ ਨੇ ਤੇ ਜਿਹੜੇ ਸਿਰਫ ਅੱਜ ਦੀ ਸੋਚਦੇ ਨੇ ਤੇ ਅੱਜ ਦੇ ਐਸ਼ੋ ਆਰਾਮ ਦੇ ਵਿੱਚ ਇੰਨੇ ਗਲਵੰਨ ਹੋਏ ਨੇ ਜਿਨ੍ਹਾਂ ਨੂੰ ਆਪਦੇ ਭਵਿੱਖ ਦਾ, ਆਪਦੇ ਬੱਚਿਆਂ ਦੇ ਭਵਿੱਖ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਕੋਈ ਲੈਣਾ ਤਾਂ ਇਹਨਾਂ ਨੂੰ ਇਹ ਕੰਮ ਤਾਂ ਇਹ ਖਾਲਿਸਤਾਨ ਦਾ ਜਿਹੜਾ ਮੁਹਿੰਮ ਆ ਤਾਂ ਇਹਨਾਂ ਨੂੰ ਭੈੜਾ ਕਿਉਂ ਲੱਗਦਾ? ਇਹਨਾਂ ਨੂੰ ਇਉਂ ਲੱਗਦਾ ਜੇ ਖਾਲਸੇ ਆ ਜਾਣਗੇ ਸਾਡੇ ਟੇਬਲ ਚੋਂ ਕਿਤੇ ਸ਼ਰਾਬ ਦੀ ਬੋਤਲਾਂ ਚੱਕ ਕੇ ਲੈ ਜਾਣ, ਸਾਨੂੰ ਕਿਤੇ ਪੀਣ ਨਹੀਂ ਦੇਣਗੇ, ਸਾਡੇ ਐਸ਼ੋ ਆਰਾਮ ਸਾਡੀ ਪ੍ਰਸਤ ਹੋ ਜੂ, ਅਸੀਂ ਜਮਾਂ ਹੀ ਉਹ ਹੋ ਜਾਾਂਗੇ। ਅੱਛਾ, ਇੱਕ ਗੱਲ ਹੋਰ ਆ, ਬੜੀ ਧਿਆਨ ਦੇਣ ਵਾਲੀ ਗੱਲ ਹੈ। ਅੱਜ ਦਾ ਜਿਹੜਾ ਮਜ਼ਮੂਨ ਹੈ ਨਾ, ਜਿਸ ਵਿਸ਼ੇ ਦੇ ਉੱਤੇ ਆਪਾਂ ਗੱਲ ਕਰ ਰਹੇ ਹਾਂ ਅੱਜ, ਉਹ ਹੈ ਕੌਮੀ ਸੰਘਰਸ਼ ਤੇ ਸਿੱਖਾਂ ਦੀ ਮਨੋਅਵਸਥਾ। ਇਹਦੇ 'ਚ ਮੈਂ ਉਹਦਾ ਅਧਿਐਨ ਕਰਕੇ ਉਹ ਵਿਚਾਰ ਵਟਾਂਦਰਾ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਨਾ। ਮੈਂ 3 ਤਰ੍ਹਾਂ ਦੀਆਂ ਜਿਹੜੀਆਂ ਮਨੋਅਵਸਥਾਵਾਂ ਦੱਸੀਆਂ। ਉਹਦੇ 'ਚ ਮੈਂ ਸ਼ਹੀਦ ਬੇਅੰਤ ਸਿੰਘ ਦੀ ਮਨੋਅਵਸਥਾ ਤੋਂ ਗੱਲ ਸ਼ੁਰੂ ਕੀਤੀ ਸੀ। ਠੀਕ ਹੈ ਕਿ ਇੱਕ ਵੇਲੇ ਉਹ ਆਪਣੀ ਜਿਹੜੀ ਮਾਲਕਣ ਸੀ ਉਹਦੇ ਪ੍ਰਤੀ ਸਮਰਪਿਤ ਸੀ ਉਹ ਪੂਰਾ, ਪਰ ਜਦੋਂ ਉਹ ਗੁਰੂ ਨੂੰ ਸਮਰਪਿਤ ਹੋ ਗਿਆ ਉਹਦੀ ਮਾਲਕਣ ਤਾਂ ਉਹ ਪਿੱਛੇ ਰਹਿ ਗਈ ਫਿਰ। ਠੀਕ ਹੈ ਨਾ ਜੀ। ਸੋ ਇਹ ਮਨੋਅਵਸਥਾ ਵੀ ਚੇਂਜ ਹੁੰਦੀ ਆ। ਹੋ ਸਕਦਾ ਜਿਹੜਾ ਕਾਲ ਕਰਨ ਵਾਲਾ, ਮੈਂ ਚਾਹੁੰਦਾ ਕਿ ਇਹੋ ਜਿਹੀਆਂ ਕਾਲਾਂ ਵੀ ਆਉਣ, ਪਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮੈਨੂੰ ਲੱਗਦਾ ਕਿ ਸੱਟ ਮਾਰਦਾ ਇਹ ਉਹਨਾਂ ਤੇ। ਹਾਂਜੀ ਬਿਲਕੁਲ, ਇਹ ਸੱਟ ਵੱਜਦੀ ਹੈ ਬਿਲਕੁਲ। ਤੇ ਇਹੋ ਹੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹ ਲੋਕ ਆਉਣ, ਗੱਲਬਾਤ ਕਰਨ, ਪਰ ਉਹ ਗੱਲਬਾਤ ਸੁਣੀ ਨਹੀਂ ਸੀ ਰਿਹਾ, ਉਹਦੀ ਆਵਾਜ਼ ਵੀ ਦਬੀ ਹੋਈ ਸੀ, ਆਵਾਜ਼ ਜਾਣ ਕੇ ਉਹਨੇ ਹੌਲੀ ਕਰ ਲਈ। ਠੀਕ ਹੈ ਨਾ। ਸੋ ਮੈਂ ਉਹਨੂੰ ਪੁੱਛਣਾ ਚਾਹੁੰਦਾ ਸੀ ਕਿ ਉਹ ਤਰੀਕੇ ਦੇ ਨਾਲ ਸਵਾਲ ਕੀਤੇ ਸੀ, ਉਹ ਸਵਾਲਾਂ ਦਾ ਜਵਾਬ ਨਹੀਂ ਦੇ ਸਕਿਆ। ਬਹੁਤ ਸਾਡੇ ਵੀਰ ਨੇ ਜਿਹੜੇ YouTube ਦੇ ਉੱਤੇ ਜਾਂ Facebook ਦੇ ਉੱਤੇ ਅੱਤਵਾਦੀ ਦੱਸ ਰਹੇ ਨੇ ਉਹਨੂੰ ਤੇ ਭੇਡ ਦੱਸ ਰਹੇ ਨੇ। ਇਹੋ ਜਿਹੀਆਂ ਭੇਡਾਂ ਬਹੁਤ ਆਉਣਗੀਆਂ ਜਾਣਗੀਆਂ। ਸਿੰਘੋ ਦੱਬੀ ਚੱਲੋ ਕੰਮ ਨੂੰ, ਖਾਲਸਾ ਰਾਜ ਲੈ ਕੇ ਰਹਾਂਗੇ ਤੇ ਇਹ ਅੱਤਵਾਦੀ ਹੈ। ਬੇਨਤੀ ਹੈ ਕਿ ਫੋਨ ਇੱਕ ਪ੍ਰੋਗਰਾਮ ਦੌਰਾਨ ਇੱਕ ਵਾਰ ਕਰੋ। ਤੇ ਇਹ ਵੀ ਕਿਹਾ ਗਿਆ ਜੀ ਸਾਰਾ ਕੁਛ। ਤੇ ਦੂਜੀ ਵਾਰ ਕਰਤਾ। ਇੱਕ ਮੈਂ ਲਾਸਟ ਗੱਲ ਕਹਿਣੀ ਸੀ ਜੀ, ਜਿਹੜੇ ਉੱਥੇ ਬਹੁਤਾਤ ਚ ਲੋਕ ਨੇ ਜਿਹੜੇ ਜੀ ਅੱਜ ਦੇ ਬਾਰੇ ਸੋਚਦੇ ਨੇ, ਜਿਨ੍ਹਾਂ ਨੂੰ ਕੱਲ ਦਾ ਕੁਛ ਨਹੀਂ ਲੈਣਾ ਦੇਣਾ ਹੀ ਨਹੀਂਗਾ, ਕੋਈ ਮਤਲਬ ਨਹੀਂਗਾ, ਇਹੋ ਜਿਹੇ ਬਹੁਤਾਤ ਚ ਲੋਕ ਨੇ। ਇਹ ਜਿਹੜਾ ਖਾਲਿਸਤਾਨ ਜੀ ਲੈ ਕੇ ਆਉਣਾ ਸੰਘਰਸ਼, ਜਿਹਨੇ ਬਿਲਕੁਲ ਸਿਰ ਤੇ ਲੈ ਕੇ ਜਾਣਾ, ਇਹ ਲੋਕਾਂ ਨੇ ਨਹੀਂ ਲੈ ਕੇ ਜਾਣਾ ਜਿਹੜੇ ਆਪਦੇ ਐਸ਼ੋ ਆਰਾਮ ਚ ਗਲਵੰਨ ਨੇ, ਜਿਹੜੇ ਏਸੀ ਗੱਡੀਆਂ ਚ ਬਹਿੰਦੇ ਨੇ, ਏਸੀ ਕਮਰਿਆਂ ਚ ਉੱਡਦੇ ਨੇ। ਇਹ ਉਹਨਾਂ ਨੇ ਲੈ ਕੇ ਆਉਣਾ ਜੀ ਜਿਨ੍ਹਾਂ ਨੂੰ ਆਹ 150 ਜਿਹੜਾ ਨਕਲੀ ਦਾਰੂ ਪੀ ਕੇ ਮਰ ਗਿਆ, ਤੇ ਜਿਹੜੇ ਲੱਖ ਫਾਰਮਰ ਨੇ ਫਾਹਾ ਲੈ ਲਿਆ, ਉਹਨਾਂ ਦੇ ਪਰਿਵਾਰ ਨੇ, ਉਹਨਾਂ ਦੇ ਮੁੰਡਿਆਂ ਨੇ, ਜਾਂ ਜਿਹੜੇ ਵਿਚਾਰੇ ਆਪਦੇ ਨੀਡਸ ਤੱਕ ਸੀਮਤ ਰਹਿ ਚੁੱਕੇ ਨੇ, ਜਿਹੜੇ ਆਪਦੀ ਵਾਂਟਸ ਤੱਕ ਮਤਲਬ ਕਿ ਇੱਕ ਸ਼ੌਕ ਤਾਂ ਬਹੁਤ ਦੂਰ ਦੀ ਗੱਲ ਆ, ਜਿਹੜਾ ਆਪਦੀ ਜਿਹੜੀ ਰੋਜ਼ਮਰਾ ਦੀ ਜ਼ਰੂਰਤ ਆ ਉੱਥੇ ਤੱਕ ਹੀ ਸੀਮਤ ਰਹਿ ਚੁੱਕੇ ਨੇ ਇਹ ਲੋਕ। ਉਹਨਾਂ ਨੇ ਜੀ ਬਿਲਕੁਲ ਬਹੁਤ ਵਧੀਆ ਜੀ। ਹਾਂਜੀ, ਸਵਾਗਤ ਹੈ ਜੀ ਤੁਹਾਡਾ। ਨੈਕਸਟ ਕਾਲਰ। ਸਤਿ ਸ੍ਰੀ ਅਕਾਲ। ਹਾਂਜੀ ਹਾਂ, ਤੁਸੀਂ ਗੱਲ ਕਰੋ ਜੀ। ਪਿੱਛੋਂ ਟੀਵੀ ਦੀ ਆਵਾਜ਼ ਬੰਦ ਕਰ ਦਿਓ। ਮੈਂ ਵਿੱਚ ਇੱਕੋ ਗੱਲ ਕਹਿਣਾ ਕਿ ਇਹ ਜਿਹੜੇ ਕਾਲੀ ਭੇਡ ਆਈ ਸੀ ਨਾ, ਇਹ ਉਹ ਬੰਦੇ ਆ ਜਿਹੜੇ ਇਹਨਾਂ ਦੇ ਸਰਕਾਰਾਂ ਤੋਂ ਪੈਸੇ ਚੁੱਕ ਕੇ ਵਿਗੇ ਹੁੰਦੇ ਆ। ਠੀਕ ਆ ਜੀ, ਇਹਨਾਂ ਨੂੰ ਸਰਕਾਰ ਨੇ ਖਰੀਦਿਆ ਹੁੰਦਾ ਆ। ਅੱਜ ਨਾ ਮੈਂ ਡਿਸਟ੍ਰਿਕਟ ਤਰਨਤਾਰਨ ਗਿਆ, ਉੱਥੇ ਨਾ ਕਚਹਿਰੀਆਂ ਦੇ ਅੱਗੇ ਨਾ ਕਿਸਾਨ ਯੂਨੀਅਨ ਨੇ ਧਰਨਾ ਲਾਇਆ। ਤੇ ਮੇਰੇ ਨਾਲ ਦੇ ਆਂਦੇ ਕਿ ਨਹੀਂ ਆਪਾਂ ਰੁਕਣਾ ਨਹੀਂ। ਮੈਂ ਨਹੀਂ ਰੁਕੀਏ, ਇੱਕ ਵਾਰੀ ਮੈਂ ਇਹਨਾਂ ਨੂੰ ਸਵਾਲ ਤੇ ਕਰੀਏ। ਮੈਂ 2 ਮਿੰਟ ਲੈ ਸਕਦੇ ਆ। ਮੈਂ 13 ਤਰੀਕ ਨੂੰ ਤੁਸੀਂ ਇਹਦੇ ਨਾਲੋਂ ਰੇਲ ਰੋਕੋਗੇ ਤੇ ਤੁਹਾਡਾ ਫਾਇਦਾ ਆ। ਅੱਜ ਮੈਂ ਤੁਸੀਂ ਇੱਥੇ ਬੈਠੇ ਜੀ, ਜਿਹੜੇ ਤੁਹਾਡੇ ਸਟੇਟ ਤੇ ਬੰਦੇ ਬੈਠੇ ਆ ਨਾ, ਇਹਨਾਂ ਨੇ ਸ਼ਾਮਾਂ ਨੂੰ ਅੰਦਰ ਬਹਿ ਕੇ ਮੀਟਿੰਗ ਕਰਕੇ ਪੈਸੇ ਚੁੱਕ ਕੇ ਇਹਨਾਂ ਕਹਿਣਾ ਅਸੀਂ ਸਵੇਰੇ ਆਵਾਂਗੇ, ਤੇ ਅਗਲੇ ਦਿਨ ਤੁਹਾਨੂੰ ਫੋਨ ਕਰ ਦੇਣਾ ਕਿ ਅਸੀਂ ਬਹਿ ਕੇ ਗੱਲ ਕਰ ਲਈ ਆ। ਭਰੋਸਾ ਦੇਤਾ ਸਰਕਾਰ ਨੇ ਮੰਗਾਂ ਮੰਨਣ ਦਾ ਤੇ ਧਰਨਾ ਚੁੱਕਦੀ ਹੈ ਹੁਣ। ਮੁੜ ਕੇ ਮੈਨੂੰ ਪਤਾ ਕੀ ਕਹਿੰਦੇ, ਮੈਨੂੰ ਕਹਿੰਦੇ ਤੂੰ ਤੇ ਅੱਤਵਾਦੀ ਆ,
ਉਹ ਮੈਂ ਜੇ ਅੱਤਵਾਦੀ ਇਹ ਗੱਲ ਕਹਿੰਦਾ ਨਾ, ਤੁਹਾਨੂੰ ਕਹਿੰਦਾ ਕਿ ਤੁਸੀਂ ਜਾ ਕੇ ਉਹਦੇ ਧਰਨੇ ਲਾ ਲਓ, ਉਹ ਤੁਹਾਨੂੰ ਅੱਤਵਾਦੀ ਆ। ਤੇ ਜੇ ਤੁਸੀਂ ਅੰਦਰ ਜਾ ਕੇ ਅਫਸਰ ਤੋਂ ਪੈਸੇ ਲੈ ਲਿਆ ਤੇ ਤੁਸੀਂ ਮੈਂ ਸਿੰਘ ਬਣ ਗਏ, ਮੁੜ ਕੇ ਸਾਨੂੰ ਕਹਿੰਦੇ ਤੁਸੀਂ ਇੱਥੋਂ ਜਾਓ। ਇਹ ਡਿਸਟ੍ਰਿਕਟ ਤਰਨਤਾਰਨ ਦੀ ਵਿੱਚ ਕਚਹਿਰੀਆਂ ਦੀ ਗੱਲ ਜੇ, ਉਹ ਮੈਨੂੰ ਪਿੰਡ ਦਾ ਨਾਂ ਚੇਤਾ ਭੁੱਲ ਗਿਆ ਜਿੱਥੇ ਕਚਹਿਰੀਆਂ ਬਣੀਆਂ ਆ। ਇਹ ਤਰਨਤਾਰਨ ਤੋਂ ਬਾਹਰ ਹਰੀਕੇ ਵਾਲੀ ਸਾਈਡ ਆ ਇਹ। ਹਾਂ ਬਿਲਕੁਲ ਬਿਲਕੁਲ, ਤਰਨਤਾਰਨ ਤੋਂ ਇੱਧਰਲੇ ਪਾਸੇ ਝਬਾਲ ਵਾਲੀ ਸਾਈਡ। ਨਹੀਂ ਝਬਾਲ ਨਹੀਂ, ਇਹ ਨਵੀਆਂ ਬਣੀਆਂ ਵਿੱਚ ਹੀ ਹਰੀਕੇ ਰੋਡ ਤੋਂ ਜਦੋਂ ਆਪਾਂ ਜਾਈਦਾ ਨਾ ਤਰਨਤਾਰਨ ਨੂੰ। ਅੱਛਾ ਜੀ, ਠੀਕ ਹੈ। ਹਾਂਜੀ, ਹੋ ਸਕਦਾ ਮੇਰੀ 5-6 ਦਿਨਾਂ ਤੱਕ ਉੱਥੇ DC ਸਾਹਿਬ ਨਾਲ ਮੀਟਿੰਗ ਆ, ਮੈਂ ਤੁਹਾਨੂੰ ਉੱਥੋਂ ਦੀਆਂ ਖਿੱਚ ਕੇ ਫੋਟੋਆਂ ਪਾ ਦੂੰਗਾ। ਇਹ 3 ਦਿਨ ਹੋ ਗਏ, ਮੈਂ ਉਹਦਾ ਪਤਾ ਕੀਤਾ, 3 ਦਿਨ ਹੋ ਗਏ ਧਰਨਾ ਲਾਇਆ ਇਹਨਾਂ ਨੇ ਕਿੱਲੇ ਦਾ ਲੰਮੇ ਦਾ ਲੰਮਾ ਹੀ ਸੜਕ ਦੇ। ਤੇ ਮੈਂ ਵੀ 13 ਤਰੀਕ ਨੂੰ ਤੁਹਾਡੇ ਲਾਗੇ ਤਰਨਤਾਰਨ ਐਡਾ ਤਗੜਾ ਫਾਟ ਗਿਆ, ਤੁਸੀਂ ਜਾ ਕੇ ਬਹਿ ਜਾਓ। ਕਿੰਨੀਆਂ ਰੇਲਾਂ ਮੈਂ ਤੁਹਾਡੇ ਲੰਘਦੀਆਂ ਆ, ਤੁਸੀਂ ਮੈਂ ਉੱਥੇ ਜਾ ਕੇ ਬਹਿ ਜਾਓ। ਜੇ ਨਹੀਂ ਤੇ ਤੁਹਾਨੂੰ ਜੀਰਾ ਵੀ ਲੱਗੇ ਜੇ ਤੇ ਅੰਮ੍ਰਿਤਸਰ ਵੀ ਲੱਗੇ ਜੇ, ਪਰ ਮੈਂ ਤੁਸੀਂ ਉੱਥੇ ਨਹੀਂ ਜਾਣਾ ਕਿਉਂਕਿ ਤੁਹਾਡੇ ਬੱਚੇ ਬਾਹਰ ਆ ਜਿਹੜੇ ਗਰੀਬ ਮੇਰੇ ਵਰਗੇ ਮਰਨ ਦੇ, ਇਹਨਾਂ ਨੂੰ ਤੁਸੀਂ ਟਰਾਲੀਆਂ ਭਰ ਕੇ ਲੈ ਆਉਂਦੇ ਜੇ, ਕੰਮਾਂ ਤੋਂ ਵੀ ਡੱਕਦੇ ਜੇ। ਬਿਲਕੁਲ, ਬਹੁਤ ਧੰਨਵਾਦ ਜੀ ਤੁਹਾਡਾ ਗੱਲਬਾਤ ਕਰਨ ਲਈ, ਸ਼ੁਕਰੀਆ। ਸੋ ਬਿਲਕੁਲ ਸਹੀ ਇਹਨਾਂ ਨੇ ਗੱਲ ਵੀਰ ਜੀ ਹੋਰਾਂ ਨੇ ਕੀਤੀ ਕਿ ਲਾਰੇ ਲਾ ਕੇ ਕਿਵੇਂ ਕਿਸਾਨਾਂ ਨੂੰ ਉਸ ਤਰੀਕੇ ਨਾਲ ਉੱਥੇ ਜਿਹੜਾ ਧਰਨਿਆਂ ਦੇ ਉੱਤੇ ਬਿਠਾਇਆ ਜਾਂਦਾ ਤੇ ਅੰਦਰ ਖਾਤੇ ਸੌਦੇਬਾਜ਼ੀ ਕਰਕੇ ਉਹਨਾਂ ਨੂੰ ਫਿਰ ਉਠਾ ਵੀ ਦਿੱਤਾ ਜਾਂਦਾ। ਹਾਂਜੀ, ਸਵਾਗਤ ਹੈ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਭਾਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਦੇਖ ਲਓ ਇਹਨਾਂ ਲੋਕਾਂ ਦੇ ਕਿੱਦਾਂ ਜ਼ਮੀਰ ਮਰ ਚੁੱਕੇ ਹੋ ਆ, ਜਦ ਕਿ ਸਿੱਖ ਫॉर ਜਸਟਿਸ, ਜਾਂ ਆਪਾਂ ਨਹੀਂ ਕਹਿੰਦੇ ਕਿ ਤੁਸੀਂ ਸਿੱਖ ਫॉर ਜਸਟਿਸ ਲਈ ਲੜ ਰਹੇ, ਤੁਸੀਂ ਆਪਣੇ ਖੁਦ ਲਈ ਲੜ ਰਹੇ ਆ ਇਸ ਵੇਲੇ ਪੰਜਾਬ ਵਾਲੇ। ਤੁਸੀਂ ਤਾਂ ਸਮਾਂ ਕਿ ਬਾਹਰਲਿਆਂ ਦਾ ਮਤਲਬ ਐਪਰੀਸ਼ੀਏਟ ਕੀ ਕਰਨਾ, ਤੁਸੀਂ ਉਲਟਾ ਉਹਨਾਂ ਨੂੰ ਮਾੜਾ ਕਹਿਣ ਡਏ ਆ, ਜਾਂ ਉਲਟਾ ਉਹਨਾਂ ਨੂੰ ਕਹਿਣ ਡਏ ਆ ਕਿ ਤੁਸੀਂ ਸਾਡੇ ਪੰਜਾਬ ਨੂੰ ਬਰਬਾਦ ਕਰਨ ਡਏ ਆ। ਔਰ ਇਹਨਾਂ ਲੋਕਾਂ ਨੂੰ ਭਾਜੀ ਚਲੋ ਮੰਨਿਆ ਕਿ ਚਲੋ ਜਿਹੜੇ ਲੀਡਰ ਹੁੰਦੇ ਆ, ਠੀਕ ਆ, ਤੇ ਇਹ ਏਦਾਂ ਵੀ ਹੋ ਸਕਦਾ ਸੁਰਿੰਦਰ ਭਾਜੀ ਕਿ ਇਹਨਾਂ ਲੋਕਾਂ ਦੇ ਹਨਾ, ਜਿੱਦਾਂ ਘੋੜੇ ਦੇ ਆਪਾਂ ਉਹ ਲਾਤੀ ਐਨਕ ਲਾਤੀ ਤੇ ਉਹ ਸਿੱਧਾ ਹੀ ਦੇਖਦਾ ਆ, ਤੇ ਇਹਨਾਂ ਲੋਕਾਂ ਦੇ ਵੀ ਭਾਜੀ ਜਿਹੜੇ ਲੀਡਰ ਆ ਜਾਂ ਏਜੰਸੀਆਂ ਆ, ਜਾਂ ਪਤਾ ਨਹੀਂ ਹੁਣ ਇਹ ਕਿਹਦੇ ਲਈ ਕੰਮ ਕਰਦਾ ਬੰਦਾ ਜਾਂ ਕਿਹਦਾ ਟੱਟੂ ਆ ਨਾ, ਕਹਿ ਸਕਦੇ ਆ, ਜਿਹੜਾ ਬੰਦੇ ਨੂੰ ਮਤਲਬ ਇੰਨਾ ਜ਼ੁਲਮ ਹੁੰਦਾ ਪੰਜਾਬ ਤੇ, ਇੰਨਾ ਕੁਛ ਹੋ ਰਿਹਾ ਆ। ਇਹ ਹੁਣ ਅਨਪੜ੍ਹ ਤੋਂ ਅਨਪੜ੍ਹ ਬੰਦੇ ਨੂੰ ਵੀ ਪਤਾ ਲੱਗਣ ਲੱਗ ਗਿਆ ਕਿ ਪੰਜਾਬ ਦਾ ਆਉਣ ਵਾਲਾ ਭਵਿੱਖ ਵੱਧ ਤੋਂ ਵੱਧ 2 ਸਾਲ 5 ਸਾਲ no more than 10 year, ਕਿਉਂਕਿ 10 ਸਾਲ ਤੋਂ ਉੱਪਰ ਪੰਜਾਬ ਹੈ। ਜੇ ਬਾਹਰਲਿਆਂ ਨੇ ਹਿੰਮਤ ਕਰ ਲਈ ਤੇ ਬਚ ਜਾਏਗਾ, ਜੇ ਨਹੀਂ ਇਹਨਾਂ ਨੇ ਸਾਥ ਦਿੱਤਾ ਪੰਜਾਬ ਵਾਲਿਆਂ ਨੇ ਤਾਂ ਪੰਜਾਬ ਨੂੰ ਕੋਈ ਵੀ ਨਹੀਂ ਬਚਾ ਸਕਦਾ। ਔਰ ਦੂਜੀ ਗੱਲ, ਜਿੱਦਣ ਭਾਜੀ ਇਹੀ ਲੜਾਈ ਅਸੀਂ ਇੰਡੀਅਨ ਲਈ ਲੜਨੀ ਸੀ, ਜਾਂ ਜਿੱਦਣ ਹਿੰਦੁਸਤਾਨ ਇਹਨਾਂ ਦਾ ਆਜ਼ਾਦ ਕਰਕੇ ਦੇਣਾ ਸੀ, ਉਦੋਂ ਤਾਂ ਇਹਨਾਂ ਨੇ ਗਦਰੀ ਬਾਬੇ ਸੀਗੇ ਸਾਡੇ, ਉਹ ਵੀ ਚੰਗੇ ਸੀਗੇ, ਸਾਡੇ ਜਿੰਨਿਆਂ ਨੇ ਕੋਈ ਅਮਰੀਕਾ ਕੈਨੇਡਾ ਤੋਂ ਜਿੰਨੀ ਵੀ ਦੁਨੀਆ ਗਈ ਉਹ ਸਾਰੇ ਵਧੀਆ ਸੀ। ਚੰਦਰ ਸ਼ੇਖਰ ਆਜ਼ਾਦ ਜਾਂ ਆਜ਼ਾਦ ਫੌਜ ਜੋ ਵੀ ਬਣਾਈ ਉਹਨੇ, ਉਹਨਾਂ ਦੀਆਂ ਕੋਈ ਕੁਰਬਾਨੀਆਂ ਨਹੀਂ ਪਈ, ਵੀ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਸੀ, ਤਾਂ ਉਹ ਵੀ ਨਹੀਂ ਜਿਤਾਉਣ ਦੇ ਇਹਨਾਂ ਨੂੰ, ਅਸੀਂ ਤਾਂ ਉਹ ਵੀ ਨਹੀਂ ਚੇਤਾ ਕਰਾਉਣ ਦੇ ਕਿ ਤੁਹਾਡੇ ਲਈ ਤੁਹਾਨੂੰ ਵੀ ਅਸੀਂ ਆਜ਼ਾਦ ਕਰਾ ਕੇ ਦਿੱਤਾ ਹੈ। ਅਸੀਂ ਹੁਣ ਜਦੋਂ ਆਪਣੇ ਹੱਕਾਂ ਦੀ ਗੱਲ ਕਰਨ ਡਏ ਆ ਤੇ ਇਹਨਾਂ ਭੇਡਾਂ ਨੂੰ ਦੇਖ ਲਓ ਕਿੰਨਾ ਇਹਨਾਂ ਦਾ ਮਾੜਾ ਹਾਲ, ਜਾਂ ਕਿੰਨਾ ਇਹ ਲੋਕ ਸੱਚ ਵੀ ਨਹੀਂ ਸੁਣ ਸਕਦੇ। ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਕਿੰਨੀ ਦੁਨੀਆ ਨੇ ਤੁਹਾਨੂੰ ਕਾਲ ਕੀਤੀ, ਕਿੰਨੀ ਦੁਨੀਆ ਤੁਹਾਡੀ ਰਿਸਪੈਕਟ ਕਰਦੀ। ਮੈਂ ਤੁਹਾਨੂੰ ਉਦੋਂ ਤੋਂ ਜਾਣਦਾ, ਮੈਨੂੰ 15 ਸਾਲ ਇੱਥੇ ਆਏ ਨੂੰ ਹੋ ਗਏ, ਅਮਰੀਕਾ 15 ਸਾਲ ਤੋਂ ਉੱਪਰ, ਪਰ ਫਿਰ ਵੀ ਆਪਾਂ ਤੁਹਾਨੂੰ ਬਹੁਤ ਚਿਰ ਦੇ ਜਾਣਦੇ। ਜਦੋਂ ਅੰਬ ਸਾਹਿਬ ਵਗੈਰਾ, ਜਦੋਂ ਤੁਹਾਡੇ ਹਾਲੇ ਛੋਟੀ ਤੁਸੀਂ ਬਿਲਕੁਲ ਯੰਗ ਸੀਗੇ, ਉਦੋਂ ਬਹੁਤ ਜ਼ਿਆਦਾ, ਜਦੋਂ ਤੁਹਾਡੇ ਤੇ ਜੁਆਪਾ ਲੱਗਾ ਸੀਗਾ, ਜੋ ਉਸ ਤੋਂ ਵੀ ਪਹਿਲਾਂ ਦੀਆਂ ਗੱਲਾਂ ਜਦੋਂ ਦੇ ਅਸੀਂ ਤੁਹਾਨੂੰ ਵਾਚ ਕਰਨ ਡਏ ਆ, ਕਿਉਂਕਿ ਤੁਹਾਡੇ ਤੁਸੀਂ ਜਿੰਨੇ ਵੀ ਚੈਨਲ ਚੇਂਜ ਕੀਤੇ ਪਰ ਤੁਹਾਡੇ ਵਿੱਚ ਕੋਈ ਡਿਫਰੈਂਸ ਨਹੀਂ ਆਇਆ, ਤੁਸੀਂ ਹਮੇਸ਼ਾ ਇੱਕੋ ਹੀ ਲਾਈਨ ਤੇ ਰਹੇ ਆ। ਇਹ ਨਹੀਂ ਹੋਇਆ ਕਿ ਕਦੀ ਇਸ ਚੈਨਲ ਤੇ ਗਏ ਆ ਉਹਨਾਂ ਦੀ ਭਾਸ਼ਾ ਬੋਲਣ ਲੱਗ ਗਏ ਆ, ਜਾਂ ਦੂਜੇ ਤੇ ਗਏ ਆ ਉਹਨਾਂ ਦੀ ਭਾਸ਼ਾ ਬੋਲਣ ਲੱਗ ਗਏ, ਕਿਉਂਕਿ ਤੁਹਾਨੂੰ ਪ੍ਰਮਾਤਮਾ ਨੇ, ਗੁਰੂ ਸਾਹਿਬ ਨੇ ਇੰਨਾ ਕੁ ਬਲ ਬਖਸ਼ਿਆ ਆ ਕਿ ਤੁਸੀਂ ਆਪਣੇ ਦਮ ਤੇ ਮਤਲਬ ਗੁਰੂ ਪ੍ਰਤੀ ਸੱਚੇ ਰਹਿ ਕੇ, ਜਾਂ ਪੰਜਾਬ ਪ੍ਰਤੀ ਆਪਣਾ ਪਿਆਰ, ਜਾਂ ਪੰਜਾਬ ਦੇ ਲੋਕਾਂ ਨਾਲ ਪਿਆਰ, ਕਿ ਤੁਸੀਂ ਪੰਜਾਬ ਨਾਲ ਧੋਖਾ ਨਹੀਂ ਕਰ ਸਕਦੇ। ਇਹ ਗੱਲ ਹੈ ਜੀ। ਓਕੇ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ ਤੁਹਾਡਾ। ਜੀ ਇੱਕ ਕਾਲਾਂ ਬਹੁਤ ਆ ਰਹੀਆਂ ਨੇ ਤੇ ਹਾਂਜੀ, ਸਵਾਗਤ ਹੈ ਵੀਰ ਜੀ ਤੁਹਾਡਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਮੈਂ ਨਾ ਇੱਕ ਕਹਿੰਦੀ ਨਾ, ਜਿਹੜੇ ਬੰਦਾ ਵੀ ਕੋਈ ਆਉਂਦਾ ਫੋਨ ਸਾਨੂੰ ਕਰਦਾ ਭਾਜੀ ਹੈ ਨਾ, ਨੈਗੇਟਿਵ ਪੋਜ਼ਿਟਿਵ ਜਿੱਦਾਂ ਦਾ ਵੀ ਕਰਦਾ, ਸ਼ਾਇਦ ਜਿਹੜੇ ਨੈਗੇਟਿਵ ਸੋਚ ਵਾਲੇ ਇਨਸਾਨ ਆ
ਉਹ ਸ਼ਾਇਦ ਕਈ ਵਾਰੀ ਸਾਡੇ ਲਈ ਵਧੀਆ ਗੱਲ ਕਰ ਜਾਣਾ, ਉਹਨਾਂ ਨੂੰ ਮੌਕਾ ਦਿਆ ਕਰੋ ਭਾਜੀ ਆਣ ਕੇ ਗੱਲ ਕਰਨ ਦਾ ਜੀ, ਹਨਾ। ਆਪਾਂ ਤਾਂ ਦਿੱਤਾ ਜੀ ਮੌਕਾ, ਹਾਂ ਬਿਲਕੁਲ। ਬਸ ਜਿੱਦਾਂ ਸਾਰੇ ਜਾਣੇ ਭਾਜੀ ਉਹਨਾਂ ਨੂੰ ਹੁਣ ਭੰਡੀ ਜਾ ਰਹੇ, ਅਗਲੀ ਵਾਰ ਸ਼ਾਇਦ ਇਦਾਂ ਦਾ ਬੰਦਾ ਕੋਈ ਸਾਨੂੰ ਫੋਨ ਨਾ ਕਰੇ, ਹਨਾ ਜੀ। ਹਾਂਜੀ, ਇਹਨਾਂ ਨੂੰ ਭਾਜੀ ਮੌਕਾ ਦਿਓ ਆ ਕੇ ਗੱਲ ਕਰਨ ਦਾ, ਘੱਟੋ ਘੱਟ ਸਾਨੂੰ ਵੀ ਪਤਾ ਲੱਗੇ ਇਹ ਲੋਕ ਕੀ ਸੋਚਦੇ ਨੇ ਭਾਜੀ, ਹਾਂਜੀ ਜੀ। ਡਾਕਟਰ ਆਪਣੇ ਭਾਜੀ ਅਕਾਲ ਚੈਨਲ ਤੇ ਜਾਂ ਸਿੱਖ ਚੈਨਲ ਤੇ ਸ਼ਾਇਦ ਨਾ ਆਪਣੇ ਭਾਜੀ ਗੁਰਬਖਸ਼ ਸਿੰਘ ਪੰਨੂ ਦੀ ਇੱਕ ਇੰਟਰਵਿਊ ਹੋਈ ਸੀ ਨਾ, ਡਾਕਟਰ ਜਗਰੂਪ ਸਿੰਘ ਉਹਨਾਂ ਨੇ ਕੀਤੀ ਸੀ ਨਾ ਜੀ। ਠੀਕ ਹੈ। ਉਹਦੇ ਵਿੱਚ ਕਿਸੇ ਇਨਸਾਨ ਨੇ ਹਨਾ, ਕਿਸੇ ਬੰਦੇ ਨੇ ਆਵਾਜ਼ ਤੋਂ ਪਤਾ ਲੱਗਦਾ ਸੀ ਬਜ਼ੁਰਗ ਬੰਦਾ ਹਨਾ, ਉਹਨੇ ਕਾਲ ਕਰਕੇ ਫੋਨ ਕਰਕੇ ਕਹਿਣ ਡਿਆ ਆਖੇ ਪੰਨੂ ਸਾਹਿਬ ਹੋਣੀ ਪੰਜਾਬ ਕਿਉਂ ਨਹੀਂ ਜਾਂਦੇ, ਇਹਨਾਂ ਦੇ ਮਾਵਾਂ ਦੇ ਪੁੱਤ ਮਰਵਾਣੇ ਨੇ, ਹਨਾ। ਮੈਂ ਭਾਜੀ ਉਸ ਦਿਨ ਵੀ ਸੋਚਦਾ ਸੀਗਾ ਵੀ ਜੇਕਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ, ਜੋ ਇੰਨਾ 2.5-3 ਲੱਖ ਸਾਡਾ ਨੌਜਵਾਨ, ਸਾਡੇ ਭਾਈ ਭੈਣ ਸਾਡੇ ਸ਼ਹੀਦ ਕਰ ਦਿੱਤੇ ਆ, ਪੁਲਿਸ ਨੇ ਚੁੱਕ ਕੇ ਮਾਰ ਦਿੱਤੇ ਆ, ਇਹਨਾਂ ਨੂੰ ਇਹ ਦਿਖਦੇ ਨਹੀਂ ਹੈਗੇ ਭਾਜੀ, ਹਨਾ। ਬਿਲਕੁਲ ਉਹ ਬੇਕਸੂਰ ਮਾਰ ਦਿੱਤੇ ਆ। ਜੇ ਅੱਜ ਕੋਈ ਉਹਨਾਂ ਦੇ ਉਹਨਾਂ ਦਾ ਇਨਸਾਫ ਲੈਣ ਲਈ ਕੋਈ ਤੁਰਿਆ, ਅਸੀਂ ਉਹਨਾਂ ਦਾ ਸਾਥ ਦੇਣ ਦੀ ਬਜਾਏ ਅਸੀਂ ਲੱਤਾਂ ਖਿੱਚਣ ਰਹੇ ਆ ਉਹਨਾਂ ਦੀ। ਬਿਲਕੁਲ 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 ਜੀ। ਇੱਕ ਗੱਲ ਇਹਨਾਂ ਨੂੰ ਸਾਰਿਆਂ ਨੂੰ ਸੋਚ ਲੈਣੀ ਚਾਹੀਦੀ ਆ, ਜੇ ਗੁਆਂਢੀ ਦੇ ਅੱਗ ਲੱਗੀ ਆ ਤੇ ਘਰ ਭਾਈ ਸਾਡਾ ਵੀ ਨਹੀਂ ਬਚਣਾ, ਜੇ ਬਗਾਨਾ ਪੁੱਤ ਕਿਸੇ ਦਾ ਮਰਿਆ ਬਚਨੇ ਸਾਡੇ ਵੀ ਨਹੀਂ ਹੈਗੇ। ਜੋ ਉਹਨਾਂ ਨੇ ਸੋਚਿਆ ਹੋਇਆ ਆ, ਉਹਨਾਂ ਨੇ ਕਹਿੰਦੇ ਨਾ ਵੀ ਝੋਟਿਆਂ ਦੀ ਲੜਾਈ ਦੇ ਵਿੱਚ ਹਨਾ, ਬੰਦੇ ਦਾ ਨਾਸ ਹੁੰਦਾ, ਝਾੜੀ ਦਾ ਨਾਸ ਹੁੰਦਾ ਭਾਜੀ, ਉਹ ਇਹਨਾਂ ਨੇ ਸੋਚਿਆ ਹੈ ਭਾਜੀ ਸਾਰਾ ਕੁਝ ਕਰਨ। ਬਿਲਕੁਲ ਵੀਰ ਜੀ, ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਲਈ, ਹਾਂਜੀ ਸਲਾਹ ਦੇਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਕੋਸ਼ਿਸ਼ ਹੁੰਦੀ ਹੈ ਕਿ ਹਰ ਤਰੀਕੇ ਦੇ ਵਿਚਾਰ ਨੇ ਜਿਹੜੇ, ਹਰ ਤਰੀਕੇ ਦੀ ਗੱਲਬਾਤ ਹੈ, ਅਸੀਂ ਆਪਣੇ ਇਸ ਚੈਨਲ ਤੋਂ, ਆਪਣੇ ਇਸ ਪ੍ਰੋਗਰਾਮ ਦੇ ਵਿੱਚ ਕਰੀਏ, ਗੱਲਬਾਤ ਲੈ ਕੇ ਆਈਏ। ਸਾਰੇ ਸਾਡੇ ਸਵਾਲਾਂ ਦਾ ਸਾਡੇ ਕੋਲ ਜਵਾਬ ਹੈਗਾ, ਕਿਸੇ ਵੀ ਤਰੀਕੇ ਦਾ। ਕੋਈ ਉੱਥੇ ਕਿਉਂ ਨਹੀਂ ਜਾਂਦਾ ਹੈਗਾ, ਗੁਰਪਤਵੰਤ ਸਿੰਘ ਪੰਨੂ ਕਿਉਂ ਨਹੀਂ ਜਾਂਦਾ, ਜਾਂ ਫਲਾਣਾ ਸਿੰਘ ਕਿਉਂ ਨਹੀਂ ਜਾਂਦਾ, ਜਾਂ ਫਲਾਣਾ ਸਿੰਘ ਉੱਥੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕਿਉਂ ਨਹੀਂ ਜਾਂਦਾ ਹੈਗਾ। ਸਾਰੇ ਸਵਾਲਾਂ ਦੇ ਜਵਾਬ ਹੈਗੇ ਨੇ। ਇਹਨਾਂ ਸਵਾਲਾਂ ਦੇ ਜਵਾਬ ਅਸੀਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ। ਗੱਲਬਾਤ ਨੂੰ ਅਸੀਂ ਇੱਥੋਂ ਹੀ ਅੱਗੇ ਤੋਰਾਂਗੇ। ਮਾਨਸਿਕ ਜਿਹੜੀ ਮਨੋਦਸ਼ਾ ਨਾ ਜਿਹੜੀ ਸਿੱਖਾਂ ਦੀ, ਕੌਮੀ ਸੰਘਰਸ਼ ਜਿਹੜਾ ਹੈ, ਕਿਉਂਕਿ ਕੌਮੀ ਸੰਘਰਸ਼ ਹੈ ਇਹ, ਇਸ ਦਾ ਜਿਹੜਾ ਅਗਲਾ ਹਿੱਸਾ ਹੈ ਅੱਜ ਦੇ ਪ੍ਰੋਗਰਾਮ ਦਾ, ਇਹ ਅਸੀਂ ਕੱਲ੍ਹ ਨੂੰ ਪੇਸ਼ ਕਰਾਂਗੇ। ਸੋ ਉਹਦੇ 'ਚ ਮੈਂ ਤਾਂ ਕਹਿੰਦਾ ਸਾਰਿਆਂ ਦਾ ਸਵਾਗਤ ਹੈ। ਕਿਸੇ ਵੀ ਤਰੀਕੇ ਦੇ ਜਿਹੜੇ ਵਿਚਾਰ ਨੇ, ਕਿਸੇ ਵੀ ਤਰ੍ਹਾਂ ਦੇ ਵਿਚਾਰ ਨੇ, ਉਹ ਇੱਥੋਂ ਤੁਸੀਂ ਗੱਲਬਾਤ ਆਪਣੀ ਕਰ ਸਕਦੇ ਹੋ। ਅਤੇ ਬਾਜ ਸਿੰਘ ਹੋਰਾਂ ਨੂੰ ਵੀ, ਬਲਜਿੰਦਰ ਸਿੰਘ ਹੋਰਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਹੁਣ ਕੱਲ੍ਹ ਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਹੁਣ ਪੰਜਾਬ ਦੇ ਵਿੱਚ ਰਾਤ ਬਹੁਤ ਹੋ ਚੁੱਕੀ ਹੈ ਅਤੇ ਕੱਲ੍ਹ ਨੂੰ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ। ਅਤੇ ਹੁਣ ਮੈਨੂੰ ਇਜਾਜ਼ਤ ਦਿਓ ਤੁਸੀਂ, ਕੱਲ੍ਹ ਨੂੰ ਅਸੀਂ ਹੋਰ ਇਸ ਨੂੰ ਡੂੰਘਾਈ ਤੱਕ, ਇਹ ਜਿਹੜੀ ਮਨੋ ਅਵਸਥਾ ਸਿੱਖਾਂ ਦੀ, ਉਸ ਨੂੰ ਅਸੀਂ ਛਾਣਬੀਣ ਕਰਨ ਦੀ, ਉਸ ਨੂੰ ਖੋਜਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਸੋ ਦੇਖਦੇ ਰਹੋ ਇਸੇ ਤਰ੍ਹਾਂ 6 ਫॉर ਜਸਟਿਸ ਦਾ ਇਹ ਚੈਨਲ ਅਤੇ ਟਾਕਿੰਗ ਪੰਜਾਬ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਹੱਸਦੇ ਰਹੋ, ਵਸਦੇ ਰਹੋ, ਜਾਗਦੇ ਰਹੋ। ਮਿਲਦੇ ਹਾਂ ਕੱਲ੍ਹ ਨੂੰ, ਉਦੋਂ ਤੱਕ ਲਈ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਜ਼ਾਦੀ ਦੇ ਲਈ ਜੂਝ ਰਹੀ ਕਿਸੇ ਕੌਮ ਦੇ ਲਈ ਪੱਤਰਕਾਰੀ ਕਰਨਾ ਸੌਖਾ ਕਾਰਜ ਨਹੀਂ ਹੁੰਦਾ। ਬਿਲਕੁਲ ਐਵੇਂ ਹੁੰਦਾ ਜਿਵੇਂ ਤੁਸੀਂ ਇਨਸਾਫ ਪ੍ਰਾਪਤ ਕਰਨ ਦੇ ਲਈ ਕਿਸੇ ਭੀੜ ਦਾ ਹਿੱਸਾ ਹੋ ਤੇ ਗੋਲੀਆਂ ਦੀ ਵਾਛੜ ਤੁਹਾਡੇ ਉੱਤੇ ਹੋਣ ਵਾਲੀ ਹੈ। ਇਹੋ ਜਿਹੀਆਂ ਘਟਨਾਵਾਂ ਬਾਰੇ ਅਤੇ ਪੰਜਾਬ ਦੇ ਹੋਰ ਭਖਦੇ ਮਸਲਿਆਂ ਬਾਰੇ ਸਿੱਧੀ ਜਾਣਕਾਰੀ ਮੈਂ ਆਪਣੇ ਟਾਕਿੰਗ ਪੰਜਾਬ ਸ਼ੋਅ ਦੇ ਵਿੱਚ ਲੈ ਕੇ ਹਾਜ਼ਰ ਹਾਂ, ਸਿਰਫ ਖਬਰਦਾਰ ਪੰਜਾਬ ਟੀਵੀ ਦੇ ਉੱਤੇ। ਦੇਖਣਾ ਨਾ ਭੁੱਲਿਓ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅੰਮ੍ਰਿਤਸਰ ਦੇ ਸਮੇਂ ਦੇ ਮੁਤਾਬਕ ਰਾਤ ਨੂੰ 9 ਵਜੇ ਤੋਂ ਲੈ ਕੇ 10 ਵਜੇ ਤੱਕ। ਆਜ਼ਾਦੀ ਦੇ ਲਈ ਜੂਝ ਰਹੀ ਕਿਸੇ ਕੌਮ ਦੇ ਲਈ ਪੱਤਰਕਾਰੀ ਕਰਨਾ ਸੌਖਾ ਕਾਰਜ ਨਹੀਂ ਹੁੰਦਾ। ਬਿਲਕੁਲ ਐਵੇਂ ਹੁੰਦਾ ਜਿਵੇਂ ਤੁਸੀਂ ਇਨਸਾਫ ਪ੍ਰਾਪਤ ਕਰਨ ਦੇ ਲਈ ਕਿਸੇ ਭੀੜ ਦਾ ਹਿੱਸਾ ਹੋ ਤੇ ਗੋਲੀਆਂ ਦੀ ਵਾਛੜ ਤੁਹਾਡੇ ਉੱਤੇ ਹੋਣ ਵਾਲੀ ਹੈ। ਇਹੋ ਜਿਹੀਆਂ ਘਟਨਾਵਾਂ ਬਾਰੇ ਅਤੇ ਪੰਜਾਬ ਦੇ ਹੋਰ ਭਖਦੇ ਮਸਲਿਆਂ ਬਾਰੇ ਸਿੱਧੀ ਜਾਣਕਾਰੀ ਮੈਂ ਆਪਣੇ ਟਾਕਿੰਗ ਪੰਜਾਬ ਸ਼ੋਅ ਦੇ ਵਿੱਚ ਲੈ ਕੇ ਹਾਜ਼ਰ ਹਾਂ, ਸਿਰਫ ਖਬਰਦਾਰ ਪੰਜਾਬ ਟੀਵੀ ਦੇ ਉੱਤੇ। ਦੇਖਣਾ ਨਾ ਭੁੱਲਿਓ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅੰਮ੍ਰਿਤਸਰ ਦੇ ਸਮੇਂ ਦੇ ਮੁਤਾਬਕ ਰਾਤ ਨੂੰ 9 ਵਜੇ ਤੋਂ ਲੈ ਕੇ
10 ਵਜੇ ਤੱਕ।